ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਉਮੀਦ ਕਰਦੇ ਹਾਂ ਬਿਲਕੁਲ ਠੀਕ ਹੋਵੋਗੇ, ਕਿਉਂਕਿ 3 ਦਿਨਾਂ ਦੀ ਯਾਨੀ ਅਸੀਂ ਲੌਂਗ ਵੀਕਐਂਡ ਤੋਂ ਬਾਅਦ ਜਦੋਂ ਵਾਪਸੀ ਕਰਦੇ ਹਾਂ ਬਹੁਤ ਸਾਰੀ ਰੈਸਟ ਹੋ ਜਾਂਦੀ ਹੈ, ਬਹੁਤ ਸਾਰਾ ਘੁੰਮਣਾ ਫਿਰਨਾ ਹੋ ਜਾਂਦਾ ਹੈ। ਸੋ ਕਾਫੀ ਅਸੀਂ ਜਦੋਂ ਵਾਪਸੀ ਕਰਦੇ ਹਾਂ ਲੌਂਗ ਵੀਕਐਂਡ ਤੋਂ ਬਾਅਦ ਤੇ ਐਕਟਿਵ ਹੁੰਦੇ ਹਾਂ, ਜਿਵੇਂ ਕਿ ਮੈਂ ਬਹੁਤ ਸਾਰੀਆਂ ਖਬਰਾਂ ਤੁਹਾਡੇ ਮੁਖਾਤਿਬ ਕਰਨੀਆਂ। ਸੋ ਓਵਰਆਲ ਤੁਸੀਂ ਵੀ ਜਿਹੜਾ ਹੈ ਪੂਰੇ ਤਰੀਕੇ ਨਾਲ ਚਾਰਜ ਹੋ ਕੇ ਬੈਠੇ ਹੋਵੋਗੇ ਵੀ ਅੱਜ ਸ਼ੋਅ ਦੇਖਣਾ ਹੈ। ਅਪਡੇਟਸ ਕਾਫੀ ਜਿਹੜੀਆਂ ਪੈਂਡਿੰਗ ਪਈਆਂ ਹੋਈਆਂ ਨੇ, ਖਾਸ ਕਰਕੇ 3 ਦਿਨਾਂ ਦੀਆਂ ਲੌਂਗ ਵੀਕਐਂਡ ਦੀਆਂ ਰੁਕੀਆਂ ਹੋਈਆਂ ਨੇ, ਉਹ ਸਾਰੀਆਂ ਦੇ ਉੱਤੇ ਅੱਜ ਨਜ਼ਰ ਪਾਵਾਂਗੇ। ਸਭ ਤੋਂ ਪਹਿਲਾਂ ਦੱਸ ਦਈਏ ਕਿ BC ਵਾਸੀਆਂ ਲਈ ਅਹਿਮ ਦਿਨ ਹੈ ਅੱਜ ਦਾ, ਔਰ ਓਵਰਆਲ ਕੈਨੇਡਾ ਦੇ ਲਈ ਵੀ ਅਹਿਮ ਦਿਨ ਮੰਨਿਆ ਜਾ ਰਿਹਾ, ਕਿਉਂਕਿ ਸਭ ਤੋਂ ਵੱਡੀ ਜਿਹੜੀ ਖਬਰ ਹੈ ਉਹ ਹੈ ਕਿ ਜਿਹੜੇ ਇੰਟਰਨੈਸ਼ਨਲ ਯਾਤਰੀ ਜਿਹੜੇ ਨੇ ਇੰਤਜ਼ਾਰ ਕਰ ਰਹੇ ਸੀ ਕੈਨੇਡਾ ਆਉਣ ਦਾ, ਉਹ ਹੁਣ ਅੱਜ ਤੋਂ ਕੈਨੇਡਾ ਆ ਸਕਦੇ ਨੇ। ਔਰ ਸਪੈਸ਼ਲੀ ਇਹ ਵੱਡੀ ਨਿਊਜ਼ ਹੈ ਕਿ ਜਿਹੜੇ ਫੁੱਲੀ ਵੈਕਸੀਨੇਟਡ ਲੋਕ ਨੇ ਉਹ ਆ ਸਕਦੇ ਨੇ ਡਾਇਰੈਕਟ। ਹਾਲਾਂਕਿ ਫਲਾਈਟ ਸੰਬੰਧੀ ਅਜੇ ਕੋਈ ਐਲਾਨ ਨਹੀਂ ਹੋਇਆ, ਪਰ ਇੰਟਰਨੈਸ਼ਨਲ ਜਿਹੜੇ ਯਾਤਰੀ ਨੇ ਉਹ ਟਰੈਵਲ ਕਰ ਸਕਦੇ ਨੇ ਤੇ ਕੈਨੇਡਾ ਆ ਸਕਦੇ ਨੇ। ਕੀ ਹਦਾਇਤਾਂ ਹੋਣਗੀਆਂ, ਕੀ ਇੱਧਰੋਂ ਸਰਕਾਰ ਦੀਆਂ ਤਿਆਰੀਆਂ ਨੇ, ਕਿੰਨਾ ਇੰਤਜ਼ਾਰ ਜਿਹੜਾ ਉਹ ਕਰਨਾ ਪੈ ਸਕਦਾ 에ਅਰਪੋਰਟ ਦੇ ਉੱਤੇ, ਇਹ ਸਾਰੀ ਜਾਣਕਾਰੀ ਅਸੀਂ ਇੰਟਰਵਿਊ ਦੇ ਵਿੱਚ ਲਵਾਂਗੇ। ਔਰ ਇਸ ਤੋਂ ਇਲਾਵਾ ਵੱਡੀ ਖਬਰ ਅੱਜ ਦੀ ਇੱਕ ਹੋਰ ਹੈ ਕਿ ਵੈਕਸੀਨ ਪਾਸਪੋਰਟ ਜਿਹੜਾ ਜਾਰੀ ਕਰਨਾ ਹੈ BC ਸੂਬੇ ਦੇ ਵਿੱਚ, ਉਸ ਨੂੰ ਲੈ ਕੇ ਅੱਜ ਜੌਨ ਹੌਰਗਨ ਹੋਰੀ ਵੱਡਾ ਐਲਾਨ ਕਰ ਸਕਦੇ ਨੇ। ਪਰ ਉਸ ਵੈਕਸੀਨ ਪਾਸਪੋਰਟ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਨੇ ਲੋਕਾਂ ਦੇ ਵਿੱਚ, ਕਈ ਤਰ੍ਹਾਂ ਦੇ ਪ੍ਰੋਟੈਸਟ ਦੇਖਣ ਨੂੰ ਮਿਲਿਆ। ਪਰ ਓਵਰਆਲ ਉਹਨੂੰ ਲੈ ਕੇ ਕੀ ਤਿਆਰੀ ਕੀਤੀ ਗਈ ਫੈਡਰਲ ਦੇ ਵੱਲੋਂ, ਕੀ ਉਹਦੇ ਵਾਸਤੇ ਜਿਹੜਾ ਫੰਡ ਦਿੱਤਾ ਜਾ ਰਿਹਾ ਹੈ, ਲਿਬਰਲ ਪਾਰਟੀ ਆਪਣੇ ਤੌਰ ਦੇ ਉੱਤੇ ਕਿਵੇਂ ਰੋਲ ਨਿਭਾ ਰਹੀ ਹੈ ਇਸ ਵੈਕਸੀਨ ਪਾਸਪੋਰਟ ਨੂੰ ਲੈ ਕੇ, ਇਸ ਤੇ ਵੀ ਅਸੀਂ ਖੁੱਲ੍ਹ ਕੇ ਜਿਹੜੀ ਹੈ ਡਿਟੇਲ ਸੰਬੰਧੀ ਗੱਲ ਕਰਾਂਗੇ। ਐਂਡ ਥਰਡ ਵੱਡੀ ਨਿਊਜ਼ ਅੱਜ ਦੀ ਹੈ ਕਿ ਅੱਜ ਖੈਰ ਤੁਹਾਨੂੰ ਸਾਰਿਆਂ ਨੂੰ ਕਾਫੀ ਜ਼ਿਆਦਾ ਚਿੰਤਾ ਵੀ ਹੋਏਗੀ, ਪਰ ਕਾਫੀ ਸਾਰੇ ਲੋਕ ਇਤਮੀਨਾਨ ਦੇ ਵਿੱਚ ਵੀ ਹੋਣਗੇ, ਕਿਉਂਕਿ ਉਹਨਾਂ ਦੇ ਬੱਚੇ ਅੱਜ ਤੋਂ ਜਿਹੜਾ ਹੈ ਉਹ ਸਕੂਲ ਜਾਣ ਦੀ ਤਿਆਰੀ ਜਿਹੜੀ ਕਰ ਰਹੇ ਨੇ। ਅੱਜ ਤੋਂ ਸਕੂਲ ਖੁੱਲ੍ਹ ਗਏ ਨੇ। ਹਾਲਾਂਕਿ ਸਕੂਲਾਂ ਨੂੰ ਲੈ ਕੇ ਕੁਝ ਮਾਪੇ ਚਿੰਤਾ ਦੇ ਵਿੱਚ ਨੇ ਕਿ ਬੱਚੇ ਸੇਫ ਰਹਿਣ, ਜਿਹੜੀ ਪ੍ਰੀਕਾਸ਼ਨ ਘਰਾਂ ਦੇ ਵਿੱਚ ਉਹਨਾਂ ਨੂੰ ਦਿੱਤੀ ਜਾ ਰਹੀ ਸੀਗੀ ਉਹ ਸਕੂਲਾਂ ਦੇ ਵਿੱਚ ਵੀ ਓਵਰਆਲ ਉਹਨਾਂ ਨੂੰ ਮਿਲੇ, ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ। ਸੋ ਇਸ ਸੰਬੰਧੀ ਵੀ ਅਸੀਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਸ਼ੋਅ ਦੇ ਵਿੱਚ। ਔਰ ਮੈਂ ਸਭ ਤੋਂ ਪਹਿਲਾਂ ਇਹ ਦੱਸਦਾ ਤੁਹਾਨੂੰ ਕਿ ਜਿਹੜੇ ਲੋਕ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਤੇ ਇਸ ਤੋਂ ਇਲਾਵਾ ਚੋਣ ਮੁੱਦਿਆਂ ਦੇ ਉੱਤੇ ਗੱਲ ਕਰਨਾ ਚਾਹੁੰਦੇ ਨੇ ਉਹ ਕਾਲ ਕਰ ਸਕਦੇ ਨੇ, ਨਾਲ ਦੀ ਨਾਲ ਕਾਲ ਅਟੈਂਡ ਕੀਤੀ ਜਾਏਗੀ। ਟਰੈਵਲ ਜਿਵੇਂ ਕਿ ਖੁੱਲ੍ਹ ਗਿਆ, ਇੰਟਰਨੈਸ਼ਨਲ ਜਿਹੜੇ ਯਾਤਰੀ ਉਹ ਆ ਸਕਦੇ ਨੇ, ਉਹਨਾਂ ਰਿਗਾਰਡਿੰਗ ਤੁਹਾਡੇ ਦਿਲ ਦਿਮਾਗ ਦੇ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ ਕਰ ਸਕਦੇ ਹੋ, ਕਿਉਂਕਿ ਸਾਡੇ ਨਾਲ ਲਿਬਰਲ ਪਾਰਟੀ ਤੋਂ ਉਮੀਦਵਾਰ ਸੁਖ ਧਾਲੀਵਾਲ ਜੀ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ। ਸੁਖ ਧਾਲੀਵਾਲ ਜੀ, ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਸ਼ੈਰੀ, ਮੇਰੇ ਵੱਲੋਂ ਤੁਹਾਨੂੰ ਔਰ ਤੁਹਾਡੇ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਤੇ ਬਹੁਤ ਸਤਿਕਾਰ ਜੀ। ਸੁਖ ਧਾਲੀਵਾਲ ਜੀ, ਕਿਵੇਂ ਦਾ ਗਿਆ ਤੁਹਾਡਾ ਲੌਂਗ ਵੀਕਐਂਡ? ਕੀ ਕੀਤਾ? ਲੌਂਗ ਵੀਕਐਂਡ ਯੂਜੂਅਲੀ ਬਿਜ਼ੀਅਰ ਦੈਨ ਐਵਰ, ਕਿਉਂਕਿ ਤੁਹਾਨੂੰ ਪਤਾ ਕਿ ਇਲੈਕਸ਼ਨ ਕੈਂਪੇਨ ਚੱਲ ਰਿਹਾ ਹੈਗਾ ਔਰ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਤਾਈਂ ਆਊਟਰੀਚ ਹੋ ਰਹੀ। ਚਾਹੇ ਮੈਂ ਤਾਂ 24/7 ਈਅਰ ਰਾਊਂਡ ਲੋਕਾਂ ਦੇ ਨਾਲ ਮਿਲਦਾ ਜੁਲਦਾ ਰਹਿੰਦਾ, ਪਰ ਇਵੈਂਚੁਅਲੀ ਜਦੋਂ ਹੁਣ ਸਮਾਂ ਹੁੰਦਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਪੋਰਟ ਦੇ ਵਿੱਚ ਆ ਰਹੇ ਨੇ, ਮੀਟਿੰਗਸ ਕਰ ਰਹੇ ਆ, ਉਹਨਾਂ ਨੂੰ ਮਿਲ ਰਹੇ ਆ। ਬਾਕੀ ਸੋਸ਼ਲ ਗੈਦਰਿੰਗ ਸਾਡੀਆਂ ਕਿਉਂਕਿ ਨੈਚੁਰਲ ਆ, ਕਿਉਂਕਿ ਇੱਕ ਇਨਸਾਨ ਵੀ ਹਾਂ ਅਸੀਂ, MP ਨਾਲੋਂ ਪਹਿਲਾਂ ਮੈਂ ਇਨਸਾਨ ਵੀ ਹਾਂ। ਉਹ ਇਨਸਾਨ ਦੇ ਹੋਣ ਦੇ ਨਾਤੇ ਇਨਸਾਨੀਅਤ ਜਿਹੜੀ ਆ ਉਹ ਸਾਡੀ ਇਹ ਆ ਵੀ ਇੱਕ ਦੂਜੇ ਦੇ ਖੁਸ਼ੀ ਗਮੀ ਦੇ ਵਿੱਚ ਅਸੀਂ ਸ਼ਰੀਕ ਹੁੰਦੇ ਹੈਗੇ ਆ। ਤੁਹਾਨੂੰ ਪਤਾ ਕਿ ਇਸ ਵੀਕਐਂਡ 'ਤੇ ਕਾਫੀ ਜ਼ਿਆਦਾ ਜਿਹੜੀ ਆ ਉਹ ਬਿਜੀ ਜਿਹੜਾ ਹੈਗਾ ਉਹ ਰਿਹਾ ਹੈਗੇ, ਕਿਉਂਕਿ ਬਹੁਤ ਸਾਰੇ ਸੋਸ਼ਲ ਫੰਕਸ਼ਨ ਵੀ ਸੀਗੇ। ਬਟ ਅਗੇਨ ਕਿਉਂਕਿ ਇਹ ਤਾਂ ਮੇਰਾ ਪੈਸ਼ਨ ਆ, ਪਬਲਿਕ ਸਰਵਿਸ ਮੇਰਾ ਪੈਸ਼ਨ ਆ, ਔਰ ਲੋਕਾਂ ਨੂੰ ਮਿਲਣਾ, ਲੋਕਾਂ ਤਾਈਂ ਐਕਸੈਸ ਆਪਣਾ ਬਰਕਰਾਰ ਰੱਖਣਾ। ਸੋ ਮੈਂ ਬੜਾ ਖੁਸ਼ ਹਾਂ। ਔਰ ਇਹਨਾਂ ਦਿਨਾਂ ਦੇ ਵਿੱਚ ਵੈਸੇ ਵੀ ਜ਼ਰੂਰੀ ਹੋ ਚੁੱਕਿਆ, ਕਿਉਂਕਿ ਹੁਣ ਤਾਂ ਚੌਥੇ ਵੀਕ ਦੇ ਵਿੱਚ ਆ ਚੁੱਕੇ ਹਾਂ ਔਰ ਇਲੈਕਸ਼ਨ ਨੂੰ ਵੈਸੇ ਥੋੜ੍ਹੇ ਦਿਨ ਬਾਕੀ ਬਚੇ ਨੇ। ਦੇਖੋ, ਜਦੋਂ ਆਪਾਂ ਇਲੈਕਸ਼ਨ ਦੀ ਗੱਲ ਕਰਦੇ ਹੈਗੇ, ਕਈ ਉਮੀਦਵਾਰਾਂ ਲਈ ਹੋਏਗਾ ਕਿਉਂਕਿ ਉਹ ਇਲੈਕਸ਼ਨ ਦੇ ਟਾਈਮ ਆਉਂਦੇ ਹੈਗੇ ਆ, ਮੁੜ ਕੇ ਚਲੇ ਜਾਂਦੇ ਆ ਕਿਉਂਕਿ ਉਦੋਂ ਬਿਲ ਬੋਰਡ ਦਿਖਣਗੇ, ਉਸ ਤੋਂ ਬਾਅਦ ਨਹੀਂ। ਪਰ ਜਦੋਂ ਮੇਰੇ ਲਈ ਜਿਹੜਾ ਹੈਗਾ, ਮੈਂ ਤਾਂ ਹਰ ਇੱਕ ਪਲ ਜਿਹੜਾ ਔਰ ਹਰ ਇੱਕ ਦਿਨ ਜਿਹੜਾ ਉਹਨੂੰ ਇਹੀ ਸੋਚਦਾ, ਕਿਉਂਕਿ ਲੋਕਾਂ ਨੇ ਜਿਹੜਾ ਹੁੰਦਾ ਉਹ ਸਾਡੇ 'ਚ ਫਤਵਾ ਪਾਇਆ ਹੁੰਦਾ ਹੈਗਾ, ਟਰਸਟ ਪਾਇਆ ਹੁੰਦਾ, ਉਸ ਟਰਸਟ ਨੂੰ ਐਵਰੀਡੇ ਅਰਨ ਕਰਨਾ ਚਾਹੀਦਾ, ਉਹ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ। ਸੋ ਇਸ ਕਰਕੇ ਜਿਹੜਾ ਹੈ ਮੇਰੇ ਲਈ ਇੱਕ ਰੂਟੀਨ ਪ੍ਰੋਸੈਸ ਹੈ, ਪਰ ਸਰਟਨਲੀ ਕਿਉਂਕਿ ਜਿਸ ਦੇ ਵਿੱਚ ਹੁਣ ਮੀਡੀਆ ਦੇ ਨਾਲ ਇੰਟਰੈਕਸ਼ਨ ਹੋਈਆਂ, ਵੋਟਰਸ ਦੇ ਨਾਲ ਇੰਟਰੈਕਸ਼ਨ ਹੋਈ, ਇਹ ਜਿਹੜਾ ਸਮਾਂ ਹੈ ਇਹ ਕ੍ਰਿਟੀਕਲ ਆ। ਔਰ ਕਿਉਂਕਿ ਇਲੈਕਸ਼ਨ ਵੀ ਬੜਾ ਕ੍ਰਿਟੀਕਲ ਆ। ਅੱਗੇ ਜਿਹੜੇ ਇਲੈਕਸ਼ਨ ਜਿੰਨਿਆਂ ਇਲੈਕਸ਼ਨ ਦੇ ਥਰੂ ਮੈਂ ਗਿਆ, ਉਹਨਾਂ ਸਾਰਿਆਂ ਨਾਲੋਂ ਇੰਪੋਰਟੈਂਟ ਇਲੈਕਸ਼ਨ ਇਹ ਹੈਗਾ ਔਰ ਕ੍ਰਿਟੀਕਲ ਵੀ ਹੈ, ਕਿਉਂਕਿ ਦੇਖੋ ਅਸੀਂ ਪਿਛਲੇ 2 ਸਾਲ ਦੇ ਵਿੱਚ ਇੰਨੀ ਸਮੱਸਿਆ ਦੇ ਵਿੱਚੋਂ 1.5 ਸਾਲ 'ਚ ਨਿਕਲੇ ਹੈਗੇ ਆ। ਹੁਣ ਜਦੋਂ ਅਸੀਂ ਮੂਵ ਫਾਰਵਰਡ ਕਰਨਾ ਹੈਗਾ ਤਾਂ ਬੜਾ ਜ਼ਰੂਰੀ ਹੈਗਾ ਕਿ ਉਹ ਗੌਰਮੈਂਟ ਜਿਹੜੀ ਪਰਖੀ ਹੋਈ ਹੋਵੇ, ਜਿਹੜੀ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੋਵੇ, ਉਹ ਚੁਣਨੀ ਚਾਹੀਦੀ ਹੈਗੀ ਆ। ਔਰ ਲੋਕਲੀ ਰਿਪਰੈਜ਼ੈਂਟੇਟਿਵ ਵੀ ਜਿਹੜੇ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਜਿਨ੍ਹਾਂ ਨੇ ਕੀਤੀ ਹੋਵੇ, ਉਹਨਾਂ ਨੂੰ
ਜਿਹੜਾ ਹੈਗਾ ਵਾ ਮੌਕਾ ਜਿਹੜਾ ਉਹ ਦੇਣਾ ਜੀ ਚਾਹੀਦਾ। ਬਿਲਕੁਲ। ਸੋ ਓਵਰਆਲ ਇਲੈਕਸ਼ਨ ਰਿਗਾਰਡਿੰਗ ਜੋ ਐਲਾਨ ਹੋ ਰਹੇ ਨੇ, ਜੋ ਮੁੱਦੇ ਨੇ, ਉਹਨਾਂ ਦੇ ਉੱਤੇ ਵੀ ਸੁਖ ਧਾਲੀਵਾਲ ਜੀ ਆਪਾਂ ਗੱਲ ਕਰਾਂਗੇ। ਪਰ ਸਭ ਤੋਂ ਪਹਿਲਾਂ 3 ਵੱਡੇ ਜਿਹੜੇ ਅੱਜ ਚੇਂਜਸ ਆਉਣ ਜਾ ਰਹੇ ਨੇ, ਵੱਡੇ ਐਲਾਨ ਹੋਣੇ ਨੇ, ਉਹਨਾਂ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਟਰੈਵਲ ਅੱਜ ਤੋਂ ਖੁੱਲ੍ਹ ਗਿਆ, ਉਹਦੇ ਸੰਬੰਧੀ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕੀ ਤਿਆਰੀ ਕੀਤੀ ਗਈ ਹੈ। ਜ਼ਾਹਿਰ ਜੀ ਗੱਲ ਹੈ, ਇੱਕਦਮ ਬਹੁਤ ਸਾਰੇ ਲੋਕ ਇੱਕਦਮ ਆ ਰਹੇ ਨੇ ਇੱਥੇ, ਹਾਲਾਂਕਿ ਫੁੱਲੀ ਵੈਕਸੀਨੇਟਡ ਨੂੰ ਹੀ ਐਂਟਰੀ ਜਿਹੜੀ ਉਹ ਦਿੱਤੀ ਗਈ ਹੈ, ਪਰ ਏਅਰਪੋਰਟਸ 'ਤੇ ਉਹਨਾਂ ਲਈ ਕਿਵੇਂ ਦੇ ਬੰਦੋਬਸਤ ਹੋਣਗੇ, ਕਿੰਨਾ ਕੁ ਸਮਾਂ ਉਹਨਾਂ ਨੂੰ ਪਹਿਲਾਂ ਦੇ ਨਾਲੋਂ ਕਿੰਨੇ ਕੁ ਚੇਂਜਸ ਆ ਸਕਦੇ ਨੇ, ਕਿੰਨਾ ਸਮਾਂ ਲੱਗ ਸਕਦਾ ਏਅਰਪੋਰਟ 'ਤੇ? ਦੇਖੋ, ਸਾਨੂੰ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਇਹ ਹੁਣ ਬੜਾ ਜ਼ਰੂਰੀ ਹੈਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਚੀਫ ਮੈਡੀਕਲ ਆਫੀਸਰ ਜਿਹੜਾ ਹੈਗਾ ਕੈਨੇਡਾ ਦਾ, ਉਹ ਡਿਸੀਜਨ ਬਣਾਉਂਦਾ, ਹੈਲਥ ਕੈਨੇਡਾ ਜਿਹੜਾ ਵਾ ਉਹ ਦੱਸਦਾ ਹੈਗਾ ਕਿ ਪਬਲਿਕ ਹੈਲਥ ਜਿਹੜੀ ਆ ਉਹ ਸੇਫ ਹੈਗੀ ਆ, ਉਹਦੇ ਮੁਤਾਬਕ ਜਿਹੜਾ ਹੈਗਾ ਸਮੇਂ ਮੁਤਾਬਕ ਬਾਰਡਰ ਖੋਲ੍ਹੇ ਜਾ ਰਹੇ ਨੇ। ਔਰ ਹੁਣ ਇਸ ਵੇਲੇ ਲੋੜ ਵੀ ਆ, ਜੇ ਅਸੀਂ ਕੈਨੇਡਾ ਦੀ ਇਕੋਨਮੀ ਨੂੰ, ਸਿਸਟਮ ਨੂੰ ਬਰਕਰਾਰ ਰੱਖਣਾ ਹੈਗਾ ਅੱਗੇ, ਉਹਦੇ ਵਿੱਚ ਜ਼ਰੂਰੀ ਆ ਕਿ ਲੋਕਾਂ ਦੀ ਆਵਾਜਾਈ ਜਿਹੜੀ ਆ ਉਹ ਜ਼ਰੂਰੀ। ਪਰ ਇਹਦੇ ਵਿੱਚ ਇੱਕ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਮੇਕ ਸ਼ੋਰ ਸਾਡੀ ਜਿਹੜੀ ਫਸਟ ਪ੍ਰਾਇੋਰਟੀ ਹਮੇਸ਼ਾ ਹੀ ਜਿਹੜੀ ਪਿਛਲੇ ਮਾਰਚ ਤੋਂ ਲੈ ਕੇ ਅੱਜ ਤੱਕ ਰਹੀ ਆ, ਉਹ ਰਹੀ ਆ ਵੀ ਕੈਨੇਡੀਅਨ ਦੀ ਹੈਲਥ ਤੇ ਸੇਫਟੀ ਸ਼ੈਲੀ ਬਹੁਤ ਇੰਪੋਰਟੈਂਟ ਹੈ। ਉਸ ਨੂੰ ਅਸੀਂ ਮੱਦੇਨਜ਼ਰ ਰੱਖਾਂਗੇ। ਉਹਦੇ ਵਿੱਚ ਜਿਹੜਾ ਹੈਗਾ ਮੇਕ ਸ਼ੋਰ ਕਰਾਂਗੇ ਕਿ ਫੁੱਲੀ ਜਿਹੜੇ ਨੇ ਉਹ ਵੈਕਸੀਨੇਟਡ ਹੋਣੇ ਚਾਹੀਦੇ। ਜਿਹੜੀਆਂ 4 ਵੈਕਸੀਨੇਸ਼ਨਸ ਕੈਨੇਡਾ ਦੇ ਵਿੱਚ ਅਪਰੂਵ ਹੈਗੀਆਂ, ਜੇ ਉਹ ਹੈਗੇ ਨੇ ਤਾਂ ਠੀਕ ਹੈ, ਨਹੀਂ ਤਾਂ ਉਹਨਾਂ ਨੂੰ ਜਿਹੜਾ ਹੈ ਉਹ ਕੁਆਰੰਟੀਨ ਜਿਹੜਾ ਹੈਗਾ ਵਾ ਉਹ 15 ਦਿਨ ਕਰਨਾ ਹੀ ਪਊਗਾ। ਔਰ ਨਾਲ ਜਿਹੜਾ ਉਹਨਾਂ ਦੀ ਲਾਸਟ ਪੁਆਇੰਟ ਆਫ ਬੋਰਡਿੰਗ ਹੈਗੀ, ਜਿੱਥੋਂ ਅਖੀਰੀ ਜਹਾਜ਼ ਫੜਿਆ ਹੈਗਾ ਕੈਨੇਡਾ 'ਚ ਉਤਰਨ ਲਈ, ਉੱਥੇ ਜਿਹੜਾ ਉਹਨਾਂ ਦਾ PCR ਜਿਹੜਾ ਟੈਸਟ ਹੋਣਾ ਉਹ ਜ਼ਰੂਰੀ ਹੈ, ਤਾਂ ਕਿ ਅਸੀਂ ਮੇਕ ਸ਼ੋਰ ਕਰ ਸਕੀਏ ਕੈਨੇਡੀਅਨ ਲੋਕ ਸੇਫ ਨੇ। ਬਾਕੀ ਕੈਪੈਸਿਟੀ ਹੈਗੀ ਹੈ, ਕਿਉਂਕਿ ਦੇਖ ਰਹੇ ਹਾਂ ਇਨਫੈਕਟ ਏਅਰਲਾਈਨਸ ਵੀ ਇਸ ਵੇਲੇ ਹੋਰ ਸਾਰੀ ਟੂਰਿਜ਼ਮ ਇੰਡਸਟਰੀ ਵੀ ਚਾਹੁੰਦੀ ਆ ਕਿ ਲੋਕ ਆਉਣ, ਉਹਦੇ ਲਈ ਉਹਨਾਂ ਦੀ ਮੇਰੇ ਹਿਸਾਬ ਦੇ ਨਾਲ ਏਅਰਪੋਰਟਸ ਦੇ ਉੱਤੇ ਕੋਈ ਐਸਾ ਇਸ਼ੂ ਨਹੀਂ ਆ ਰਿਹਾ ਹਜੇ ਵੀ। ਮੇਰੇ ਹਿਸਾਬ ਨਾਲ ਫੁੱਲ ਤਿਆਰੀ ਜਿਹੜੀ ਹੈਗੀ ਆ ਉਹ ਹੈਗੀ, ਇਟਸ ਗੋਇੰ ਬੀ ਫਾਈਨ। ਸੋ ਹਜੇ ਜਿਹੜੇ ਡਾਇਰੈਕਟ ਰੂਟ ਹੈ, ਜਿਹੜੇ ਲੋਕ ਇੰਤਜ਼ਾਰ ਕਰਨੇ, ਉਹਦੇ ਲਈ ਹਜੇ ਵੀ ਇੰਤਜ਼ਾਰ ਕਰਨਾ ਹੀ ਪਏਗਾ, ਸਪੈਸ਼ਲੀ 21 ਸਤੰਬਰ ਤੱਕ ਤਾਂ ਜਿਹੜੀ ਪਾਬੰਦੀ ਹੈ ਉਹ ਹੈਗੀ ਹੈ, ਕਿਉਂਕਿ 21 ਸਤੰਬਰ ਤੱਕ ਪਾਬੰਦੀ ਲਾਈ ਗਈ ਆ। ਹੋਪਫੁਲੀ ਜਿਹੜਾ ਹੈਗਾ ਜਿਹੜਾ ਹੈਲਥ ਕੈਨੇਡਾ ਜਾਂ ਸਾਡੇ ਜਿਹੜੇ ਚੀਫ ਮੈਡੀਕਲ ਆਫੀਸਰ ਆ ਉਹ ਰਿਕਮੈਂਡੇਸ਼ਨ ਦੇਣਗੇ, ਤਾਂ ਜਿਹੜੀਆਂ ਡਾਇਰੈਕਟ ਫਲਾਈਟਸ ਹਿੰਦੁਸਤਾਨ ਤੋਂ ਜਾਂ ਇੰਡੀਆ ਤੋਂ ਨਹੀਂ ਆ ਰਹੀਆਂ, ਉਹ ਜਿਹੜੀਆਂ ਉਹ ਖੋਲ੍ਹੀਆਂ ਜਾਣਗੀਆਂ। ਜੀ ਬਿਲਕੁਲ। ਸੋ ਇਸ ਤੋਂ ਇਲਾਵਾ ਸੁਖ ਧਾਲੀਵਾਲ ਜੀ, ਇੱਕ ਹੋਰ ਗੱਲ ਜਾਣਨਾ ਚਾਹਾਂਗੇ। ਕਈ ਲੋਕ ਅਜਿਹੇ ਨੇ ਜਿਹੜੇ ਕਿ ਇੰਤਜ਼ਾਰ ਕਰ ਰਹੇ ਨੇ, ਕੈਟਾਗਰੀਜ਼ ਪੁੱਛੀਆਂ ਜਾ ਰਹੀਆਂ ਨੇ, ਕਹਿੰਦੇ ਇਸ ਤੋਂ ਪਹਿਲਾਂ ਸਟੂਡੈਂਟਸ ਲਈ ਅਨਾਊਂਸਮੈਂਟ ਕਰ ਦਿੱਤੀ ਗਈ ਸੀ, ਸਟੂਡੈਂਟ ਆ ਰਹੇ ਨੇ, ਇੰਟਰਨੈਸ਼ਨਲ ਲੈਵਲ ਦੇ ਉੱਤੇ ਯਾਤਰੀਆਂ ਲਈ ਕਰ ਦਿੱਤਾ ਗਿਆ ਸੀ, ਉਹ ਵੀ ਆ ਰਹੇ। ਕੁਝ PR ਵਾਲੇ ਇੱਦਾਂ ਦੇ ਨੇ, ਕਹਿੰਦੇ ਸਾਨੂੰ PR ਮਿਲੀ ਹੋਈ ਹੈ, ਬਟ ਸਾਨੂੰ ਅਥਾਰਟੀ ਸਾਨੂੰ ਈਮੇਲ ਹੀ ਨਹੀਂ ਆ ਰਹੀ ਵੀ ਅਸੀਂ ਜਿਹੜਾ ਟਰੈਵਲ ਕਰ ਸਕਦੇ ਹਾਂ, ਅਸੀਂ ਆ ਜਾਈਏ। ਉਹ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਨੇ, ਆਈ ਥਿੰਕ 3-4 ਮਹੀਨਿਆਂ ਦੇ ਉੱਤੋਂ ਉਹ ਇਦਾਂ ਹੀ ਬੈਠੇ ਹੋਏ ਨੇ। ਸੋ ਉਹਨਾਂ ਸੰਬੰਧੀ ਕੋਈ ਹੈ ਅਪਡੇਟ? ਦੇਖੋ, ਜਿਹੜਾ ਦਿੱਲੀ ਦੇ ਵਿੱਚ ਹਜੇ ਫੁੱਲੀ ਆਪਰੇਸ਼ਨਲ ਆਫਿਸ ਨਹੀਂ ਸੀਗਾ, ਲੱਗਦਾ ਕਿ ਉਹ ਸਪਟੈਂਬਰ ਦੇ ਐਂਡ ਤੱਕ ਫੁੱਲੀ ਆਪਰੇਸ਼ਨਲ ਜਿਹੜਾ ਹੈਗਾ ਉਹ ਆਫਿਸ ਹੋ ਜਾਏਗਾ। ਹੁਣ ਦੇਖੋ, ਇੱਕ ਪਾਸੇ 250 EMPLOYE ਹੋਇਆ, ਇੱਕ ਪਾਸੇ 2 EMPLOYE ਜਿਹੜੇ ਸਿਰਫ ਐਮਰਜੈਂਸੀ ਸਿਚੁਏਸ਼ਨਸ ਨੂੰ ਹੈਂਡਲ ਕਰਦੇ ਸੀਗੇ, ਔਰ ਉਹਦੇ ਵਿੱਚ ਜਿਹੜੇ COPR ਹੈਗੇ ਨੇ ਉਹ ਅਸੀਂ ਇਸ਼ੂ ਕਰ ਰਹੇ ਹਾਂ, ਠੀਕ ਹੈ ਨਾ। ਉਹ 'ਚ ਵੇਟ ਕਰਨ ਦੀ ਹੈ, ਤਕਰੀਬਨ 26-27 ਹਜ਼ਾਰ ਤਾਂ ਪਾਸਪੋਰਟ ਹੀ ਸੀਗਾ ਜਿਹੜਾ ਮੋੜਨ ਵਾਲਾ ਸੀ। ਹੁਣ ਮੈਂ ਦੇਖ ਰਿਹਾ, ਕਿਉਂਕਿ ਆਫਿਸ ਦੇ ਥਰੂ ਪਤਾ ਕੀਤਾ, ਤਾਂ ਪਾਸਪੋਰਟ ਰਿਕੁਐਸਟ ਜਿਹੜੀਆਂ ਨੇ ਉਹ ਜਿਨ੍ਹਾਂ ਦੀ ਤੁਸੀਂ ਕਹਿੰਦੇ ਹੋ COPR, ਜਿਹੜੀ PR ਮਿਲੀ ਹੋਈ ਆ, ਕਨਫਰਮੇਸ਼ਨ ਆਫ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ, ਪਰ ਉਹਨਾਂ ਨੂੰ ਉਹ ਜਿਹੜੀ ਟਰੈਵਲ ਕਰਨ ਦੀ, ਕਿਉਂਕਿ ਉਹ ਐਕਸਪਾਇਰ ਹੋ ਚੁੱਕੀ ਸੀਗੀ, ਉਹ ਹੁਣ ਜਿਹੜੀ ਹੈਗੀ ਅਸੀਂ ਇਸ਼ੂ ਜਿਹੜਾ ਉਹ ਕਰ ਰਹੇ ਹਾਂ, ਕੋਈ ਇਸ਼ੂ ਹੈ ਨਹੀਂ ਉਹਦੇ ਵਿੱਚ। ਓਕੇ। ਸੁਖ ਧਾਲੀਵਾਲ ਜੀ, ਫੇਸਬੁੱਕ ਦੇ ਉੱਤੇ ਇੱਕ ਮੇਰੇ ਨਾਲ ਜਿਹੜੇ ਜੁੜੇ ਨੇ ਆਪਣੇ ਦਰਸ਼ਕ, ਉਹਨਾਂ ਨੇ ਇੱਕ ਸਵਾਲ ਕੀਤਾ, ਕਹਿੰਦੇ ਓਪਨ ਦਾ ਐਕਸਪ੍ਰੈਸ ਐਂਟਰੀ ਵੇਟਿੰਗ ਪਰਸਨ ਫਰੋਮ ਪੰਜਾਬ ਵੈਰੀ ਲੌਂਗ ਟਾਈਮ। ਸੋ ਇਹਦੇ ਸੰਬੰਧੀ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਇਹ ਕਦੋਂ ਤੱਕ ਹੋ ਸਕਦਾ ਹੈ? ਦੇਖੋ, ਜਿਹੜੀ ਐਕਸਪ੍ਰੈਸ ਐਂਟਰੀ ਹੈਗੀ ਆ, ਜਿਹੜੇ ਪਿਛਲੇ ਡॉ ਅਸੀਂ ਕੱਢੇ ਹੈਗੇ ਆ, ਉਹ ਅਸੀਂ ਜਿਹੜੇ ਨੇ ਇਨ ਕੈਨੇਡਾ, ਕਿਉਂਕਿ ਇਸ ਵੇਲੇ ਜਿਹੜੀ ਹੈਗੀ ਆ ਕੋਵਿਡ ਦੀ ਸਿਚੁਏਸ਼ਨ ਕਰਕੇ ਅਨਸਰਟਨਟੀ ਬਹੁਤ ਹੈਗੀ ਆ, ਉਹਦੇ ਵਿੱਚ ਅਸੀਂ ਕੀ ਕੀਤਾ ਸੀ, ਪਹਿਲਾਂ ਮੇਰੇ ਖਿਆਲ 5 ਜਾਂ 6,000 ਦਾ ਡਰਾ ਜਿਹੜਾ ਸੀ ਉਹ ਵੀ ਇਨ ਕੈਨੇਡਾ ਐਕਸਪੀਰੀਅੰਸ ਵਾਲੇ ਕੀਤੇ, ਕਿਉਂਕਿ ਬਹੁਤ ਸਾਰੇ ਲੋਕ ਆਲਰੇਡੀ ਕੈਨੇਡਾ 'ਚ ਬੈਠੇ ਸੀ, ਉਹਨਾਂ ਨੂੰ ਵੀ ਆਪਰਚੁਨਿਟੀ ਦੇਣੀ ਚਾਹੁੰਦੇ ਆ ਕਿ ਪਹਿਲਾਂ ਤਾਂ ਉਹਨਾਂ ਦਾ ਅਸੀਂ ਸਾਡੇ ਲਈ ਉਹ ਜ਼ਰੂਰੀ ਆ, ਕਿਉਂਕਿ ਉਹ ਇੱਥੇ ਆਲਰੇਡੀ ਕੈਨੇਡਾ ਦੇ ਸਿਸਟਮ ਦੇ ਵਿੱਚ ਜਿਹੜੇ ਨੇ
ਉਹ ਜਾਣੂ ਹੋ ਚੁੱਕੇ ਆ, ਆਲਰੇਡੀ ਕੰਮ ਕਰ ਰਹੇ ਨੇ, ਐਕਸਪੀਰੀਅੰਸ ਉਹਨਾਂ ਨੇ ਗੇਨ ਕਰ ਲਿਆ, ਐਜੂਕੇਸ਼ਨ ਗੇਨ ਕਰ ਲਈ। ਸੋ ਉਹਦੇ ਵਿੱਚ ਕੀ ਹੈ, ਜਿਹੜੇ ਇਨ ਕੈਨੇਡਾ ਐਕਸਪੀਰੀਅੰਸ ਵਾਲੇ ਆ ਉਹ ਅਸੀਂ ਪਹਿਲਾਂ 6000 ਮੇਰੇ ਖਿਆਲ ਕੱਢੀ ਸੀਗੀ 5, ਫਿਰ ਅਸੀਂ 27232 ਐਪਲੀਕੇਸ਼ਨਾਂ ਲਈਆਂ 75 ਪੁਆਇੰਟ ਵਾਲੀਆਂ, ਉਸ ਤੋਂ ਬਾਅਦ ਫਿਰ 6000। ਸੋ ਉਹ ਜਿਹੜੀ ਐਕਸਪ੍ਰੈਸ ਐਂਟਰੀ ਹੈਗੀ ਆ ਉਹ ਸਿਰਫ ਤੇ ਸਿਰਫ ਅਸੀਂ ਇਸ ਵੇਲੇ ਸਾਡਾ ਫੋਕਸ ਸੀ ਆ, ਕਿਉਂਕਿ ਉਹ ਇੱਥੇ ਆਲਰੇਡੀ ਬੈਠੇ ਆ। ਜੇ ਤੁਸੀਂ ਉਹਨਾਂ ਨੂੰ PR, ਕਿਉਂਕਿ ਅਸੀਂ 1.2 ਮਿਲੀਅਨ ਜਿਹੜੇ ਨੇ ਇਮੀਗ੍ਰੈਂਟਸ ਲੈ ਕੇ ਆਉਣੇ ਓਵਰ ਦਾ ਨੈਕਸਟ 3 years, ਜਿਹਦੇ ਵਿੱਚ ਤਕਰੀਬਨ 4 ਲੱਖ ਪਰ ਈਅਰ ਆਉਂਦਾ। ਉਹਦੇ ਵਿੱਚ ਇਹੀ ਕਾਰਨ ਸੀਗਾ ਕਿ ਅਸੀਂ ਆਹ ਜਿਹੜੇ ਪਹਿਲਾਂ ਐਕਸਪ੍ਰੈਸ ਐਂਟਰੀ ਵਾਲੀਆਂ ਐਪਲੀਕੇਸ਼ਨਸ ਕੱਢੀਆਂ ਇਨ ਕੈਨੇਡਾ ਐਕਸਪੀਰੀਅੰਸ, ਫਿਰ ਉਸ ਤੋਂ ਬਾਅਦ 90,000 ਹੋਰ ਜਿਹੜੀਆਂ ਸੀਗੀਆਂ ਉਹ ਕੱਢੀਆਂ, ਜਿਹਦੇ ਵਿੱਚ ਸਟੂਡੈਂਟਸ, ਵਰਕ ਪਰਮਿਟ ਵਾਲੇ ਔਰ ਹੈਲਥ ਵਰਕਰ ਸੀ, ਉਹ ਪੱਕੇ ਕਰਨ ਦੇ। ਤੇ ਸਮੇਂ ਮੁਤਾਬਕ ਜਦੋਂ ਹੁਣ ਦੇਖੋ ਹਿੰਦੁਸਤਾਨ ਦੱਸਿਆ ਕਿ ਇਸ ਵੇਲੇ ਫੁੱਲੀ ਆਪਰੇਸ਼ਨਲ ਵੀ ਨਹੀਂ ਹੈਗਾ ਆਫਿਸ, ਤੇ ਜਦੋਂ ਫੁੱਲੀ ਆਪਰੇਸ਼ਨਲ ਹੋ ਜਾਂਦਾ ਹੈਗਾ ਤੇ ਹੋਪਫੁਲੀ ਜਿਹੜੀ ਐਕਸਪ੍ਰੈਸ ਐਂਟਰੀ ਜਿਹੜੀ ਓਵਰਆਲ ਜਿਹੜੀ ਇੰਟਰਨੈਸ਼ਨਲ ਹੈਗੀ ਆ ਉਹ ਵੀ ਖੁੱਲ ਜਾਏ। ਲੋਕ ਹੋਰ ਕਿਸੇ ਤਰ੍ਹਾਂ ਦੇ ਵੱਡੇ ਐਲਾਨ ਦੀ ਉਮੀਦ ਕਰ ਸਕਦੇ ਨੇ ਕਿ ਠੀਕ ਹੈ ਇੰਟਰਨੈਸ਼ਨਲ ਟਰੈਵਲ ਦਾ ਵੀ ਇੰਤਜ਼ਾਰ ਕੀਤਾ ਜਾ ਰਿਹਾ ਸੀ, ਪਰ ਕੁਝ ਹੋਰ ਸੋਚ ਵਿਚਾਰ ਚੱਲ ਰਿਹਾ ਕਿ ਕੋਈ ਹੋਰ ਵਧੀਆ ਤੇ ਵੱਡਾ ਐਲਾਨ ਉਹਨਾਂ ਲਈ ਹੋ ਸਕਦਾ? ਦੇਖੋ ਸਾਨੂੰ ਨਾ ਜਿਹੜੀ ਸਾਡੀ ਇਮੀਗ੍ਰੇਸ਼ਨ ਨੀਤੀ ਆ ਇਹ ਇਸ ਵੇਲੇ ਸੋਸ਼ਲ ਨੀਤੀ ਨਹੀਂ ਲੱਗਦਾ ਲੋਕਾਂ ਨੂੰ ਵੀ ਅਸੀਂ ਬਹੁਤ ਇਮੀਗ੍ਰੈਂਟ ਲੈ ਆਂਦੇ, ਪਰ ਨਹੀਂ, ਇਹ ਸਹੀ ਨਹੀਂ। ਕਿਉਂਕਿ ਇਸ ਵੇਲੇ ਤੁਸੀਂ ਜਾ ਕੇ ਦੇਖੋ, ਈਵਨ ਕੋਵਿਡ ਦੇ ਦੌਰਾਨ ਹੁਣ ਇਸ ਵੇਲੇ ਲਿਖਿਆ ਹੈ ਹੈਲਪ ਵਾਂਟਡ ਦੇ ਸਾਈਨ ਥਾਂ ਮਿਲਦੇ ਨੇ, ਔਰ ਖਾਸ ਕਰਕੇ ਛੋਟੇ ਸ਼ਹਿਰਾਂ ਦੇ ਵਿੱਚ, ਰਿਮੋਟ ਸ਼ਹਿਰਾਂ ਦੇ ਵਿੱਚ, ਇੱਥੇ ਪਰਟੀਕੂਲਰ ਜਿਹੜੇ ਸੈਗਮੈਂਟਸ ਹੈਗੇ ਨੇ ਬਿਜ਼ਨਸ ਦੇ, ਉਹਦੇ ਵਿੱਚ ਸ਼ਾਰਟੇਜ ਹੈਗੀ ਆ ਵਰਕਰਸ ਦੀ। ਉਹ ਪੂਰੀ ਕਿੱਥੋਂ ਹੋਣੀ ਆ? ਉਹ ਸਾਨੂੰ ਇਮੀਗ੍ਰੇਸ਼ਨ ਤਾਂ ਲੈ ਕੇ ਆਉਣੀ ਪੈਣੀ। ਪਹਿਲਾਂ ਜਦੋਂ ਐਲਾਨ ਕੀਤਾ ਸੀ 27232 ਤੁਹਾਨੂੰ ਦੱਸਿਆ ਐਪਲੀਕੇਸ਼ਨਾਂ ਕੱਢੀਆਂ ਸੀਗੀਆਂ ਜਿਹੜੀਆਂ ਇਨ ਹਾਊਸ 75 ਪੁਆਇੰਟ ਲੈ ਕੇ ਐਕਸਪ੍ਰੈਸ ਐਂਟਰੀ, ਉਦੋਂ ਵੀ ਇਹੀ ਪੁੱਛਦੇ ਵੀ ਕੀ ਅੱਗੇ ਕੋਈ ਹੋਰ ਐਲਾਨ ਹੋਊ। ਉਸ ਤੋਂ ਬਾਅਦ 90,000 ਹੋ ਗਈਆਂ, ਪਰ ਹੁਣ 20 ਤਰੀਕ ਨੂੰ ਦੇਖਦੇ ਹੈਗੇ ਕਿ ਲੋਕ ਕਿਹਨੂੰ ਮੌਕਾ ਦਿੰਦੇ ਹੈਗੇ। ਇਹ ਬਹੁਤ ਇੰਪੋਰਟੈਂਟ ਆ, ਕਿਉਂਕਿ ਜਦੋਂ ਕੰਜ਼ਰਵੇਟਿਵ ਪਾਰਟੀ ਨੂੰ ਅਸੀਂ ਦੇਖਿਆ, ਤੁਸੀਂ ਉਹਦੀਆਂ ਪਿਛਲੀਆਂ ਪਾਲਿਸੀ ਦੇਖੋ, ਰਿਗਰੈਸਿਵ ਪਾਲਿਸੀ ਲੈ ਕੇ ਆਏ, ਈਵਨ ਫੈਮਲੀਜ਼ ਨੂੰ ਨਹੀਂ ਗੈਟ ਟੂਗੈਦਰ ਕਰ ਦਿੰਦੇ, ਲੀਵ ਅਲੋਨ ਅਦਰ ਕੈਟਾਗਰੀਜ਼। ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ ਕਲਾਜ਼ ਜਿਹੜੀ ਆ, ਮੈਂ ਨਹੀਂ ਕਹਿੰਦਾ ਮੇਰੇ ਨਾਲ ਕਿਸੇ ਟਾਈਮ ਵੀ ਜਿਹੜਾ ਵਾ ਤੁਸੀਂ ਜਾ ਕੇ ਰੈਕਡ ਚੈੱਕ ਕਰ ਲਓ, 2 ਸਾਲ ਉਹਨਾਂ ਨੇ ਆਪਦੇ ਕਾਰਜਕਾਲ ਦੇ ਦੌਰਾਨ ਬੰਦ ਰੱਖੀ, ਔਰ ਜਦੋਂ ਖੋਲੀ ਵੀ ਸ਼ਹਿਰੀ ਉਹਦੇ ਵਿੱਚ ਕੀ ਸੀਗਾ 4000 ਐਪਲੀਕੇਸ਼ਨ ਲੈਂਦੇ ਸੀ। ਇਸ ਸਾਲ ਅਸੀਂ 30,000 ਐਪਲੀਕੇਸ਼ਨ ਲਈ ਹੈ। 30,000 ਐਪਲੀਕੇਸ਼ਨ 6 ਟਾਈਮਸ ਜ਼ਿਆਦਾ ਹੈਗੀ ਆ। ਕਾਹਦੇ ਲਈ? ਕਿ ਜਿਹੜੇ ਕੈਨੇਡੀਅਨ ਲੋਕ ਨੇ, ਇਹਨਾਂ ਦੇ ਮਾਪੇ ਜਿਹੜੇ ਨੇ ਉਹ ਇੱਥੇ ਜਿਹੜਾ ਵਾ ਉਹ ਆ ਸਕਣ। ਸੋ ਲੋਕ ਕੀ ਉਮੀਦ ਕਰਨ? ਤੁਸੀਂ ਕਿਹਾ 20 ਤਰੀਕ ਦਾ ਜਿਹੜਾ ਇੰਤਜ਼ਾਰ ਕਰੋ, 20 ਤਰੀਕ ਨੂੰ ਲੋਕ ਜਿਹੜਾ ਸਾਥ ਦੇਣ, ਲੋਕ ਸਪੋਰਟ ਕਰਦੇ ਨੇ। ਜੇ ਲਿਬਰਲ ਨੂੰ 20 ਤਰੀਕ ਨੂੰ ਫਤਵਾ ਜਿਹੜਾ ਤੁਹਾਡੇ ਹੱਕ ਦੇ ਵਿੱਚ ਚਲਾ ਜਾਂਦਾ, ਮੈਜੋਰਿਟੀ ਦੀ ਸਰਕਾਰ ਬਣ ਜਾਂਦੀ ਹੈ, ਤਾਂ ਫਿਰ ਲੋਕਾਂ ਵਾਸਤੇ ਕੀ ਹੋ ਸਕਦਾ ਹੈ? ਇਮੀਗ੍ਰੇਸ਼ਨ ਦੇ ਤੌਰ ਤੇ ਖਾਸ ਤੌਰ ਤੇ ਇਹ ਸਵਾਲ ਹੈ। ਦੇਖੋ ਇਮੀਗ੍ਰੇਸ਼ਨ ਦਾ ਅਸੀਂ ਦੱਸਿਆ ਹੈਗਾ, ਅਸੀਂ ਬੈਲੈਂਸਡ ਨੀਤੀ ਲੈ ਕੇ ਚੱਲਣਾ ਹੈਗਾ, ਜਿਹਦੇ ਵਿੱਚ ਅਸੀਂ ਮੇਕ ਸ਼ੋਰ ਕਰਨਾ ਕਿ ਫੈਮਿਲੀ ਜਿਹੜੀਆਂ ਨੇ ਉਹ ਛੇਤੀ ਤੋਂ ਛੇਤੀ ਯੂਨਾਈਟ ਹੋਣ, ਜਿਹਦੇ ਵਿੱਚ ਸਪਾਊਸਲ ਕੇਸ ਹੈਗੇ ਆ। ਅੱਗੇ 4-4 ਸਾਲ ਲੱਗ ਜਾਂਦੇ ਸੀ, ਕੰਜਰਟ ਦੇ 1 ਸਾਲ ਤੇ ਲੈ ਕੇ ਆਉਂਦਾ ਸੀ। ਮੇਕ ਸ਼ੋਰ ਕਰਾਂਗੇ ਉਸ ਸਮੇਂ ਨੂੰ ਬਰਕਰਾਰ ਰੱਖਿਆ ਜਾਵੇ। ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ ਆਲਰੇਡੀ ਜਿਹੜੀ ਸੂਚੀ ਹੈਗੀ ਆ ਵੇਟਿੰਗ ਲਿਸਟ, ਉਹ 30,000 ਐਪਲੀਕੇਸ਼ਨ ਲੈ ਕੇ ਘਟਾ ਰਹੇ ਹਾਂ। ਫਿਊਚਰ ਦੇ ਵਿੱਚ ਵੀ ਇਹੀ ਸਾਡੀ ਯਤਨ ਹੋਏਗਾ ਕਿ ਅਸੀਂ ਉਸ ਵਿਸ਼ੇ ਦੇ ਉੱਤੇ ਕੰਮ ਕਰਦੇ ਰਹੀਏ। ਫਿਰ ਜਿਹੜੇ ਵਰਕਰ 'ਚ ਪਰਟੀਕੂਲਰ ਫੀਲਡ ਦੇ ਵਿੱਚ ਸ਼ਾਰਟੇਜ ਹੈਗੀ, ਜ਼ਰੂਰੀ ਨਹੀਂ ਵੀ ਇਸ ਵੇਲੇ ਸਾਨੂੰ ਡਾਕਟਰ, ਇੰਜੀਨੀਅਰ, ਲਾਇਰਸ, ਅਕਾਊਂਟੈਂਟ ਹੀ ਚਾਹੀਦੇ ਹੈਗੇ। ਸਾਨੂੰ ਜਿਹੜੇ ਨੇ ਮਿਡ ਐਂਡ ਲੋ ਸਕਿੱਲ ਵਰਕਰ ਜਿਹੜੇ ਨੇ ਉਹਨਾਂ ਦੀ ਲੋੜ ਹੈਗੀ ਆ, ਠੀਕ ਹੈ ਨਾ। ਉਹਨੂੰ ਪੂਰਾ ਕਰਨ ਵਾਸਤੇ ਜਿਹੜੀਆਂ ਨੇ ਪਾਲਿਸੀਜ਼, ਉਹੀ ਜਿਹੀਆਂ ਪਾਲਿਸੀ ਸ਼ੇਪ ਕਰਾਂਗੇ ਮੇਰੇ ਹਿਸਾਬ ਨਾਲ, ਔਰ ਉਹਦੇ ਲਈ ਮੈਂ ਐਡਵੋਕੇਸੀ ਕਰੂੰਗਾ ਤੇ ਲੈਟ ਵੀ ਸੀ ਹਾਊ ਥਿੰਗਸ ਗੋ। ਮੇਰੇ ਹਿਸਾਬ ਨਾਲ ਪੋਜ਼ਿਟਿਵ ਹੀ ਰਹੂਗਾ ਜੀ। ਸੋ ਇੱਥੇ ਹੋਰ ਫੇਸਬੁੱਕ ਵਾਲੇ ਕੁਝ ਲੋਕ ਸਵਾਲ ਕਰ ਰਹੇ ਨੇ। ਤਾਲੀਵਾਲ ਜੀ ਕਹਿੰਦੇ ਨੇ ਐਨੀ ਨਿਊਜ਼ ਫॉर ਟੂਰਿਸਟ ਫॉर ਕੈਨੇਡਾ। ਐਂਡ ਨਰੇਸ਼ ਬੱਧਨ ਇੱਥੇ ਪੁੱਛ ਰਹੇ ਨੇ, ਸਰ ਮੇਰੇ ਕੋਲ ਵਿਜ਼ਟਰ ਵੀਜ਼ਾ ਹੈ, ਫੁੱਲੀ ਵੈਕਸੀਨੇਟਡ ਹਾਂ, ਮੈਂ ਕੈਨੇਡਾ ਆ ਸਕਦਾ ਹਾਂ? ਕਿਉਂਕਿ ਹੁਣ ਜਿਹੜੇ ਨਵੇਂ ਰੈਗੂਲੇਸ਼ਨ ਜਿਹੜਾ ਹੈਗਾ ਉਹ ਚੱਕਿਆ ਗਿਆ, ਉਹਦੇ ਮੁਤਾਬਕ ਜਿਹੜਾ ਹੈਗਾ ਉਹ ਆ ਸਕਦੇ ਨੇ, ਐਜ਼ ਲੌਂਗ ਐਜ਼ ਉਹਨਾਂ ਕੋਲ ਜਿਹੜਾ ਹੈ ਉਹ, ਕਿਉਂਕਿ ਡਾਇਰੈਕਟ ਐਕਸੈਸ ਨਹੀਂ ਹੈ, ਉਹਨਾਂ ਨੂੰ ਦੂਜੀ ਕੰਟਰੀ ਦੇ ਵਿੱਚੋਂ ਦੀ ਹੋ ਕੇ ਆਉਣਾ ਪਊਗਾ। ਉਹ ਮੇਕ ਸ਼ੋਰ ਕਰਨਾ ਪਊ ਵੀ ਜਿਹੜੀ ਕੰਟਰੀ ਦੇ ਵਿੱਚੋਂ ਦੀ ਆਉਂਦੇ ਹੈਗੇ ਉੱਥੋਂ ਦੀ ਉਹਨਾਂ ਨੂੰ ਅਲਾਉਡ ਹੈਗਾ ਕਿ ਉਹ ਇੱਥੇ ਆ ਸਕਦੇ ਆ ਜਾਂ ਨਹੀਂ ਆ ਸਕਦੇ। ਠੀਕ ਹੈ। ਸੋ ਹੋਰ ਵੀ ਜਿਨ੍ਹਾਂ ਦੇ ਸਵਾਲ ਹੈ ਉਹ ਫੇਸਬੁੱਕ ਤੇ ਵੀ ਲਿਖ ਸਕਦੇ ਨੇ, ਹੋਰ ਪਲੇਟਫਾਰਮ ਦੇ ਉੱਤੇ ਕਾਲ ਕਰਨਾ ਚਾਹੁੰਦੇ ਹੋ ਕਾਲ ਕਰਕੇ ਵੀ ਆਪਣੇ ਸਵਾਲ ਜਿਹੜੇ ਆ ਪੁੱਛ ਸਕਦੇ ਨੇ। ਅਸੀਂ ਨਾਲ ਜਿਹੜਾ ਤੁਹਾਡਾ ਸਵਾਲ ਲਵਾਂਗੇ ਔਰ ਉਹਦਾ ਜਵਾਬ ਵੀ ਜ਼ਰੂਰ ਤੁਹਾਨੂੰ ਮਿਲੇਗਾ। ਸੁਖ ਧਾਲੀਵਾਲ ਜੀ, ਇਸ ਤੋਂ ਇਲਾਵਾ ਵੱਡੀ ਦੂਜੀ ਅਨਾਊਂਸਮੈਂਟ ਦੀ ਅਸੀਂ ਗੱਲ ਕਰ ਲਈ ਅੱਜ ਤੋਂ, ਸਪੈਸ਼ਲੀ ਜਿਸ ਤਰੀਕੇ ਨਾਲ ਪਾਸਪੋਰਟ ਜਿਹੜਾ ਕਿਹਾ ਜਾ ਰਿਹਾ ਸੀ, ਵੈਕਸੀਨ ਪਾਸਪੋਰਟ, ਉਹਦੇ ਸੰਬੰਧੀ ਅੱਜ ਹਦਾਇਤਾਂ ਜਿਹੜੀਆਂ ਕੋਈ ਅਨਾਊਂਸ ਹੋਣ ਵਾਲੀਆਂ ਨੇ, ਜੌਨ ਹੌਰਗਨ ਹੋਣੀ ਐਲਾਨ ਕਰਨ ਵਾਲੇ ਨੇ।
ਉਸ ਵੈਕਸੀਨ ਪਾਸਪੋਰਟ ਨੂੰ ਲੈ ਕੇ ਵੀ ਕਈ ਕਾਰੋਬਾਰੀ ਇਦਾਂ ਦੇ ਨੇ, ਉਹ ਵੱਖਰੀ ਟੈਨਸ਼ਨ ਲੈ ਰਹੇ ਨੇ। ਲੋਕ ਇੱਥੋਂ ਤੱਕ ਉਤਰੇ, ਅਸੀਂ ਵੀ ਪ੍ਰੋਟੈਸਟ ਕਰਨ ਤੇ ਆ ਗਏ ਸੀਗੇ। ਹੁਣ ਇਹਦੇ ਨਾਲ ਕੀ ਨੁਕਸਾਨ ਹੋਏਗਾ, ਕੀ ਫਾਇਦਾ ਹੋਏਗਾ, ਔਰ ਕੀ ਲੱਗਦਾ ਹੈ ਵੀ ਕਿਤੇ ਨਾ ਕਿਤੇ ਇਹ ਜਿਹੜਾ ਵਿਕਲਪ ਹੈ ਇਹ ਲੋਕਡਾਊਨ ਤੋਂ ਬਚਾਉਣ ਦੀ ਲਈ ਕਾਰਗਰ ਮੰਨਿਆ ਜਾ ਰਿਹਾ? ਦੇਖੋ, ਆਪਾਂ ਸਭ ਨੂੰ ਪਤਾ, ਔਰ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਇਹ ਪਤਾ ਕਿ ਅਸੀਂ ਕਿੰਨੇ ਔਖੇ ਸਮੇਂ ਦੇ ਵਿੱਚੋਂ ਦੀ ਨਿਕਲੇ ਹੈਗੇ ਹਾਂ, ਠੀਕ ਹੈ ਨਹੀਂ। ਹੁਣ ਅਸੀਂ ਇਸ ਚੀਜ਼ ਨੂੰ ਜਿਹੜਾ ਹੈਗਾ ਕੈਨੇਡਾ ਕੋਵਿਡ ਦੀ ਸਿਚੁਏਸ਼ਨ ਨੂੰ ਨਜਿੱਠਣ ਲਈ ਜਿਹੜਾ ਹੈਗਾ ਉਹ ਲੀਡਰ ਉੱਭਰ ਕੇ ਆਇਆ। ਅੱਗੇ ਜਿਹੜਾ ਸਾਡਾ ਪਹਿਲਾ ਪਿਲਰ ਵੀ ਆ ਜਿਹੜਾ ਪਲੇਟਫਾਰਮ ਦਾ, ਉਹ ਇਹ ਹੈਗਾ ਅਸੀਂ ਇਹ ਫਾਈਟ ਕਰਨਾ ਕੋਵਿਡ-19 ਦੇ ਨਾਲ। ਉਹਦੇ ਵਿੱਚ ਅਸੀਂ ਕੀ ਕੀਤਾ ਕਿ ਦੇਖੋ, ਜਿਹੜੀਆਂ ਵੈਕਸੀਨੇਸ਼ਨਸ ਨੇ ਇਹ ਲਾਈਵ ਸੇਵ ਕਰਦੀਆਂ। ਇਹ ਤਾਂ ਹੁਣ ਦੱਸ ਰਹੇ ਆ ਨਾ ਵੀ ਜਦੋਂ ਵੈਕਸੀਨੇਸ਼ਨਸ ਲਾਈਵ ਸੇਵ ਕਰਦੀਆਂ ਨੇ, ਜ਼ਿੰਦਗੀ ਨੂੰ ਸੇਵ ਕਰਦੀਆਂ, ਬਚਾਉਂਦੀਆਂ ਨੇ, ਤਾਂ ਸਾਨੂੰ ਚਾਹੀਦਾ ਕਿ ਅਸੀਂ ਸਾਰੇ ਵੈਕਸੀਨੇਸ਼ਨ ਜਿਹੜੀ ਆ ਉਹ ਲਵਾਈਏ। ਜੇ ਵੈਕਸੀਨੇਸ਼ਨ ਲੱਗ ਗਈ ਉਹਦਾ ਪ੍ਰੂਫ ਵੀ, ਕਿਉਂਕਿ ਦੇਖੋ ਅਸੀਂ ਪ੍ਰੋਟੈਕਟ ਕਰਨਾ ਕੈਨੇਡੀਅਨਸ ਨੂੰ, ਜਿਹੜੇ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰਨਾ ਜਿਹੜੇ 85% ਲੋਕ ਜਿਹੜੇ ਨੇ, ਮੋਰ ਦੈਨ 77% ਇਸ ਵੇਲੇ ਫੁੱਲੀ ਵੈਕਸੀਨੇਟਡ ਨੇ, ਓਵਰ 85 ਜਿਹੜੇ ਸਿੰਗਲ ਵੈਕਸੀਨੇਸ਼ਨ, ਉਹਨਾਂ ਨੂੰ ਅਸੀਂ, ਕਿਉਂਕਿ ਉਹ ਜਿਹੜੇ ਨੇ ਉਹਨਾਂ ਦਾ ਵੀ ਅਸੀਂ ਖਿਆਲ ਰੱਖਣਾ। ਜਿਨ੍ਹਾਂ ਨੇ ਨਹੀਂ ਲਵਾਈ ਉਹਨਾਂ ਨੂੰ ਚਾਹੀਦਾ ਕਿ ਉਹ ਵੈਕਸੀਨੇਸ਼ਨ ਪਹਿਲਾਂ ਜ਼ਰੂਰ ਲਵਾਉਣ। ਔਰ ਦੂਸਰਾ ਹੈ, ਅਸੀਂ $1 ਬਿਲੀਅਨ ਜਿਹੜੇ ਨੇ ਉਹ ਸੂਬਿਆਂ ਨੂੰ ਦੇਣੇ। ਅਸੀਂ ਨਹੀਂ ਇਹਨੂੰ ਕਰਨਾ ਐਡਮਿਨਿਸਟਰ, ਪਰ ਅਸੀਂ ਸੂਬਿਆਂ ਦੀ ਮਦਦ ਕਰਨੀ ਵੀ ਜਿਸ ਤਰੀਕੇ ਦਾ ਸਿਸਟਮ ਹੋ, ਚਾਹੇ ਪਾਸਪੋਰਟ ਲੈ ਕੇ ਆਉਣਾ ਚਾਹੁੰਦੇ, ਚਾਹੇ ਕੋਈ ਕਾਰਡ ਲੈ ਕੇ ਆਉਣਾ ਚਾਹੁੰਦੇ, ਜਿਹੜਾ ਵੀ ਉਹ ਸਿਸਟਮ ਲੈ ਕੇ ਆਉਣਾ ਚਾਹੁੰਦੇ, ਅਸੀਂ ਉਹਨਾਂ ਦੀ ਫੁੱਲੀ ਸਪੋਰਟ ਕਰਨੀ। ਕੱਲ ਇੱਥੇ ਨਹੀਂ ਮੁੱਕਦੀ, ਇਨਫੈਕਟ ਜਿਹੜੀ ਕੋਵਿਡ-19 ਦੇ ਇਫੈਕਟ ਹੈਗੇ ਆ ਉਹਨਾਂ ਲਈ ਵੀ ਅਸੀਂ ਰਿਸੋਰਸਿਸ ਪਾਉਣੇ ਕਿ ਆਫਟਰ ਮਾਥ ਉਹਦੇ ਕੀ ਇਫੈਕਟਸ ਹੈਗੇ ਤੇ ਲੋਕਾਂ ਨੂੰ ਕਿਸ ਤਰੀਕੇ ਨਾਲ ਸੇਫ ਰੱਖਿਆ ਜਾ ਸਕਦਾ। ਬਿਲਕੁਲ। ਸੋ ਕਾਲਰ ਨਾਲ ਜੁੜ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ? ਸੋ ਜਿਹੜੇ ਕਾਲਰ ਕਾਲ ਕਰ ਰਹੇ ਸੀ ਉਹ ਪਲੀਜ਼ ਦੁਬਾਰਾ ਕਾਲ ਕਰ ਸਕਦੇ ਆ, ਕਿਉਂਕਿ ਤੁਹਾਡੀ ਆਵਾਜ਼ ਮੇਰੇ ਤੱਕ ਪਹੁੰਚ ਨਹੀਂ ਰਹੀ ਹੈ। ਸੁਖਤਾਲੀਵਾਲ ਜੀ, ਕੋਵਿਡ ਦੇ ਉੱਤੇ ਮੈਨੂੰ ਆਇਆ ਸੀ, ਉਹ ਵਿਸਰ ਗਿਆ ਵੀ ਕੋਵਿਡ ਵੈਕਸੀਨੇਸ਼ਨ ਜਿਹੜੀ ਆ। ਹਾਂ, ਦੂਸਰਾ ਅਸੀਂ ਬੂਸਟਰ ਸ਼ਾਟਸ ਜਿਹੜੇ, ਹਾਂਜੀ, ਕਿਉਂਕਿ ਉਹਨਾਂ ਦਾ ਵੀ ਇੰਤਜ਼ਾਮ ਜਿਹੜਾ ਹੈਗਾ ਫਿਊਚਰ ਦੇ ਵਿੱਚ ਕਰ ਰਹੇ ਹਾਂ, ਤਾਂ ਕਿ ਜੇ ਲੋੜ ਹੈਗੀ ਆ ਕਿਸੇ ਵੈਕਸੀਨੇਸ਼ਨ ਦੇ ਵਿੱਚ ਬੂਸਟਰ ਸ਼ਾਟਸ, ਉਹ ਵੀ ਜਿਹੜੇ ਨੇ ਕੈਨੇਡੀਅਨਸ ਨੂੰ ਜਿਹੜੇ ਨੇ ਮੁਫਤ ਜਿਹੜੇ ਨੇ ਉਹ ਪ੍ਰੋਵਾਈਡ ਕੀਤੇ ਜਾਣਗੇ। ਓਕੇ। ਸੁਖਤਾਲੀਵਾਲ ਜੀ, ਇੱਥੇ ਭਾਈ ਗੁਰਲਾਲ ਸਿੰਘ ਕਥਾਵਾਚਕ ਨੇ ਸਵਾਲ ਕੀਤਾ, ਕਹਿੰਦੇ ਧਾਲੀਵਾਲ ਜੀ ਇਹ ਦੱਸੋ, ਧਾਰਮਿਕ ਖੇਤਰ ਦੇ ਲੋਕ ਸਪਾਂਸਰ ਵੀਜ਼ਾ ਲੈ ਕੇ ਆ ਸਕਦੇ ਨੇ ਜਾਂ ਨਹੀਂ? ਅਜੇ ਉਹਨਾਂ ਲਈ ਵੀ ਕੋਈ ਪਾਲਿਸੀ ਹੈ ਸਰਕਾਰ ਦੀ? ਦੇਖੋ, ਜਿਹੜੇ ਧਾਰਮਿਕ ਸੰਸਥਾਵਾਂ ਨੇ ਉਹ ਕਿਉਂਕਿ ਬੰਦ ਰਹੀਆਂ ਪਿੱਛੇ ਕੋਵਿਡ ਦੇ ਦੌਰਾਨ, ਉਸ ਕਰਕੇ ਜਿਹੜਾ ਸੀਗਾ ਇਹ ਸੀਗਾ ਬਈ ਤਕਰੀਬਨ ਜਿਹੜੇ ਸੀਗੇ, ਚਾਹੇ ਉਹ ਮੰਦਰ ਦੇ ਪੁਜਾਰੀ ਸੀ, ਚਾਹੇ ਉਹ ਮਸਜਿਦ ਦੇ ਜਿਹੜੇ ਸੀਗੇ ਉਸ, ਔਰ ਜਾਂ ਸਾਡੇ ਜਿਹੜੇ ਗੁਰਦੁਆਰੇ ਦੇ ਗ੍ਰੰਥੀ ਜਾਂ ਕੀਰਤਨੀ ਸੀਗੇ, ਉਹਨਾਂ ਤੇ ਜਿਹੜੀ ਉਹ ਪ੍ਰੋਸੈਸ ਨਹੀਂ ਸੀ ਹੋ ਰਿਹਾ, ਕਿਉਂਕਿ ਉਸ ਵੇਲੇ ਸੋਚਿਆ ਸੀ ਕਿ ਲੋੜ ਨਹੀਂ। ਦੂਸਰਾ ਜਿਹੜਾ ਸੀਗਾ, ਇਸ ਵੇਲੇ ਉੱਥੇ ਸਟਾਫ ਨਹੀਂ ਸੀ ਇੰਨਾ, ਜਿਸ ਤਰ੍ਹਾਂ ਮੈਂ ਫੇਰ ਦੱਸਾਂ, ਕਿਉਂਕਿ ਜਦੋਂ 2 ਹੀ ਆਫੀਸਰ ਹੋਣ, ਇੱਕ ਪਾਸੇ 250 ਦੀ ਕੈਪੈਸਿਟੀ, ਉਹ ਜਦੋਂ ਫੁੱਲੀ ਕੈਪੈਸਿਟੀ ਹੋਏਗੀ ਤਾਂ ਉਹ ਤਾਂ ਅਸੀਂ ਬਰਕਰਾਰ ਕਰਨਾ ਹੀ ਕਰਨਾ, ਕਿਉਂਕਿ ਉਹ ਜ਼ਰੂਰੀ ਹੈਗਾ, ਰਾਈਟ। ਜੇਕਰ ਇੱਥੇ ਆਉਣਾ ਹੈਗਾ ਉਹਦੇ ਲਈ ਇਹ ਅਸੀਂ ਜਿਹੜਾ ਹੈਗਾ ਖੋਲਾਂਗੇ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੀ ਆਵਾਜ਼ ਪਹੁੰਚ ਰਹੀ ਹੈ ਜੀ ਤੁਹਾਡੇ ਤੱਕ? ਸਤਿ ਸ਼੍ਰੀ ਅਕਾਲ ਜੀ, ਬਰਾੜ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ ਜੀ? ਓਕੇ। ਸੋ ਕਾਲਰ ਦੀ ਆਵਾਜ਼ ਜਿਹੜੀ ਹੈ ਉਹ ਮੇਰੇ ਤੱਕ ਨਹੀਂ ਪਹੁੰਚ ਰਹੀ। ਆਈ ਥਿੰਕ ਕੋਈ ਟੈਕਨੀਕਲ ਇਸ਼ੂ ਆ ਰਿਹਾ ਜਿਹਦੇ ਕਰਕੇ ਤੁਹਾਡੀ ਆਵਾਜ਼ ਮੇਰੇ ਤੱਕ ਨਹੀਂ ਪਹੁੰਚ ਪਾ ਰਹੀ। ਕੋਸ਼ਿਸ਼ ਕਰਾਂਗੇ ਇਹਨੂੰ ਸੋਲਵ ਕਰ ਲਈਏ, ਤੁਹਾਡੀਆਂ ਕਾਲਸ ਨਾਲ ਦੀ ਨਾਲ ਅਸੀਂ ਅਟੈਂਡ ਕਰ ਪਾਈਏ। ਸੁਖਤਾਲੀਵਾਲ ਜੀ, ਅਸੀਂ ਗੱਲ ਕਰ ਰਹੇ ਸੀ, ਤੁਸੀਂ ਫੰਡ ਦੀ ਵੀ ਗੱਲ ਕੀਤੀ ਵੀ ਜਿਹੜੇ ਤੁਹਾਡੇ ਵੱਲੋਂ ਹੈ ਵੈਕਸੀਨ ਪਾਸਪੋਰਟ ਲਈ ਬਕਾਇਦਾ ਫੰਡ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ। $1 ਬਿਲੀਅਨ ਜਿਹੜਾ ਸੂਬਿਆਂ ਨੂੰ ਦੇ ਦੇਣਾ, ਸੂਬੇ ਜਿਹੜੇ ਨੇ ਉਹ ਐਡਮਿਨਿਸਟਰ ਕਰਨਗੇ ਵੀ ਉਹਨਾਂ ਨੇ ਕਿਸ ਤਰੀਕੇ ਨਾਲ। ਔਰ ਇਹ ਪਿਛਲੇ ਸਮੇਂ 'ਚ ਦੇਖਿਆ, ਚਾਹੇ ਇੱਥੇ NDP ਦੀ ਸਰਕਾਰ ਹੈਗੀ ਸੂਬੇ ਦੇ ਵਿੱਚ, ਔਰ ਫੈਡਰਲੀ ਸਾਡੇ ਲਿਬਰਲ ਸਰਕਾਰ ਹੋਣ ਦੇ, ਪਰ ਜਦੋਂ ਵੀ ਕੋਈ ਸਾਰਥਕ ਇਸ਼ੂ ਨੂੰ ਰਿਜ਼ੋਲਵ ਕਰਨ ਦੀ ਜਾਂ ਇੰਪਲੀਮੈਂਟ ਕਰਨ ਦੀ ਗੱਲ ਆਈ, ਉੱਥੇ ਦੋਨਾਂ ਨੇ ਜਿਹੜਾ ਵਾ ਗਵਰਨਮੈਂਟਸ ਨੇ ਬੜਾ ਵਧੀਆ, ਹੁਣ ਈਵਨ $10 ਡੇ ਕੇਅਰ ਜਦੋਂ ਆਪਾਂ ਕਰਨਾ ਸੀ ਤਾਂ ਪਹਿਲਾ ਸੂਬਾ ਜਿਹੜਾ ਸੀਗਾ ਉਹ ਐਗਰੀਮੈਂਟ ਤੇ ਸਾਈਨ ਕਰਨ ਵਾਲਾ ਉਹ ਬ੍ਰਿਟਿਸ਼ ਕੋਲੰਬੀਆ ਸੀ, ਠੀਕ ਹੈ ਨਾ। ਇੰਨੀ ਇਨਫਰਾਸਟ੍ਰਕਚਰ ਮਨੀ ਜਿਹੜੀ ਆਈ ਉਹਦੇ ਵਿੱਚ ਜਿਹੜਾ ਭਾਈਵਾਲ ਬਣਨਾ, ਜੇ 40% ਫੈਡਰਲ ਗਵਰਨਮੈਂਟ ਨੇ ਪਾਈ, 40% ਸੂਬੇ ਨੇ, ਤਾਂ ਵੀ ਜਿਹੜਾ ਵਾ BC ਦੇ ਵਿੱਚ ਪ੍ਰੀਮੀਅਰ ਹਾਰਗਨ ਨੇ ਜਿਹੜਾ ਹੈ
ਉਹ ਅਸੀਂ ਰਲ ਕੇ ਇਹ ਦੋ ਸਰਕਾਰ ਇੱਕ ਇਹ ਡੈਮੋਕ੍ਰੇਸੀ ਦੀ ਜਿਹੜੀ ਆ ਇੱਕ ਵਧੀਆ ਮਿਸਾਲ ਹੈਗੀ ਵੀ ਸਾਡੀ ਪੋਲੀਟੀਕਲ ਜਿਹੜੀ ਹੈਗੀ ਹੈ ਸੋਚ ਕਈ 1 2 4 ਇਸ਼ੂਜ਼ ਤੇ ਡਿਫਰੈਂਟ ਹੋ ਸਕਦੀ, ਪਰ ਜਦੋਂ ਬ੍ਰਿਟਿਸ਼ ਕੋਲੰਬੀਅਨ ਦੀ ਗੱਲ ਆਉਂਦੀ ਹੈਗੀ ਆ ਉੱਥੇ ਜਿਹੜਾ ਹੈਗਾ ਅਸੀਂ ਪੂਰਾ ਜਿਹੜਾ ਐਜ ਏ ਫੈਡਰਲ ਸਰਕਾਰ ਉਹ ਸਾਥ ਦਿੱਤਾ। ਔਰ ਇਸੇ ਤਰ੍ਹਾਂ ਜਿਹੜੇ ਅਦਰ ਸੂਬੇ ਹੈਗੇ ਆ ਉਹਨਾਂ ਦੇ ਵਿੱਚ ਵੀ ਜਿਹੜੇ ਪ੍ਰੀਮੀਅਰਸ ਦੇ ਨਾਲ ਮਿਲ ਕੇ ਇਹ ਡਿਸੀਜਨ ਜਿਹੜੇ ਆ ਉਹ ਮੇਕ ਕੀਤੇ ਜਾਣ। ਜੀ ਸਤਿ ਸ਼੍ਰੀ ਅਕਾਲ ਟੀਰੋ ਜੀ, ਮੇਰੀ ਆਵਾਜ਼ ਆ ਰਹੀ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਕੋਈ ਇਸ਼ੂ ਲੱਗਦਾ ਹੈ? ਬਿਲਕੁਲ, ਸੋ ਕਾਲਰ ਦੀ ਆਵਾਜ਼ ਮੇਰੇ ਤੱਕ ਨਹੀਂ ਪਹੁੰਚ ਪਾ ਰਹੀ ਜੀ, ਸੋ ਆਪਾਂ ਵੈਸੇ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਸਾਰੀ ਡਿਟੇਲ ਦੇ ਸਕੀਏ। ਆਈ ਡੋਂਟ ਨੋ ਕਿ ਕੀ ਇਸ਼ੂ ਆ ਰਿਹਾ, ਪਰ ਕੋਸ਼ਿਸ਼ ਕਰਦੇ ਆ ਜੇ ਸੋਲਵ ਹੋ ਗਿਆ ਤਾਂ ਕਾਲ ਨਾਲ ਦੀ ਨਾਲ ਅਟੈਂਡ ਕਰਾਂਗੇ। ਸੋ ਧਾਲੀਵਾਲ ਜੀ, ਹੁਣ ਜਦੋਂ ਫੰਡ ਜੇ ਬੇਸ਼ੱਕ ਤੁਹਾਡੇ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਨੇ, ਕੁਝ ਬਿਜ਼ਨਸ ਵਾਲੇ ਲੋਕ ਇੱਦਾਂ ਦੇ ਨੇ, ਕਾਰੋਬਾਰੀ, ਜਿਹੜੇ ਕਿ ਇਸ ਵੈਕਸੀਨ ਪਾਸਪੋਰਟ ਤੋਂ ਡਰ ਰਹੇ ਨੇ, ਕਹਿੰਦੇ ਸਾਨੂੰ ਕੋਈ ਨੁਕਸਾਨ ਹੋ ਜਾਊਗਾ। ਉਹਨੂੰ ਨੁਕਸਾਨ ਨਫੇ ਨੁਕਸਾਨ ਦੀ ਜਦੋਂ ਗੱਲ ਆਉਂਦੀ ਹੈ, ਬੇਸ਼ੱਕ ਮਸਲਾ ਪ੍ਰੋਵਿੰਸ ਦਾ ਹੈਗਾ, ਬੇਸ਼ੱਕ BC ਸਰਕਾਰ ਉਹਨੂੰ ਹੈਂਡਲ ਕਰੇਗੀ, ਬਟ ਤੁਹਾਡੀ ਉਹਦੇ ਵਿੱਚ ਕੋਈ ਇੰਟਰਫੇਰੈਂਸ ਇੱਦਾਂ ਦੀ ਹੋ ਸਕਦੀ ਹੈ ਵੀ ਜੋ ਲੋਕ ਸੜਕਾਂ ਦੇ ਉੱਤਰ ਆਏ ਨੇ, ਸੋ ਲੈਵਲ ਤੱਕ ਜਾ ਕੇ ਪ੍ਰੋਟੈਸਟ ਕਰ ਰਹੇ ਨੇ, ਸੋ ਤੁਸੀਂ ਉਹਦੇ 'ਚ ਕੁਝ ਕਰ ਸਕਦੇ ਹੋ? ਦੇਖੋ, ਜਿਹੜੀ ਬਿਲਕੁਲ ਇਹਦੇ ਤੇ ਜਿਹੜਾ ਅਸੀਂ ਸਾਡੀ ਇੰਟਰਫੀਰੈਂਸ ਨਹੀਂ ਜੀ, ਕਿਉਂਕਿ ਅਸੀਂ ਫੈਸਿਲੀਟੇਟ ਕਰਨਾ ਸੂਬਿਆਂ ਦੇ ਨਾਲ ਰਲ ਕੇ ਜੀ, ਉਹਨਾਂ ਨੂੰ ਅਸੀਂ ਰਿਸੋਰਸਿਸ ਪ੍ਰੋਵਾਈਡ ਕੀਤੇ। ਹਰ ਇੱਕ ਸੂਬੇ ਨੇ ਆਪੋ ਆਪਣੇ ਡਿਸੀਜਨ ਲੈਣੇ ਆ, ਜਿਸ ਤਰੀਕੇ ਦਾ ਉਹ ਡਿਸੀਜਨ ਲੈਂਦੇ ਆ ਅਸੀਂ ਉਹ ਤੇ ਫੁੱਲ ਚੜਾਵਾਂਗੇ। ਕਿਉਂਕਿ ਇੱਕ ਚੀਜ਼ ਦੇਖੀ ਹੈ ਜੇ ਪਿਛਲੀ ਗਵਰਨਮੈਂਟ ਦੀ, ਜਦੋਂ ਕੰਜ਼ਰਵੇਟਿਵ ਸੀ ਨਾ ਜਾਂ ਪ੍ਰਾਈਮ ਮਿਨਿਸਟਰ ਹਾਰਪਰ ਸੀ, ਉਹ ਕੀ ਕਰਦੇ ਸੀ, ਇੱਕ ਸੂਬੇ ਨੂੰ ਦੂਜੇ ਸੂਬੇ ਨਾਲ ਪੜ੍ਹਾਈ ਜਾਂਦੇ ਸੀ, ਇੱਕ ਕਮਿਊਨਿਟੀ ਨੂੰ ਦੂਜੀ ਕਮਿਊਨਿਟੀ ਨਾਲ ਪੜ੍ਹਾਈ, ਇੱਕ ਮਿਊਨਿਸਪੈਲਿਟੀ ਨੂੰ ਦੂਜੀ ਮਿਊਨਿਸਪੈਲਿਟੀ ਨਾਲ। ਜਦੋਂ ਲਿਬਰਲ ਆਇਆ ਅਸੀਂ ਵੀ ਬ੍ਰੌਟ ਜਿਹੜਾ ਹੈਗਾ ਸੂਬੇ ਟੂਗੈਦਰ, ਵੀ ਬ੍ਰੌਟ ਕਮਿਊਨਿਟੀਜ਼ ਟੂਗੈਦਰ। ਇਹ ਜਿਹੜਾ ਕੰਮ ਆ ਇਸ ਕਰਕੇ ਅਸੀਂ ਇਹਨੂੰ ਸੂਬਿਆਂ ਤੇ ਛੱਡਿਆ। ਸੂਬਿਆਂ ਦੇ ਕੋਲ ਖੁਦਮੁਖਤਿਆਰੀ ਹੈਗੀ ਆ, ਜਿਸ ਤਰੀਕੇ ਨਾਲ ਉਹਨਾਂ ਦੇ ਚੀਫ ਮੈਡੀਕਲ ਆਫੀਸਰ ਜਿਹੜੇ ਨੇ ਸੂਬੇ ਲੈਵਲ ਤੇ ਕਰਨਗੇ ਔਰ ਪ੍ਰੀਮੀਅਰ ਕਰਨਗੇ, ਅਸੀਂ ਉਹਨਾਂ ਤੇ ਫੁੱਲ ਚੜਾਵਾਂਗੇ ਜੀ। ਧਾਲੀਵਾਲ ਜੀ, ਇਸ ਤੋਂ ਇਲਾਵਾ ਅੱਜ ਦੀ ਥਰਡ ਨਿਊਜ਼ ਤੇ ਮੈਂ ਵੱਡੀ ਤੇ ਗੱਲ ਕਰ ਲਾਂ। ਬੱਚੇ ਤਿਆਰੀ ਖਿੱਚ ਰਹੇ ਨੇ, ਸਕੂਲਾਂ ਨੂੰ ਜਾ ਰਹੇ ਨੇ, ਬੜੇ ਲੰਬੇ ਸਮੇਂ ਬਾਅਦ ਬੱਚਿਆਂ ਨੂੰ ਮੌਕਾ ਮਿਲਿਆ ਸਕੂਲ ਜਾਣ ਦਾ, ਜਿਹਦੇ ਵਿੱਚ ਪੈਰੈਂਟਸ ਖੁਸ਼ ਵੀ ਨੇ ਕਿ ਐਟਲੀਸਟ ਚਲੋ ਉਹਨਾਂ ਦੇ ਬੱਚੇ ਹੁਣ ਜਾਣਗੇ, ਕਿਉਂਕਿ ਘਰਾਂ 'ਚ ਰਹਿ ਕੇ ਬੱਚੇ ਮੈਂਟਲ ਹੈਲਥ ਦਾ ਕਾਫੀ ਸ਼ਿਕਾਰ ਹੋ ਰਹੇ ਸੀਗੇ। ਸੋ ਉਹਦੇ ਕਰਕੇ ਇੱਕ ਚੰਗੀ ਖਬਰ ਵੀ ਹੈ, ਪਰ ਕਿਤੇ ਨਾ ਕਿਤੇ ਫਿਰ ਡਰ ਲੱਗ ਰਿਹਾ ਵੀ ਪਤਾ ਨਹੀਂ ਸਕੂਲਾਂ ਦੇ ਵਿੱਚ ਉਹ ਇੰਤਜ਼ਾਮ ਹੋਣਗੇ। ਇਨਫੈਕਟ ਐਸੋਸੀਏਸ਼ਨ, ਇੱਕ ਯੂਨੀਅਨ ਨੇ ਵੀ ਇਹ ਗੱਲ ਕਹੀ ਸੀਗੀ ਵੀ ਜਿਹੜੇ ਇੰਤਜ਼ਾਮ ਪਹਿਲਾਂ ਕੀਤੇ ਗਏ ਸੀਗੇ ਸਕੂਲ ਵਿੱਚੋਂ ਦੀ ਜਦੋਂ ਖੁੱਲ੍ਹੇ ਸੀਗੇ, ਉਹਨੇ ਇੰਤਜ਼ਾਮ ਬਿਹਤਰ ਹੁਣ ਨਹੀਂ ਕੀਤੇ ਗਏ ਬੱਚਿਆਂ ਲਈ। ਸੋ ਕੀ ਕਰਨ ਮਾਪੇ, ਡਰਨ ਜਾਂ ਇਤਮੀਨਾਨ ਦੇ ਨਾਲ ਆਪਣੇ ਬੱਚਿਆਂ ਨੂੰ ਭੇਜਣ? ਪਹਿਲਾਂ ਤਾਂ ਮੈਂ ਸਾਰੇ ਮਾਪਿਆਂ ਨੂੰ ਜਿਹੜਾ ਹੈਗਾ ਉਹ ਔਰ ਬੱਚਿਆਂ ਨੂੰ ਬੈਸਟ ਵਿਸ਼ੇਸ ਦਿੰਦਾ ਹੈਗਾ। ਉਹਨਾਂ ਮੇਰੀਆਂ ਸ਼ੁਭ ਕਾਮਨਾਵਾਂ ਜਿਹੜੇ ਸਕੂਲ ਜਾ ਰਹੇ ਨੇ ਅੱਜ ਔਰ ਜਿਹੜੇ ਯੂਨੀਵਰਸਿਟੀ ਵੀ ਜਾ ਰਹੇ। ਔਰ ਮੈਂ ਵੀ ਇੱਕ ਉਹ ਪੇਰੈਂਟ ਹੈਗਾ ਜਿਹਦਾ ਮੇਰਾ ਬੱਚਾ ਵੀ ਇਸ ਵੇਲੇ ਜਿਹੜਾ ਵਾ ਉਹਦਾ ਅੱਜ UBC ਦੇ ਵਿੱਚ ਪਹਿਲਾ ਦਿਨ ਆ। ਆਈ ਵਿਸ਼ ਕਿ ਮੈਂ ਵੀ ਅੱਜ ਉਹਦੇ ਨਾਲ ਹੁੰਦਾ, ਕਿਉਂਕਿ ਇਨਫੈਕਟ ਮੇਰੇ ਵੱਡੀਆਂ ਬੇਟੀਆਂ ਉਹ ਉਹਨਾਂ ਨੇ ਕਿਹਾ ਵੀ ਤੂੰ ਸਾਨੂੰ ਤਾਂ ਛੱਡਣ ਵਾਸਤੇ ਜਦੋਂ ਸੀਗਾ ਤੂੰ ਯੂਰਪ ਥਾਂ ਹੀ ਜਾਂਦਾ ਰਿਹਾ ਤੇ ਵੀ ਹੁਣ ਤੂੰ ਨੇੜੇ ਹੋ ਕੇ ਨਹੀਂ ਗਿਆ, ਪਰ ਇਹ ਮਜਬੂਰੀ ਹੈ ਮੇਰੀ। ਪਰ ਮੈਂ ਅੱਜ ਇਹ ਕਹਿਣਾ ਕਿ ਅੱਜ ਬੜਾ ਮਹੱਤਵਪੂਰਨ ਦਿਨ ਹੈਗਾ ਮਾਪਿਆਂ ਦੇ ਔਰ ਬੱਚਿਆਂ ਦੇ ਜੀਵਨ ਦੇ ਵਿੱਚ, ਔਰ ਮੈਂ ਮੇਰੀਆਂ ਸ਼ੁਭ ਕਾਮਨਾਵਾਂ। ਪਰ ਇੱਕ ਚੀਜ਼ ਜ਼ਰੂਰ ਦੱਸਣੀ ਚਾਹੁੰਦਾ, ਕਿਉਂਕਿ ਜਦੋਂ ਪਿੱਛੇ ਸਪਟੈਂਬਰ ਦੇ ਵਿੱਚ ਸਕੂਲ ਓਪਨ ਹੋਏ, ਰੀਓਪਨਿੰਗ ਹੋਈ ਸੀ, ਉਦੋਂ ਵੀ ਫੈਡਰਲ ਗਵਰਨਮੈਂਟ ਨੇ, ਚਾਹੇ ਇਹ ਸਕੂਲਾਂ ਦੀ ਐਜੂਕੇਸ਼ਨ ਜਿਹੜੀ ਆ ਜਾਂ ਯੂਨੀਵਰਸਿਟੀ, ਇਹ ਪ੍ਰੋਵਿੰਸ਼ੀਅਲ ਜੂਰਿਸਡਿਕਸ਼ਨ ਹੈਗੀ, ਪਰ ਅਸੀਂ ਉਸ ਵੇਲੇ ਵੀ ਜਿਹੜੇ ਸੀਗੇ $19 ਬਿਲੀਅਨ ਜਿਹੜੇ ਉਹ ਸੂਬਿਆਂ ਨੂੰ ਦਿੱਤੇ, ਤਾਂ ਕਿ ਸੂਬਿਆਂ ਦੇ ਵਿੱਚ ਐਡੀਸ਼ਨਲ ਜੇ ਉਹਨਾਂ ਨੂੰ ਸਪਲਾਈ ਚਾਹੀਦੀਆਂ ਸਕੂਲਾਂ ਦੇ ਵਿੱਚ ਕਲੀਨਿੰਗ ਲਈ, ਜਿਹੜੀਆਂ ਨੇ ਸੈਨੀਟਾਈਜ਼ ਲਈ, ਜਾਂ ਜਿਹੜਾ ਵੀ ਜੋ ਇਕਵਿਪਮੈਂਟ ਵੀ ਚਾਹੀਦਾ ਸੀ ਜਾਂ ਰਿਸੋਰਸਿਸ ਚਾਹੀਦੇ ਸੀ, ਤਾਂ ਕਿ ਬੱਚੇ ਔਰ ਵਰਕਰ ਜਾਂ ਟੀਚਰ ਜਿਹੜੇ ਨੇ ਉਹ ਸੇਫ ਰਹਿ ਸਕਣ। ਔਰ ਉਹਦੇ ਵਿੱਚ ਬੜੇ ਲੋਕਾਂ ਨੇ ਪੋਜ਼ਿਟਿਵ, ਦੇਖੋ ਉਹਦੇ ਵਿੱਚ ਯੂਨੀਅਨਸ ਵੀ ਕਹਿੰਦੀਆਂ ਸੀ ਇਹ ਪੋਜ਼ਿਟਿਵ ਆ, ਔਰ ਉਹਦੇ ਵਿੱਚ ਟੀਚਰ ਵੀ ਕਹਿੰਦੇ ਸੀ ਇਹ ਬੜੀ ਪੋਜ਼ਿਟਿਵ ਹੈਗੀ ਆ, ਔਰ ਜਿਹੜੇ ਸੂਬਿਆਂ ਦੇ ਪ੍ਰੀਮੀਅਰ ਸੀ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ, ਉਹ ਵੀ ਕਹਿੰਦੇ ਸੀ, ਉਹ ਲੋਕ ਮਾਪੇ ਵੀ ਖੁਸ਼ ਸੀ। ਹੋਪਫੁਲੀ ਜਿਹੜੀਆਂ ਉਹੀ ਜਿਸ ਤਰੀਕੇ ਦੇ ਨਾਲ ਪ੍ਰੋਵਿੰਸ਼ੀਅਲ ਹੈਲਥ ਆਫੀਸਰ ਕਹਿਣਗੇ ਉਸ ਹਿਸਾਬ ਦੇ ਨਾਲ ਜਿਹੜੀਆਂ ਹੈਗੀਆਂ ਨੇ ਉਹ ਪ੍ਰੀਕਾਸ਼ਨਸ ਜਿਹੜੀਆਂ ਉਹ ਲਈਆਂ ਜਾਣਗੀਆਂ। ਤੇ ਜੇ ਐਜ ਏ ਫੈਡਰਲ ਗਵਰਨਮੈਂਟ ਕਿਤੇ ਲੋੜ ਪੈਂਦੀ ਆ ਤਾਂ ਚਾਹੇ ਉਹ ਸਾਡੀ ਜੂਰਿਸਡਿਕਸ਼ਨ ਨਹੀਂ, ਅਸੀਂ ਹਮੇਸ਼ਾ ਹੀ ਜਿਹੜੀ ਆ ਉਹ ਕੋਸ਼ਿਸ਼ ਕੀਤੀ, ਚਾਹੇ ਉਹ ਐਜੂਕੇਸ਼ਨ ਫੀਲਡ 'ਚ ਲਾ ਲਈਏ, ਚਾਹੇ ਸੀਨੀਅਰ ਕੇਅਰ ਦੀ ਤੁਸੀਂ ਦੇਖਿਆ ਗੱਲ ਆਈ, ਉਸ ਵੇਲੇ ਵੀ ਅਸੀਂ ਜਿਹੜੇ ਸੀ ਫਰੰਟ ਲਾਈਨ ਵਰਕਰ ਉਹਨਾਂ ਨੂੰ ਜਿਹੜੇ ਸੀਗੇ ਉਹਨਾਂ ਦੀਆਂ ਵੇਜਸ ਵਧਾਉਣ ਵਾਸਤੇ ਉੱਥੇ ਵੀ ਜਿਹੜਾ ਸੀਗਾ ਅਸੀਂ ਹੈਲਪ ਕੀਤੀ। ਸੋ ਅਸੀਂ ਸੂਬਿਆਂ ਦੇ ਨਾਲ
ਫਿਊਚਰ ਦੇ ਵਿੱਚ ਵੀ ਜੇ ਗਵਰਨਮੈਂਟ ਬਣਦੀ ਹੈਗੀ ਆ ਤਾਂ ਮਿਲ ਕੇ ਜਿਹੜਾ ਉਹ ਚੱਲਾਂਗੇ। ਜੀ ਬਿਲਕੁਲ। ਸੋ ਜਿਹੜੇ ਕਾਲਰਸ ਇਸ ਟਾਈਮ ਕਾਲ ਕਰ ਰਹੇ ਨੇ, ਮੈਂ ਉਹਨਾਂ ਨੂੰ ਦੱਸਦਾ ਕਿ ਕਿਸੇ ਟੈਕਨੀਕਲ ਇਸ਼ੂ ਕਰਕੇ ਤੁਹਾਡੀ ਆਵਾਜ਼ ਮੇਰੇ ਤੱਕ ਨਹੀਂ ਆ ਰਹੀ, ਪਰ ਤੁਸੀਂ ਚੈਨਲ ਪੰਜਾਬੀ ਦੇ ਉੱਤੇ ਫੇਸਬੁੱਕ ਪੇਜ ਤੇ ਇਸ ਵੇਲੇ ਅਸੀਂ ਲਾਈਵ ਹੈਗੇ ਹਾਂ, ਤੁਸੀਂ ਆਪਣਾ ਸਵਾਲ ਲਿਖ ਸਕਦੇ ਹੋ। ਮੈਂ ਨਾਲ ਦੀ ਨਾਲ ਤੁਹਾਡਾ ਜਿਹੜਾ ਸਵਾਲ ਹੈ ਉਹ ਪੜ੍ਹ ਕੇ ਤੇ ਮੈਂ ਸੁਖ ਧਾਲੀਵਾਲ ਨੂੰ ਪੁੱਛ ਸਕਦੀ ਹਾਂ। ਸੋ ਪਲੀਜ਼ ਤੁਸੀਂ ਉਹਦੇ ਤੇ ਮੈਸੇਜ ਕਰ ਲਓ, ਕਿਉਂਕਿ ਕਾਲ ਮੈਂ ਤੁਹਾਡੀ ਅਟੈਂਡ ਨਹੀਂ ਕਰ ਪਾ ਰਹੀ। ਸੁਖ ਧਾਲੀਵਾਲ ਜੀ, ਇਸ ਵੇਲੇ ਜ਼ਾਹਿਰ ਜੀ ਗੱਲ ਹੈ ਬਹੁਤ ਸਾਰੇ ਲੋਕ ਨੇ ਲੌਂਗ ਵੀਕਐਂਡ ਤੋਂ ਬਾਅਦ ਉਹਨਾਂ ਨੇ ਹੁੰਦਾ ਵੀ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਸਾਡੇ ਤੱਕ ਆਉਣ ਵਾਲੀ ਹੈ, ਸੋ ਅਸੀਂ ਸੁਖ ਧਾਲੀਵਾਲ ਜੀ ਨੂੰ ਡਾਇਰੈਕਟ ਕਾਲ ਕਰਕੇ ਜਿਹੜੀ ਹੈ ਸ਼ੋਅ ਦੇ ਵਿੱਚ ਪੁੱਛੀਏ। ਬਟ ਆਈ ਥਿੰਕ ਤੁਸੀਂ ਬਹੁਤ ਵਧੀਆ ਪੁਆਇੰਟ ਕੀਤਾ। ਐਕਚੁਅਲੀ ਇਹ ਪੁਆਇੰਟ ਜਿਹੜਾ ਨਾ, ਹੁਣ ਕਈ ਮੇਰੇ ਕ੍ਰਿਟਿਕ ਆ ਜੀ, ਉਹ ਕਹਿੰਦੇ ਜੀ ਸੁੱਖ ਮੰਗਣੇ ਤੇ ਚਲੇ ਜਾਂਦਾ ਜੀ, ਵਿਆਹ ਤੇ ਚਲੇ ਜਾਂਦਾ, ਉਹ ਮੈਂ ਆਪਣੇ ਟਾਈਮ ਤੇ ਜਾਣਾ, ਠੀਕ ਹੈ ਨਾ। ਉਹਦਾ ਕਾਰਨ ਕੀ ਆ ਜਿਹੜਾ ਤੁਸੀਂ ਹੁਣ ਕੁਐਸਚਨ ਕਿਹਾ, ਕਿਉਂਕਿ ਲੋਕਾਂ ਨੂੰ ਬਹੁਤ ਸਾਰੀ ਇਨਫੋਰਮੇਸ਼ਨ ਚਾਹੀਦੀ ਹੁੰਦੀ। ਸਾਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਂ ਲੋਕਾਂ ਨੂੰ ਮਿਲਦਾ ਵੀਕਐਂਡਸ ਦੇ ਉੱਤੇ, ਉਹ ਮੇਰੇ ਦਫ਼ਤਰ ਚੱਲ ਕੇ ਆਉਣ ਜਾਂ ਮੈਨੂੰ ਟੈਲੀਫੋਨ ਕਰਨ, ਉਹ ਮੈਂ ਲੋਕਾਂ ਕੋਲ ਜਾਣਾ। ਇਹ ਜਿਹੜੀ ਇਨਫੋਰਮੇਸ਼ਨ ਹੈ ਨਾ, ਤੁਸੀਂ ਐਜ ਏ ਮੀਡੀਆ ਬਹੁਤ ਵਧੀਆ ਰੋਲ ਅਦਾ ਕਰਦੇ। ਕਿਉਂ? ਇਨਫੋਰਮੇਸ਼ਨ ਟਾਈਮਲੀ ਜਦੋਂ ਤਾਈਂ ਲੋਕਾਂ ਕੋਲ ਪਹੁੰਚਦੀ ਹੈਗੀ, ਕਿਉਂਕਿ ਉਹ ਆਪਣਾ ਉਸ ਹਿਸਾਬ ਦੇ ਨਾਲ ਜਿਹੜੀ ਆ ਤਿਆਰੀ ਕਰ ਸਕਦੇ ਆ, ਜਿਹੜੀ ਉਹਨਾਂ ਦੇ ਸਵਾਲ ਹੁੰਦੇ ਆ ਉਹ ਜਵਾਬ ਮਿਲਦੇ ਆ। ਸੋ ਆਈ ਜਸਟ ਵਾਂਟ ਟੂ ਥੈਂਕ ਯੂ ਫॉर ਬੀਇੰਗ ਐਨ ਓਪਨ ਲਾਈਨ ਟਾਕ ਸ਼ੋ ਹੋਸਟ, ਤੇ ਇਹ ਤੁਸੀਂ ਵਧੀਆ ਕੰਮ ਹੈ। ਕੰਗ੍ਰੈਚੁਲੇਸ਼ਨ ਜੀ, ਥੈਂਕ ਯੂ ਸੁਖ ਧਾਲੀਵਾਲ ਜੀ। ਬਿਲਕੁਲ। ਸੋ ਇਨਫੋਰਮੇਸ਼ਨ ਦੇ ਵਿੱਚ ਇਲੈਕਸ਼ਨ ਪਾਲਿਸੀਜ਼ ਦੇ ਉੱਤੇ ਥੋੜਾ ਜਿਹਾ ਆਪਾਂ ਗੱਲ ਕਰ ਲਈਏ ਹੁਣ। ਐਰਿਨ ਓਟੂਲ ਹਥਿਆਰਾਂ ਨੂੰ ਲੈ ਕੇ ਜਿਹੜਾ ਆਪਣਾ ਬਿਆਨ ਇਹੋ ਜਿਹਾ ਕਰਕੇ ਵੀ ਯੂਟਰਨ ਜਿਹਾ ਲੈ ਗਏ, ਜਿਹਦੀ ਸਮਝ ਨਹੀਂ ਲੱਗੀ। ਆਮ ਲੋਕਾਂ 'ਚ ਬਿਆਨ ਕੁਝ ਹੋਰ ਹੈ ਹਥਿਆਰਾਂ ਨੂੰ ਲੈ ਕੇ, ਹਥਿਆਰਾਂ ਦੀ ਪਾਬੰਦੀ ਨੂੰ ਲੈ ਕੇ, ਤੇ ਜਿਹੜਾ ਉਹਨਾਂ ਦੀ ਡਿਬੇਟ ਹੋਈ ਹੈ, ਡਿਬੇਟ ਦੇ ਵਿੱਚ ਕੁਝ ਹੋਰ ਸੀ। ਹੁਣ ਤੁਸੀਂ ਇਹਨੂੰ ਕਲੀਅਰ ਕਰੋ ਵੀ ਜਿਹੜੀ ਆਮ ਜਨਤਾ ਹੈ ਉਹ ਇਸ ਬਿਆਨ ਨੂੰ ਸਮਝੇ ਤੇ ਕਿਵੇਂ ਸਮਝੇ, ਆਖਿਰਕਾਰ ਓਟੂਲ ਕੀ ਕਹਿਣਾ ਚਾਹੁੰਦੇ ਨੇ। ਦੇਖੋ, ਓਟੂਲ ਤਾਂ ਇੱਕੋ ਚੀਜ਼ ਕਰਨਾ ਚਾਹੁੰਦੇ ਆ। ਓਟੂਲ ਦਾ ਮਤਲਬ ਇਹ ਨਹੀਂ ਕਿ ਕਮਿਊਨਿਟੀ ਜਿਹੜੀਆਂ ਨੇ ਉਹਦੇ ਵਿੱਚੋਂ ਅਸੀਂ ਕਿਸ ਤਰੀਕੇ ਨਾਲ ਹਥਿਆਰ ਕੱਢ ਕੇ ਕਮਿਊਨਿਟੀਜ਼ ਨੂੰ ਸੇਫ ਰੱਖਣਾ। ਉਹਨਾਂ ਦਾ ਤਾਂ ਇੱਕੋ ਹੀ ਹੈਗਾ ਕਿ ਉਹ ਚਾਹੁੰਦੇ ਨੇ ਕਿ ਜਿਹੜੀ ਗਨ ਲੌਬੀ ਹੈਗੀ, ਜਿਨ੍ਹਾਂ ਨੇ ਉਹਨਾਂ ਦੀ ਲੀਡਰਸ਼ਿਪ ਲਈ ਸਪੋਰਟ ਕੀਤੀ, ਉਹਨੂੰ ਚਾਹੁੰਦੇ ਆ ਕਿ ਉਹ ਕਿਸ ਤਰੀਕੇ ਨਾਲ ਉਹਨਾਂ ਨੂੰ ਸਰਵ ਕਰ ਸਕਦੇ। ਇਸੇ ਕਰਕੇ ਉਹ ਚਾਹੁੰਦੇ ਆ। ਉਹਨਾਂ ਨੇ ਕਿਹਾ ਵੀ ਜੇ ਮੈਂ ਆ ਜਾਣਾ ਤੇ ਜਿਹੜਾ ਹੈਗਾ, ਮੈਂ ਲੈਜਿਸਲੇਸ਼ਨ ਲਿਆਂਦਾ ਸੀਗਾ ਜਿਹੜੀਆਂ ਮਿਲਟਰੀ ਸਟਾਈਲ ਅਸੌਲਟ ਰਾਈਫਲਸ ਨੂੰ ਬੈਨ ਕਰਨ ਦਾ, ਉਹਨੂੰ ਕਹਿੰਦੇ ਅਸੀਂ ਮੈਂ ਰਿਪੈਲ ਕਰੂੰਗਾ। ਹੁਣ ਉਹਨਾਂ ਦੇ ਜਿਹੜਾ ਅਸਲੀ ਰੰਗ ਤਾਂ ਹੁਣ ਪਤਾ ਲੱਗਣ ਲੱਗਿਆ ਨਾ ਉਹ ਟੂਲ ਉਹਨਾਂ ਦਾ, ਵੀ ਕਹਿੰਦੇ ਕੁਛ ਨੇ ਕਰਦੇ ਕੁਛ ਆ। ਤੇ ਅਸੀਂ ਇਹ ਜਿਹੜਾ ਮੇਕ ਸ਼ੋਰ ਕੀਤਾ ਕਿ ਜਿਹੜੀਆਂ ਉਹ ਅਸੌਲਟ ਵੈਪਨਸ ਹੈਗੇ ਨੇ ਰੱਖੇ ਹੋਏ, ਉਹ ਗਵਰਨਮੈਂਟ ਬਾਏਬੈਕ ਪ੍ਰੋਗਰਾਮ ਲੈ ਕੇ ਆਊਗੀ, $250 ਮਿਲੀਅਨ ਇਨਵੈਸਟ ਕਰੂਗੀ, ਔਰ ਜੇ ਕੋਈ ਨਹੀਂ ਵਾਪਸ ਕਰਦਾ ਤਾਂ ਉਹਨੂੰ ਟੋਟਲੀ ਡਿਸਆਰਮ ਕੀਤਾ ਤਾਂ ਕਿ ਉਹ ਚੱਲ ਨਾ ਸਕੇ, ਉਹ ਵੀ ਗਵਰਨਮੈਂਟ ਦੇ ਐਕਸਪੈਂਸ ਤੇ। ਉਸ ਤੋਂ ਬਾਅਦ ਜਿਹੜਾ ਹੈ ਇਹ ਜਿਹੜਾ ਵਾ ਇਹ ਬਹੁਤ ਜ਼ਰੂਰੀ। ਔਰ ਅਸੀਂ ਉਸ ਤੋਂ ਬਾਅਦ ਹੋਰ ਪੈਸੇ ਜਿਹੜੇ ਨੇ ਉਹ ਅਸੀਂ ਸੂਬਿਆਂ ਨੂੰ ਔਰ ਸਿਟੀਜ਼ ਨੂੰ ਵੀ ਦੇਵਾਂਗੇ। ਜੇ ਉਹ ਚਾਹੁੰਦੇ ਨੇ ਕਿ ਉਹ ਹੈਂਡ ਗਨ ਜਿਹੜੀਆਂ ਨੇ ਉਹਨੂੰ ਬੈਨ ਕਰਨ, ਤਾਂ ਅਸੀਂ ਉਹਨਾਂ ਦੀ ਜਿਹੜੀ ਆ ਬਿਹਤਰਤਾ ਲਈ ਵੀ ਅਸੀਂ ਉਹਨਾਂ ਦੀ ਮਦਦ ਕਰਾਂਗੇ। ਉਹ ਟੂਲ ਕਲੀਅਰਲੀ ਹੈ ਇਸ ਵੇਲੇ ਕਿ ਉਹ ਇੱਕੋ ਹੀ ਚੀਜ਼ ਉਹਨਾਂ ਨੂੰ ਉਹ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹ ਜਿਹੜੀ ਗਨ ਲੌਬੀ ਤੇ ਫਾਇਰ ਆਰਮ ਜਿਹੜੇ ਡੀਲਰ ਨੇ ਉਹਨਾਂ ਦੀ। ਔਰ ਦੂਸਰੇ ਪਾਸੇ ਜਿਹੜਾ ਹੈਗਾ, ਅਸੀਂ ਐਜ ਏ ਲਿਬਰਲ ਗਵਰਨਮੈਂਟ ਜਿਹੜਾ ਹੈਗਾ, ਸਾਡਾ ਫੋਕਸ ਇਹ ਹੈਗਾ ਕਿ ਜਿਹੜੇ ਇਹ ਹਥਿਆਰ ਜਿਨ੍ਹਾਂ ਦੀ ਸਾਡੇ ਨੇਬਰਹੁੱਡ ਦੇ ਵਿੱਚ ਜ਼ਰੂਰਤ ਨਹੀਂ ਹੈਗੀ, ਜਿਨ੍ਹਾਂ ਦੇ ਕਰਕੇ ਜਿਹੜੀਆਂ ਬਹੁਤ ਸਾਰੀਆਂ ਕੈਜੂਅਲਟੀਜ਼ ਪਿੱਛੇ ਆਈਆਂ ਨੇ, ਜਿਹੜੀਆਂ ਮੌਤ ਦੇ ਘਾਟ ਉਤਰੇ ਨੇ ਲੋਕ, ਉਹ ਜਿਹੜਾ ਨਾ ਹੋ ਸਕੇ, ਉਸ ਕਰਕੇ ਜਿਹੜਾ ਅਸੀਂ ਉਹਨਾਂ ਤੇ ਪਾਬੰਦੀ ਨਹੀਂ, ਉਹਨਾਂ ਨੂੰ ਇਨਫੈਕਟ ਜਿਹੜਾ ਛੇਤੀ ਤੋਂ ਛੇਤੀ ਜਿਹੜਾ ਉਹ ਖਤਮ ਕਰਾਂਗੇ ਕਮਿਊਨਿਟੀ ਦੇ ਵਿੱਚ। ਸੋ ਸੁਖ ਧਾਲੀਵਾਲ ਜੀ, ਪਾਰਟੀ ਪਲੇਟਫਾਰਮ ਕੰਜ਼ਰਵੇਟਿਵ ਦਾ ਕੁਝ ਹੋਰ ਹੈ, ਐਰਿਨ ਓਟੂਲ ਵੱਖਰੇ ਹੋ ਕੇ ਅਲੱਗ ਤੋਂ ਕੁਝ ਹੋਰ ਹੀ ਬਿਆਨ ਦੇ ਰਹੇ ਨੇ। ਕੀ ਕਿਹਾ ਜਾਏ ਕਿ ਬੁਖਲਾਹਟ ਦੇ ਵਿੱਚ ਬਿਆਨ ਦੇ ਦਿੱਤਾ ਗਿਆ ਫਟਾਫਟ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਿਆਨਬਾਜ਼ੀ ਤੇ ਢੱਲੇ ਨਾਲ ਕੀਤੀ ਜਾ ਰਹੀ ਹੈ, ਐਲਾਨ ਫਟਾਫਟ ਕੀਤੇ ਜਾ ਰਹੇ ਨੇ। ਕਿਉਂਕਿ ਦੇਖੋ, ਐਰਿਨ ਓਟੂਲ ਇਸ ਵੇਲੇ ਕਿਉਂਕਿ ਉਹ ਦੇਖਦੇ ਨੇ ਵੀ ਜਿਹੜਾ ਵੀ ਕੁਛ ਲੋਕਾਂ ਨੂੰ ਮੈਂ ਜਿਹੜਾ ਵਾ ਦੱਸ ਕੇ ਲੋਕਾਂ ਦੀ ਵੋਟ ਜਿਹੜੀ ਆ ਉਹ ਇੱਧਰ ਨੂੰ ਲਿਆ ਸਕਾਂ, ਉਹ ਕਰਨ ਲਈ ਤਿਆਰ ਨੇ ਇਸ ਵੇਲੇ। ਪਰ ਜਦੋਂ ਉਹਨਾਂ ਦਾ ਰੈਕਡ ਬੜਾ ਕਲੀਅਰ ਆ, ਤੁਸੀਂ ਕਿਸੇ ਇਸ਼ੂ ਤੇ ਮੇਰੇ ਨਾਲ ਉਹਦੇ ਨਾਲ ਬਾਰੇ ਡਿਸਕਸ ਕਰਕੇ ਦੇਖ ਲਓ। ਉਹਨਾਂ ਹੁਣ ਬਜਟ ਅੱਜ ਗੱਲ ਕਰਦੇ ਨੇ ਬਈ ਜੀ ਅਸੀਂ ਮੈਂ ਤਾਂ ਜੀ ਅਫੋਰਡੇਬਲ ਹਾਊਸ, ਇਹਨਾਂ ਨੂੰ ਪੁੱਛੋ ਵੀ ਜਦੋਂ ਬਜਟ ਪਾਸ ਕਰਨ ਨੂੰ ਤੁਸੀਂ ਇੰਨੀ ਦੇਰੀ ਲਾਉਂਦੇ ਸੀ, ਉਦੋਂ ਨਹੀਂ ਸੀ ਉਹ ਲੋਕਾਂ ਦਾ ਖਿਆਲ ਜਿਹੜਾ ਆਮ ਸਧਾਰਨ ਵਿਅਕਤੀ ਹੈਗਾ ਜਿਹਦੇ ਥਾਈਂ ਹੈਲਪ ਦੀ ਲੋੜ ਸੀ ਛੇਤੀ ਤੋਂ ਛੇਤੀ ਪਹੁੰਚੇ, ਉਹਨੂੰ ਤੁਸੀਂ ਡਿਲੇ ਕਰਦੇ ਰਹੇ। ਹਰ ਇੱਕ ਗੱਲ ਦੇ ਵਿੱਚ ਅੱਜ ਥਾਈਂ ਜਿਹੜਾ ਵਾ ਉਹ ਟੂਲ ਉਹ ਡਿੱਕਾ ਬਣਦੇ ਰਹੇ। ਇਸ਼ੂ ਤੇ ਵੀ ਫਲਿਪ ਫਲॉप ਹੈਗੇ, ਇਕੱਲਾ ਗਨਸ ਤੇ ਨਹੀਂ, ਇਨਫੈਕਟ ਹੋਰ ਬਹੁਤ ਸਾਰੇ ਮੁੱਦੇ ਹੈਗੇ। এনवायरमेंट ਦਾ ਮੁੱਦਾ ਹੈਗਾ। ਜੇ ਹੁਣ ਇਹ ਕਹਿੰਦੇ ਸੀ ਵੀ ਜੀ ਅਸੀਂ ਜੇ ਮਿਸਟਰ ਹਾਰਪਰ ਵਾਲੀ ਨੀਤੀ ਰੱਖਦੇ, ਅੱਜ ਜੇ এনवायरमेंट ਨੂੰ ਗੱਲ ਕਰਦੇ ਤਾਂ ਇਹ ਜਿਹੜਾ ਸੀ 12% ਜਿਹੜਾ ਸੀ
ਪੋਲਿਊਸ਼ਨ ਵਧਣੀ ਸੀ। ਇਹ ਕਹਿੰਦੇ 30 ਘਟਾਵਾਂਗੇ ਪਰ 12 ਜਿਹੜੀ ਸੀਗੀ ਵਧਣੀ ਸੀ। ਆਪਾਂ ਲਿਬਰਲ ਨੇ ਜਿਹੜੀ ਪਾਲਿਸੀ ਲੈ ਕੇ ਆਂਦੀ ਉਹਦੇ ਮੁਤਾਬਕ 36% ਜਿਹੜੇ ਉਹ ਘਟਾ। ਸੋ ਅਸਲੀ ਨੰਬਰ ਜਦੋਂ ਆਉਂਦੇ ਆ ਨਾ ਤਾਂ ਉੱਥੇ ਪਤਾ ਲੱਗਦਾ ਵੀ ਇਹਨਾਂ ਦਾ ਹਿਡਨ ਏਜੰਡਾ ਆਲਵੇਜ਼ ਆ। ਡਜਨਟ ਮੈਟਰ ਚਾਹੇ ਉਹ ਪ੍ਰਾਈਮ ਮਿਨਿਸਟਰ ਹਾਰਪਰ ਸੀਗੇ ਜੀ, ਚਾਹੇ ਉਹ ਜੇਸਨ ਕੈਨੀ ਦੀ ਆ ਕੇ ਇਮੀਗ੍ਰੇਸ਼ਨ ਪ੍ਰਤੀ ਰਿਗਰੈਸਿਵ ਪਾਲਿਸੀ ਲੈ ਕੇ ਆਉਣਾ, ਚਾਹੇ ਅੱਜ ਉਹ ਟੂਲ ਜਿਹੜੇ ਨੇ ਲੀਡਰ ਬਣ ਕੇ ਉਹ ਜਿਹੜਾ ਹੈਗਾ ਵਾ ਇੱਕ ਗਨ ਲੌਬੀ ਨੂੰ ਜਿਹੜਾ ਹੈਗਾ ਜਿਹੜਾ ਇਸ ਵੇਲੇ ਪ੍ਰੋਟੈਕਟ ਕਰਨ ਤੇ ਤੁਲੇ ਹੋਏ ਆ। ਔਰ ਉਹਨਾਂ ਦਾ ਪਲੇਟਫਾਰਮ ਕਲੀਅਰਲੀ ਦੱਸਦਾ ਪਿਆ, ਜਾਂ ਉਹਨੂੰ ਕਿਹਾ ਸੀ ਕਹਿਣ ਵੀ ਉਹਨੂੰ ਕੱਢੋ ਉਹਨੂੰ, ਪਰ ਕੱਢਦੇ ਕਿਉਂ ਨਹੀਂ? ਬਿਲਕੁਲ ਕੰਜ਼ਰਵੇਟਿਵ ਦੇ ਵੱਲੋਂ ਐਰੀਨੋ ਟੂਲ ਦੇ 2 ਬਿਆਨ ਲੋਕਾਂ ਨੂੰ ਕਾਫੀ ਚੰਗੇ ਲੱਗ ਰਹੇ ਨੇ, ਜਿਨ੍ਹਾਂ ਦੇ ਵਿੱਚ ਇੱਕ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਰੂਰਲ ਏਰੀਆ ਜਿਹੜੇ ਨੇ ਉੱਥੇ ਵਾਈਫਾਈ ਫੈਸਿਲਿਟੀ ਅਸੀਂ ਸਭ ਤੋਂ ਪਹਿਲਾਂ ਪ੍ਰੋਵਾਈਡ ਕਰਵਾਵਾਂਗੇ, ਵੱਧ ਤੋਂ ਵੱਧ ਕਰਵਾਵਾਂਗੇ। ਐਂਡ ਸੈਕੰਡ ਥਿੰਗ ਜਿਹੜੀ ਉਹਨਾਂ ਨੇ ਹੁਣ ਕਹੀ ਹੈ ਕਿ ਜਿਹੜੇ ਫੋਨ ਬਿਲਸ ਪਾਲਿਸੀ ਹੈ ਉਹਦੇ ਉੱਤੇ ਅਸੀਂ ਗੱਲ ਕਰਾਂਗੇ। ਕਹਿੰਦੇ ਉਹ ਅਸੀਂ ਘਟਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲੋਕ ਉਹਦੇ ਤੇ ਬਹੁਤ ਜ਼ਿਆਦਾ ਮਨੀ ਹੈ ਜਿਹੜੀ ਸਪੈਂਡ ਕਰਦੇ ਨੇ। ਸੋ ਇਹ ਆਮ ਲੋਕਾਂ ਦੀ ਨਬਜ਼ ਦੇ ਨਾਲ ਜੁੜੇ ਮੁੱਦੇ ਆ ਜਿਹੜੇ ਦੋਨਾਂ ਦੇ ਉੱਤੇ ਉਹਨਾਂ ਨੇ ਐਲਾਨ ਕੀਤਾ। ਪਰ ਉਹ ਕਹਿੰਦੇ ਅਸੀਂ ਕੋਸ਼ਿਸ਼ ਕਰਾਂਗੇ, ਅਸੀਂ ਆਲਰੇਡੀ ਉੱਤੇ ਇੰਪਲੀਮੈਂਟੇਸ਼ਨ ਜਿਹੜੀ ਸੀ ਜਦੋਂ ਮਿਨਿਸਟਰ ਬੈਂਸ ਸੀਗੇ ਨਵਦੀਪ ਹੋਣੀ, ਉਦੋਂ ਜਿਹੜੀ ਬ੍ਰੌਡਬੈਂਡ ਸੀਗਾ ਉਸ ਲੈ ਕੇ ਜਾਣਾ ਰਿਮੋਟ ਵਿਲੇਜ 'ਚ ਜਾਂ ਕਮਿਊਨਿਟੀ ਦੇ ਵਿੱਚ, ਉਹ ਆਲਰੇਡੀ ਜਿਹੜਾ ਪ੍ਰੋਜੈਕਟ ਉੱਥੇ ਜਾ ਰਿਹਾ ਜਿਹਦੇ ਵਿੱਚ ਬਹੁਤ ਸਾਰੇ ਰਿਸੋਰਸਿਸ ਪੁੱਟ ਟੂਗੈਦਰ ਕੀਤੇ। ਔਰ ਦੂਸਰਾ ਜਿਹੜਾ ਸੀਗਾ ਬਿੱਲ ਘਟਾਉਣ ਦੀ ਗੱਲ ਕਰਦੇ ਆ, ਉਦੋਂ ਵੀ ਸਾਰੀਆਂ ਕੰਪਨੀਜ਼ ਨੂੰ ਕਿਹਾ ਗਿਆ ਉਹਨਾਂ ਨੇ ਆਪਦੇ ਬਿੱਲ ਜਿਹੜੇ ਸੀਗੇ ਉਹ ਥੱਲੇ ਲੈ ਕੇ ਆਂਦੇ। ਕਿਉਂ? ਉਹਨਾਂ ਨੂੰ ਦੱਸਿਆ ਵੀ ਜਾਂ ਤੁਸੀਂ ਘਟਾ ਲਓ ਜਾਂ ਅਸੀਂ ਤੁਹਾਡਾ ਕੰਪੀਟੀਸ਼ਨ ਜਿਹੜਾ ਉਹ ਲੈ ਕੇ ਆਵਾਂਗੇ। ਠੀਕ ਹੈ ਨਾ? ਐਰਨੋ ਟੂਲ ਜਿਹੜੇ ਨੇ ਜਾਂ ਕੰਜ਼ਰਵੇਟਿਵਸ ਹੈਗੇ, ਇਹ ਵੱਡੇ ਘਰਾਣਿਆਂ ਨੂੰ ਪ੍ਰੋਟੈਕਟ ਕਰਨ ਵਾਸਤੇ ਹਮੇਸ਼ਾ ਅੱਜ ਉਹ ਇਸ਼ੂ ਪਿਕ ਕਰ ਰਹੇ ਨੇ ਜਿਹੜੇ ਆਲਰੇਡੀ ਲਿਬਰਲ ਪਾਰਟੀ ਨੇ ਡਿਲੀਵਰ ਕੀਤੇ ਹੋਏ ਆ। ਲਿਬਰਲ ਪਾਰਟੀ ਨੇ ਆਪਦੇ ਚਾਹੇ ਉਹ ਹੁਣ ਪਲੇਟਫਾਰਮ ਦੇ ਵਿੱਚ ਜਾਂ ਪਹਿਲਾਂ, ਕਿਉਂਕਿ ਉਹ ਹੁਣ ਫੋਲੋ ਕਰ ਰਿਹਾ ਵੀ ਹਾਂ ਜਿਹੜੀ ਲਿਬਰਲ ਲੀਡਰਸ਼ਿਪ ਸੀਗੀ, ਜਿਹੜੇ ਉਹ ਕੰਮ ਕਰਦੀ ਸੀ ਜਾਂ ਜਿਹੜੇ ਫੈਸਲੇ ਲਏ ਉਹ ਸਹੀ ਫੈਸਲੇ ਸੀ। ਹੁਣ ਉਹਨਾਂ ਤੇ ਮੈਨੂੰ ਲੱਗਦਾ ਵੀ ਉਹ ਫੁੱਲ ਜਿਹੜੇ ਨੇ। ਸੋ ਕਹਿੰਦੇ ਲਿਬਰਲ ਚਾਹੇ 2028 ਦੇ ਵਿੱਚ ਕਰੇ 29 ਚ ਕਹਿੰਦੇ ਅਸੀਂ ਤਾਂ ਉਸ ਤੋਂ ਪਹਿਲਾਂ ਹੀ ਕਰ ਦੇਣੇ, ਅਸੀਂ ਤਾਂ ਪਹਿਲਾਂ ਹੀ। ਮੈਂ ਤੁਹਾਨੂੰ ਐਗਜ਼ਾਮਪਲ ਦੱਸ ਰਿਹਾ ਨਾ, ਦੇਖੋ ਵਾਅਦਾ ਉਹ ਜੋ ਮਰਜ਼ੀ ਕਰੀ ਜਾਣ, ਉਹਨਾਂ ਦੀਆਂ ਪਾਲਿਸੀਜ਼ ਬੜੀਆਂ ਕਲੀਅਰ ਨੇ। ਠੀਕ ਹੈ ਜੀ? ਜਦੋਂ ਪਿਛਲੀ ਵਾਰ ਕੰਜ਼ਰਵੇਟਿਵ ਸੀਗੇ ਇਨ ਪਾਵਰ, ਉਦੋਂ ਕਹਿੰਦੇ ਸੀ ਜੀ ਅਸੀਂ ਵੇਟ ਲਿਸਟ ਜਿਹੜੀ ਆ ਕੇ ਬੰਦ ਕਰ ਦਾਂਗੇ, ਸਪਾਊਸਲ ਜਿਹੜੇ ਕੇਸ ਆ ਜਲਦੀ ਤੋਂ ਜਲਦੀ, ਪੇਰੈਂਟਸ ਗ੍ਰੈਂਡ ਪੇਰੈਂਟਸ। ਕੀ ਕੀਤਾ ਉਹਨਾਂ ਨੇ? ਆ ਕੇ ਤਾਂ ਕਲੀਅਰ ਹੈ ਨਾ ਲੋਕਾਂ ਨੂੰ, 2 ਸਾਲ ਲਈ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ ਐਪਲੀਕੇਸ਼ਨ ਹੀ ਨਹੀਂ ਲਈ। ਮੁੜ ਕੇ ਆ ਕੇ ਕੱਟ ਕਰਕੇ ਜਿਹੜਾ ਸੀਗਾ 5000 ਐਪਲੀਕੇਸ਼ਨ ਤੇ ਲਿਆਂਦਾ। 5000 ਦੇ ਵਿੱਚੋਂ ਵੀ ਡਿਪੈਂਡੈਂਟ ਦੀ ਏਜ 22 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ। ਸਿਟੀਜ਼ਨਸ਼ਿਪ 3 ਸਾਲ ਦੇ ਵਿੱਚੋਂ ਬਜਾਏ ਕਹਿੰਦੇ ਤੁਹਾਨੂੰ ਅਸੀਂ 4 ਸਾਲ 'ਚ ਦੇਵਾਂਗੇ। ਜਿਹੜਾ 55 ਸਾਲ ਦਾ ਹੋ ਗਿਆ, ਅੱਗੇ ਉਹ ਇੰਗਲਿਸ਼ ਦਾ ਟੈਸਟ ਨਹੀਂ ਸੀ ਦੇਣਾ ਪੈਂਦਾ ਲਿਬਰਲ ਵੇਲੇ, ਉਹਨਾਂ ਨੇ ਆ ਕੇ ਕੀ ਕੀਤਾ, ਕਹਿੰਦੇ 65 ਸਾਲ ਕਰ ਦਿਆਂਗੇ। ਸੀਨੀਅਰ ਦੀ ਗੱਲ ਦੇਖ ਲਓ, ਕਹਿੰਦੇ ਸੀਗੇ ਵੀ ਅਸੀਂ ਜੇ ਉਹ ਰਹਿੰਦੇ ਜਿਹੜੀ ਰਿਟਾਇਰਮੈਂਟ ਏਜ ਸੀਗੀ 65 ਤੋਂ ਵਧਾ ਕੇ 67 ਕਰ ਦੇਣੀ। ਸੋ ਇਹ ਜਿਹੜੀਆਂ ਅੱਜ ਉਹ ਟੂਲ ਗੱਲਾਂ ਕਰ ਰਹੇ ਨੇ ਨਾ, ਇਹ ਸਿਰਫ ਲੋਕਾਂ ਨੂੰ ਇਹਦੇ ਵਿੱਚ ਨਹੀਂ ਆਉਣਾ ਚਾਹੀਦਾ, ਦੇਖਣਾ ਚਾਹੀਦਾ ਕਿ ਇਹਨਾਂ ਦਾ ਪਿਛਲਾ ਰੈਕਰਡ ਕੀ ਆ। ਇਹ ਕਹਿੰਦੇ ਕੁਛ ਹੋਰ ਨੇ, ਜਦੋਂ ਆ ਜਾਂਦੀ ਹੈ ਇਹਨਾਂ ਕੋਲ ਸੱਦਾ 'ਚ ਆ ਜਾਂਦੇ ਨੇ, ਫਿਰ ਕਰਦੇ ਕੁਛ ਹੋਰ। ਪਰ ਸਾਡੇ ਕੋਲ ਲਾ ਲਓ ਲਿਬਰਲ ਦੀ ਇੱਕ ਪਾਲਿਸੀ ਜਿਹੜੀ ਹੈਗੀ ਆ, ਮੈਂ ਕਹਿ ਸਕਦਾ ਵੀ ਜਿਹੜੀ ਅਸੀਂ ਵਾਅਦਾ ਕੀਤਾ ਉਹਨੂੰ ਅਸੀਂ ਨਿਭਾਇਆ। ਠੀਕ ਹੈ ਨਹੀਂ? ਚਾਹੇ ਉਹ ਅੱਜ ਇਮੀਗ੍ਰੇਸ਼ਨ ਬਾਰੇ ਗੱਲ ਕਰ ਲਈਏ, ਚਾਹੇ ਉਹ ਇਨਫਰਾਸਟਰਕਚਰ ਇਨਵੈਸਟਮੈਂਟਸ ਬਾਰੇ ਗੱਲ ਕਰ ਲਈਏ, ਚਾਹੇ ਉਹ ਕੋਵਿਡ ਦੇ ਵਿੱਚ ਵੀ। ਦੇਖੋ ਉਸ ਵੇਲੇ ਤਾਂ ਉਹ ਟੂਲ ਵੀ ਕਹਿੰਦੇ ਸੀ ਕੋਵਿਡ ਵੇਲੇ ਵੀ ਜੀ ਅਸੀਂ ਤਾਂ ਐ ਚੁਟਕੀ ਦੇ ਨਾਲ ਜਿਹੜੀ ਅਖਰੇ ਵੈਕਸੀਨੇਸ਼ਨ ਦਾ ਹੱਲ ਕਰ ਦਿਆਂਗੇ, ਤੇ ਵੀ ਇਹਨਾਂ ਤੋਂ ਸਤੰਬਰ ਤੇ ਐਂਡ ਤਾਈਂ ਨਹੀਂ ਹੱਲ ਹੋਣਾ। ਇਹ ਜਦੋਂ ਅਸੀਂ ਕਿਹਾ ਵੀ ਸਤੰਬਰ 2 ਮਹੀਨੇ ਪਹਿਲਾਂ, ਸਤੰਬਰ ਤੋਂ ਐਂਡ ਹੋਣ ਤੋਂ ਪਹਿਲਾਂ ਜਿਹੜੀ ਸੀ 66 ਮਿਲੀਅਨ ਡੋਜ਼ ਲਿਆ ਕੇ ਵੈਕਸੀਨੇਸ਼ਨ ਲੋਕਾਂ ਤਾਈਂ ਮੁਹੱਈਆ ਕੀਤੀ। ਸੋ ਲਿਬਰਲ ਦਾ ਇੱਕ ਪ੍ਰੂਵਨ ਰੈਕਰਡ ਹੈਗਾ ਜਿਹੜਾ, ਔਰ ਇੱਥੇ ਲੋਕਲੀ ਵੀ ਜਦੋਂ ਮੈਂ ਸਰੀ ਨਿਊਟਨ ਦੀ ਗੱਲ ਕਰਦਾ, ਕਦੇ ਇਹ ਤਾਂ ਹੈ ਨਹੀਂ ਵੀ ਆ ਗਏ ਜੀ ਬਸ ਇਲੈਕਸ਼ਨ ਆ ਗਿਆ ਤੇ ਮੈਂ ਆ ਕੇ ਅੱਜ ਲੋਕਾਂ ਨੂੰ ਕਹੀ ਜਾਂਦਾ ਵੀ ਜੀ ਮੈਂ ਐਂ ਕਰ ਦੂੰ, ਮੈਂ ਉਹ ਕਰ ਦੂੰ, ਮੈਂ ਤੁਹਾਡੇ ਤਾਈਂ ਮੇਰੀ ਬੜੀ ਸੌਖੀ ਪਹੁੰਚ ਹੋਊ, ਮੇਰਾ ਦਫ਼ਤਰ ਖੁੱਲ੍ਹਾ ਰਹੂ ਤੁਹਾਡੇ ਲਈ। ਪਰ ਪਿੱਛੇ ਕਰਕੇ ਦਿਖਾਇਆ। ਇੰਨਾ ਲੰਮਾ ਸਮਾਂ ਸਾਰਿਆਂ ਨਾਲੋਂ ਕੈਨੇਡਾ ਦੇ ਵਿੱਚ ਬਿਜੀ ਆਫਿਸ ਹੋਣ ਦੇ ਬਜਾਏ, ਇਹ ਨਹੀਂ ਵੀ ਬਾਰ-ਬਾਰ ਕੇਸ ਆਉਂਦੇ, ਸਿਰਫ ਸਿੰਗਲ ਇੰਡੀਵਿਜੂਅਲ ਕੇਸ ਆਉਂਦੇ। ਕਈ ਵਾਰ ਠੀਕ ਆ ਵੀ 2 ਮਿੰਟ ਦਾ ਸਮਾਂ ਹੁੰਦਾ ਜਾਂ ਮਿੰਟ ਦੇ ਸਮੇਂ ਤੇ ਗੱਲਾਂ ਕਰਕੇ ਚਲੇ ਜਾਣਾ, ਪਰ ਮੈਂ ਕਲੀਅਰਲੀ ਕਹਿ ਸਕਦਾ ਇੰਨੇ ਵਲਨਰੇਬਲ ਲੋਕ ਜਿਹੜੇ ਨੇ, ਮੇਰੀ ਕੰਸਟੀਟੂਐਂਸੀ ਬਾਹਰਲੀ ਕੰਸਟੀਟੂਐਂਸੀ ਤੋਂ ਆਉਂਦੇ। ਮੈਂ ਤਾਂ ਹੀ ਓਪਨਲੀ ਕਹਿ ਰਿਹਾ, ਟਾਕਸ ਲਾਈਨਸ ਓਪਨ ਨੇ, ਕੋਈ ਵੀ ਕਾਲਰ ਐਸਾ ਨਹੀਂ ਕਹਿ ਸਕਦਾ ਕਿ ਸਾਡੀ ਕੰਸਟੀਟੂਐਂਸੀ ਦੇ ਵਿੱਚੋਂ ਆਏ ਹੋਣ ਅਸੀਂ ਉਹਨਾਂ ਦੀ ਹੈਲਪ ਜਿਹੜੀ ਆ ਕੰਨ ਤੋਂ ਨਾ, ਅਸੀਂ ਪੁੱਛਦੇ ਹੀ ਨਹੀਂ ਵੀ ਕਿੱਥੇ ਰਹਿੰਦਾ। ਰਿਸੋਰਸਿਸ ਤਾਂ ਸਾਰੇ ਐਮਪੀ ਨੂੰ ਉਨੇ ਹੀ ਮਿਲਦੇ ਆ। ਮੈਂ
ਜਿਹੜੇ ਦੂਸਰੇ ਕਨਸਟੀਟੂਐਂਟਸ ਜਿਹੜੇ ਉਹਨਾਂ ਨੂੰ ਆਪ ਦੇ ਮਿਲੇ ਰਿਸੋਰਸ ਦੇ ਵਿੱਚ ਕਿਉਂ ਕਿਉਂਕਿ ਆਪ ਦਾ ਮੈਂ 24/7 ਲੱਗੇ ਰਹਿਣਾ ਸੋ ਇਸ ਕਰਕੇ ਉਹ ਇਸ ਵੇਲੇ ਗੱਲਾਂ 'ਚ ਨਾ ਆਓ ਚਾਹੇ ਉਹ ਲੋਕਲ ਕੈਂਡੀਡੇਟਸ ਜਿਹੜੇ ਨੇ ਉਹ ਦੱਸ ਰਹੇ ਨੇ ਆਪਦੇ ਆਪ ਨੂੰ ਵੀ ਅਸੀਂ ਆਹ ਚੰਦ ਚਾੜ ਦਿਆਂਗੇ ਜਾਂ ਜਿਹੜਾ ਵਾ ਉਹ ਟੂਲ ਇਸ ਵੇਲੇ ਜਿਹੜਾ ਉਹ ਕਹਿ ਰਿਹਾ ਕਿਉਂਕਿ ਹੈ ਦੋ ਹੀ ਇਸ ਵੇਲੇ ਚੋਇਸ ਕਲੀਅਰ ਨੇ ਇਸ ਵੇਲੇ ਇੱਕ ਪਾਸੇ ਹੈਗੀ ਆ ਪ੍ਰੋਗਰੈਸਿਵ ਜਿਹੜੀ ਆ ਆਮ ਸਧਾਰਨ ਲੋਕਾਂ ਦੀ ਜਿਹੜੀ ਹੈਗੀ ਆ ਬਿਹਤਰਤਾ ਦੇ ਲਈ ਲਿਬਰਲ ਗਵਰਨਮੈਂਟ ਔਰ ਦੂਸਰੇ ਪਾਸੇ ਹੈਗੀ ਆ ਰਾਈਟ ਵਿੰਗ ਹਿਡਨ ਏਜੰਡਾ ਜਿਹੜਾ ਲੈ ਕੇ ਆ ਰਹੇ ਨੇ ਉਹ ਟੂਲ ਸੋ ਲੋਕਾਂ ਨੇ ਇਹ ਫੈਸਲਾ ਕਰਨਾ ਹੈਗਾ ਕਿ ਕਿੱਧਰਲੇ ਪਾਸੇ ਨੂੰ ਜਾਣਾ ਇਹ ਬੜਾ ਇਸ ਵੇਲੇ ਕ੍ਰਿਟੀਕਲ ਤਾਂ ਹੀ ਮੈਂ ਕਹਿੰਦਾ ਇਹ ਕ੍ਰਿਟੀਕਲ ਜਿਹੜਾ ਟਾਈਮ ਹੈਗਾ ਇਸ ਵੇਲੇ ਠੀਕ ਹੈ ਨਾ ਦੂਜੇ ਪਾਸੇ ਉਹ ਟੂਲ ਕਹਿੰਦੇ ਜੀ ਪਾਸਪੋਰਟ ਨਹੀਂ ਹੋਣੇ ਚਾਹੀਦੇ ਮੈਂ ਖੁੱਲੀ ਤੁਸੀਂ ਮੈਨੂੰ ਦੱਸੋ ਵੀ ਅਸੀਂ ਜਿਹੜੇ ਲੋਕ ਆ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਚਾਹੇ ਉਹਦੇ ਵਿੱਚ ਹੈ ਕੀ ਮਾੜਾ ਠੀਕ ਹੈ ਨਾ ਕਿਉਂਕਿ ਜੇ ਕੱਲ ਨੂੰ ਅਸੀਂ ਨਹੀਂ ਹੈ ਸਾਡੇ ਕੋਲ ਪ੍ਰੂਫ ਲੋਕੀ ਬਿਨਾਂ ਵੈਕਸੀਨੇਸ਼ਨ ਤੋਂ ਦੂਸਰੇ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾ ਰਹੇ ਆ ਠੀਕ ਹੈ ਨਾ ਅਸੀਂ ਐਜ਼ ਅ ਲਿਬਰਲ ਗਵਰਨਮੈਂਟ ਜਿਹੜਾ ਹੈਗਾ ਉਹਨੂੰ ਅਸੀਂ ਕਦੇ ਵੀ ਇਸ ਚੀਜ਼ ਨੂੰ ਨਹੀਂ ਦੇਖਾਂਗੇ ਔਰ ਸੋਚਾਂਗੇ ਵੀ ਨਹੀਂ ਵੀ ਲੋਕ ਜਿਹੜੇ ਨੇ ਉਸ ਖਤਰੇ 'ਚ ਪੈਣ ਬਿਲਕੁਲ ਸੁਖ ਧਾਲੀਵਾਲ ਜੀ ਕੁਝ ਫੇਸਬੁੱਕ ਦੇ ਉੱਤੇ ਬਹੁਤ ਸਾਰੇ ਜਿਹੜੇ ਲੋਕ ਨੇ ਆਪਣੇ ਦਰਸ਼ਕ ਨੇ ਉਹਨਾਂ ਦੇ ਕੁਝ ਸਵਾਲ ਆਏ ਮੈਂ ਤੁਹਾਨੂੰ ਪੁੱਛਾਂਗੀ ਪਰ ਇਸ ਤੋਂ ਪਹਿਲਾਂ ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਤੁਸੀਂ ਕਹਿੰਦੇ ਹੋ ਵੀ ਪਾਲਿਸੀਆਂ ਦੇ ਉੱਤੇ ਲੋਕ ਭਰੋਸਾ ਨਾ ਕਰਨ ਕਿਉਂਕਿ ਉਹ ਟੂਲ ਹੋਣੀ ਹਿਡਨ ਏਜੰਡਾ ਉਹਨਾਂ ਦਾ ਹੈਗਾ ਕਿਹੜੇ ਉਹ ਲੋਕ ਨੇ ਜਿਹੜੇ ਹਿਡਨ ਏਜੰਡੇ ਦੇ ਉੱਤੇ ਫੁੱਲ ਚੜਾ ਰਹੇ ਨੇ ਕਿਉਂਕਿ ਸਰਵੇ ਦੇ ਵਿੱਚ ਕੰਜ਼ਰਵੇਟਿਵ ਸਭ ਤੋਂ ਅੱਗੇ ਆ ਰਹੀ ਹੈ ਜਿੰਨੀ ਵਾਰੀ ਵੀ ਸਰਵੇ ਹੋ ਰਿਹਾ ਕੰਜ਼ਰਵੇਟਿਵ ਅੱਗੇ ਲਿਬਰਲ ਪਿੱਛੇ ਜਾ ਰਹੀ ਹੈ ਨਹੀਂ ਦੇਖੋ ਜਿਹੜੇ ਸਰਵੇ ਅਸਲੀ ਇਹ ਹਮੇਸ਼ਾ ਇਦਾਂ ਹੁੰਦਾ ਰਿਹਾ ਦੇਖੋ 2015 ਦੇ ਵਿੱਚ ਜਿਹੜਾ ਸੀਗਾ ਉਹ ਤੀਜੇ ਨੰਬਰ ਦੀ ਪਾਰਟੀ ਸੀ ਤੀਜੇ ਨੰਬਰ ਤੋਂ ਪਹਿਲੇ ਨੰਬਰ ਦੀ ਆ ਗਈ ਪਿਛਲੇ ਇਲੈਕਸ਼ਨ 'ਚ ਵੀ ਇਹੀ ਕੁਝ ਚੱਲਦਾ ਸੀ ਜੀ ਵੀ ਗਏ ਜੀ ਠੀਕ ਹੈ ਨਾ ਪਰ ਅਸਲੀ ਪੋਲ ਕਦੋਂ ਮੈਟਰ ਕਰਦਾ ਜਿਹੜਾ ਬਕਸੇ ਦੇ ਵਿੱਚ ਕਿਉਂਕਿ ਲੋਕ ਬੜੇ ਸੁਚੇਤ ਨੇ ਅੱਜ ਕੱਲ੍ਹ ਉਹ ਜਦੋਂ ਆਪਣਾ ਰਿਪਰੈਜ਼ੈਂਟੇਟਿਵ ਚੁਣਦੇ ਆ ਉਹ ਇਹ ਨਹੀਂ ਵੀ ਅੱਜ ਆਹ ਪੋਲ ਆ ਗਿਆ ਕੱਲ ਨੂੰ ਉਹ ਪੋਲ ਉਹਦੇ ਉਹ ਦੇਖਦੇ ਨੇ ਵੀ ਸਾਡੇ ਲਈ ਬਿਹਤਰਤਾ ਲਈ ਹੁਣ ਜਦੋਂ ਮੈਂ ਆਪਣੇ ਇਕੱਲੇ ਇਸ਼ੂ ਤੇ ਗੱਲ ਕੈਨੇਡਾ ਚਾਈਲਡ ਬੈਨੀਫਿਟ ਦੀ ਗੱਲ ਕਰ ਲਈਏ ਜੇ 25,000 ਜਿਹੜਾ ਵਾ ਬੱਚੇ ਦੀ ਹੈਲਪ ਜਿਹੜੀ ਆ ਉਹ ਮੇਰੀ ਕੰਸਟੀਟੂਐਂਸੀ ਦੇ ਵਿੱਚ ਹੋਈ ਆ ਠੀਕ ਹੈ ਨਾ $100 ਮਿਲੀਅਨ ਬੱਚਿਆਂ ਦੇ ਲਈ ਜਿਹੜਾ ਵਾ ਉਹ ਕੈਨੇਡਾ ਚਾਈਲਡ ਬੈਨੀਫਿਟ ਜਿਹੜਾ ਇਕੱਲੇ ਸਰੀ ਨਿਊਟਨ 'ਚ ਆਇਆ ਇੱਕ ਰਾਈਡਿੰਗ 'ਚ ਜਿਹੜੇ ਨੇ ਡਜਨਟ ਮੈਟਰ ਕੰਜ਼ਰਵੇਟਿਵ ਸੀ ਲਿਬਰਲ ਆ ਤਾਂ ਬੱਚਿਆਂ ਦੇ ਹਿਸਾਬ ਨਾਲ ਲਈ ਨਾ ਉਹ ਜਿਹੜੇ ਇਹ ਕੀ ਕਰਦੇ ਸੀ ਇਹ ਕਹਿੰਦੇ ਜੀ ਅਸੀਂ ਉਹਨੂੰ ਆ ਕੇ ਖਤਮ ਕਰ ਦਿਆਂਗੇ $10 ਡੇ ਕੇਅਰ ਲਿਆ ਰਹੇ ਵਿਮਨ ਇੰਪਾਵਰਮੈਂਟ ਦੀ ਗੱਲ ਜਿਹੜੀ ਆ ਉਹ ਪ੍ਰਾਈਮ ਮਿਨਿਸਟਰ ਹਾਰਪਰ ਵੇਲੇ ਵੀ ਕਹਿੰਦੇ ਸੀ ਪਰ ਕਿਹੜੀ ਉਹਨਾਂ ਨੇ ਸਾਰਥਕ ਪਾਲਿਸੀਆਂ ਲੈ ਕੇ ਆਉਂਦੀਆਂ ਕੋਈ ਨਹੀਂ ਪਰ ਜਦੋਂ ਵਿਮਨ ਇੰਪਾਵਰਮੈਂਟ ਦੀ ਅਸਲੀ ਗੱਲ ਆਈ ਜਸਟਨ ਟਰੂਡੋ ਜਿਨ੍ਹਾਂ ਨੇ ਪਹਿਲਾਂ ਬਰਾਬਰ ਦੀਆਂ ਪਦਵੀਆਂ ਦਿੱਤੀਆਂ ਮਿਨਿਸਟਰੀ ਦੇ ਵਿੱਚ ਅੱਜ ਹਰ ਇੱਕ ਪਾਲਿਸੀ ਜਿਹੜੀ ਆ ਚਾਹੇ ਉਹ ਸਾਡੀ ਇੰਟਰਨੈਸ਼ਨਲ ਪਾਲਿਸੀ ਹੋਵੇ ਮੈਂ ਹੁਣ ਇੰਟਰਨੈਸ਼ਨਲ ਟ੍ਰੇਡ ਕਮੇਟੀ ਤੇ ਬੈਠਾ ਉਹਦੇ ਵਿੱਚ ਹਮੇਸ਼ਾ ਇਹ ਦੇਖਿਆ ਗਿਆ ਵੀ ਜਿਹੜਾ ਅਸੀਂ ਐਗਰੀਮੈਂਟ ਸਾਈਨ ਕਰਦੇ ਹਾਂ ਉਹ 'ਚ ਇਨਵਾਇਰਮੈਂਟਲ ਲੇਬਰ ਫੋਰਸ ਤੇ ਵਿਮਨ ਐਂਡ LGBTQ ਕਮਿਊਨਿਟੀ ਜਿਹੜੀਆਂ ਉਹਨਾਂ ਨੂੰ ਮੇਕ ਸ਼ੋਰ ਕਰਕੇ ਵੀ ਉਹਨਾਂ ਨੂੰ ਅਸੀਂ ਇਸ ਤਰੀਕੇ ਨਾਲ ਇੰਪਾਵਰ ਜਿਹੜਾ ਕਰਦੇ ਹੁਣ ਕੈਨੇਡਾ ਚਾਈਲਡ ਬੈਨੀਫਿਟ ਜਾਂ $10 ਡੇ ਕੇਅਰ ਜਿਹੜਾ ਸੀ ਇਹ ਵਿਮਨ ਇੰਪਾਵਰਮੈਂਟ ਦੀ ਗੱਲ ਆ ਔਰ ਉਹਦੇ ਵਿੱਚ ਉਹ ਟੂਲ ਕੀ ਕਹਿੰਦੇ ਆ ਕਹਿੰਦੇ ਮੈਂ ਖਤਮ ਕਰ ਦੂੰ ਸੋ ਹਰ ਇੱਕ ਚੀਜ਼ ਜਿਹੜੀ ਸਾਰਥਕ ਪਾਲਿਸੀ ਹੈਗੀ ਆ ਪ੍ਰੋਗਰੈਸਿਵ ਪਾਲਿਸੀ ਹੈਗੀ ਉਹਨੂੰ ਉਹ ਖਤਮ ਕਰਨਾ ਚਾਹੁੰਦੇ ਕਿਉਂਕਿ ਕੁਝ ਕੁ ਲੋਕ ਹੈਗੇ ਨੇ ਦੇਖੋ ਹਰੇਕ ਪਾਰਟੀ ਦੇ ਅੱਡੋ ਅੱਡ ਸਪੋਰਟਰ ਹੈਗੇ ਠੀਕ ਹੈ ਨਾ ਕੰਜ਼ਰਵੇਟਿਵ ਦੇ ਸਰਟਨ ਪੀਪਲ ਜਿਹੜੇ ਉਹਨਾਂ ਨੇ NDP ਦੇ ਹੋਣਗੇ ਕੁਝ ਗ੍ਰੀਨ ਦੇ ਹੋਣਗੇ ਕੁਝ ਲਿਬਰਲ ਦੇ ਹੋਣਗੇ ਪਰ ਜਿਹੜੇ ਲੋਕ ਫੈਸਲਾ ਕੌਣ ਕਰਨਾ ਹੈਗਾ ਉਹ ਲੋਕ ਨੇ ਜਿਨ੍ਹਾਂ ਨੇ ਇਹ ਦੇਖ ਕੇ ਕਰਨਾ ਵੀ ਇਸ ਵੇਲੇ ਸਾਡਾ ਕਿਹੜਾ ਪਰਖਿਆ ਹੋਇਆ ਲੀਡਰ ਕਿਹੜੀਆਂ ਪਾਲਿਸੀ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਆਈਆਂ ਜਿਨ੍ਹਾਂ ਨੇ ਲੋਕਾਂ ਦਾ ਜਿਹੜਾ ਸੀ ਫਾਇਦਾ ਕੀਤਾ ਉਸ ਦੇ ਬੇਸ ਤੇ ਔਰ ਅੱਗੇ ਵੀ ਜੇ ਹੁਣ ਅੱਗੇ ਅਸੀਂ ਫਿਊਚਰ ਦੀ ਗੱਲ ਕਰਦੇ ਹਾਂ ਅਸੀਂ ਕੋਈ ਡਿਫਰੈਂਟ ਪਾਲਿਸੀ ਨਹੀਂ ਜੇ ਪਲੇਟਫਾਰਮ ਦੇਖੋ ਬੜਾ ਕਲੀਅਰ ਐਂਡ ਪਾਰਦਰਸ਼ੀ ਹੈਗਾ ਸਾਰਿਆਂ ਨੂੰ ਪਹਿਲਾਂ ਕਿਹਾ ਵੀ ਅਸੀਂ ਕੋਵਿਡ ਦੇ ਨਾਲ ਜਿਹੜੀ ਆ ਉਹ ਫਾਈਟ ਕਰਾਂਗੇ 19 ਦੇ ਨਾਲ ਫਾਈਟ ਤਾਂ ਅੱਗੇ ਵੀ ਕੀਤੀ ਪਰ ਹੁਣ ਮੇਕ ਸ਼ੋਰ ਕਰਾਂਗੇ ਜਿਸ ਤਰ੍ਹਾਂ ਚਾਹੇ ਉਹ ਪਾਸਪੋਰਟ ਦੀ ਗੱਲ ਆ ਜੇ ਚਾਹੇ ਉਹ ਰਿਸਰਚ ਦੀ ਕੋਵਿਡ ਦੇ ਉੱਤੇ ਗੱਲ ਆ ਜੇ ਜਾਂ ਉਹਦੇ ਆਫਟਰਮੈਥ ਫੈਕਟਸ ਦੀ ਗੱਲ ਆ ਜੇ ਜਾਂ ਬੂਸਟਰ ਸ਼ਾਟਸ ਦੀ ਗੱਲ ਆ ਜੇ ਉਹ ਹੋ ਗਈ ਉਹਦੇ ਵਿੱਚ ਫਿਰ ਅਸੀਂ ਇਹ ਕਿਹਾ ਵੀ ਅਸੀਂ ਜਿਹੜੇ ਅਫੋਰਡੇਬਲ ਹਾਊਸਿੰਗ ਜਿਹੜੀ ਆ ਉਹ ਲੋਕਾਂ ਲਈ ਔਰ ਪਿੱਛੇ ਵੀ ਕੀਤਾ $40 ਬਿਲੀਅਨ 4 years ਇਨਵੈਸਟਮੈਂਟ ਕੀਤੇ ਰੈਪਿਡ ਹਾਊਸਿੰਗ ਲਈ ਜਿਹੜੇ ਸੀਗੇ ਉਹ ਸਰੀ ਨੂੰ ਪੈਸੇ ਦਿੱਤੇ ਜਾਂ ਹੋਰ ਮੇਅਰ ਸੀਗੇ ਸਿੱਧੇ ਸਿਟੀ ਨੂੰ ਹੁਣ ਵੀ ਹੈਗਾ 1.4 ਮਿਲੀਅਨ ਜਿਹੜੇ ਨਿਊ ਹੋਮਸ ਬਣਾਵਾਂਗੇ ਜਾਂ ਰੈਨੋਵੇਟ ਕਰਾਂਗੇ ਮਿਡਲ ਕਲਾਸ ਫੈਮਿਲੀ ਲਈ ਔਰ ਹੋਮ ਟੈਕਸ ਕ੍ਰੈਡਿਟ ਲੈ ਕੇ ਆਵਾਂਗੇ ਅਪ ਟੂ $30,000 ਸੇਵ ਕਰ ਸਕਣ ਆਪਦੀ ਡਾਊਨ ਪੇਮੈਂਟ ਇਸ ਵੇਲੇ ਡਾਊਨ ਪੇਮੈਂਟ ਹੀ ਵੱਡਾ ਮੁੱਦਾ ਹੈਗਾ ਉਹ ਸੇਵ ਕਰ ਸਕਦੇ ਆ ਔਰ ਉਸ ਤੋਂ ਬਾਅਦ ਮਾਰਗੇਜ ਪੇਮੈਂਟ ਜਿਹੜੀਆਂ ਬੈਂਕਾਂ ਨਾਲ
रल के वो नीचे लैके आवांगे। रैंटल टू ओनरशिप की गल और 2 साल ਲਈ ਜਿਹੜਾ ਹੈਗਾ ਫੋਰਨ ਬਾਇਰ ਨੂੰ ਬੰਦ ਕਰਨਾ ਔਰ ਨਵਾਂ ਟੈਕਸ ਲੈ ਕੇ ਆਉਣਾ ਫੋਰਨ ਬਾਇਰ ਤੇ। ਸੋ ਇਹ ਹੈਗੀ ਆ ਅਫੋਰਡੇਬਿਲਟੀ। ਉਦੋਂ ਬਾਅਦ ਸੀਨੀਅਰ ਦੀ ਗੱਲ ਕਰ ਲਈਏ, ਦੇਖੋ ਕੰਜ਼ਰਵੇਟਿਵ ਕਹਿੰਦੇ ਸੀ ਅਸੀਂ 65 ਸਾਲ ਤੋਂ ਵਧਾ ਕੇ 67 ਸਾਲ, ਅਸੀਂ ਜਿਹੜੇ 75 ਤੋਂ ਵੱਧ ਸੀਨੀਅਰ ਹੈਗੇ ਨੇ ਉਹਨਾਂ ਨੂੰ 10% ਜਿਹੜਾ ਸੀਗਾ ਉਹਦੇ ਵਿੱਚ ਵਾਧਾ ਕੀਤਾ। ਔਰ ਹੁਣ ਇਹ ਹੈਗਾ ਐਲਾਨ ਕਿ ਅਸੀਂ ਜੇ 65 ਸਾਲ ਤੋਂ ਵੱਧ ਵੀ ਸੀਨੀਅਰ ਉਹਨੂੰ ਅਸੀਂ $500 ਤੇ ਜੇ ਕਪਲ ਹੈਗਾ ਉਹਨੂੰ $750 ਜਿਹੜਾ ਹੈਗਾ ਸੀਨੀਅਰ ਨੂੰ। ਔਰ ਸੀਨੀਅਰ ਕੇਅਰ ਦੇ ਲਈ 50,000 ਜਿਹੜੇ ਨੇ, ਕਿਉਂਕਿ ਹੋਮ ਕੇਅਰ ਬੜੀ ਜ਼ਰੂਰੀ ਆ। ਬਹੁਤ ਸਾਰੇ ਤੁਹਾਡੇ ਜਿਹੜੇ ਦਰਸ਼ਕ ਇਸ ਵੇਲੇ ਜਾਂ ਹੈਗੇ ਨੇ ਸੁਣ ਰਹੇ, ਬਹੁਤ ਸਾਰੇ ਪੇਰੈਂਟਸ ਨਾਲ ਰਹਿੰਦੇ ਆ। ਔਰ ਜੇਕਰ ਕਿਸੇ ਨੂੰ ਉਹਨੂੰ ਐਕਸੈਸੀਬਿਲਿਟੀ ਕਰਨਾ ਹੈਗਾ ਘਰ ਨੂੰ, ਉਹਨੂੰ ਅਪ ਟੂ $1,500 ਉਹ ਕ੍ਰੈਡਿਟ ਦੇਵਾਂਗੇ। ਜੇ ਕਿਸੇ ਨੇ ਰੈਨੋਵੇਟ ਕਰਨਾ ਘਰ ਨੂੰ ਉਹਦੇ ਵਿੱਚ ਅਸੀਂ ਮਦਦ ਕਰਾਂਗੇ। 50,000 ਜਿਹੜੇ ਹੋਮ ਕੇਅਰ ਵਰਕਰ ਜਿਹੜੇ ਆ ਉਹਨੂੰ ਟ੍ਰੇਨ ਕਰਕੇ ਮਿਨੀਮਮ $25 ਉਹਨਾਂ ਦੀ ਵੇਜ ਹੋਊ ਤਾਂ ਕਿ ਸਾਡੇ ਸੀਨੀਅਰ ਜਿਹੜੇ ਆ ਉਹਨਾਂ ਦੀ ਸਿਹਤ ਸੇਵਾਵਾਂ ਚੰਗੀਆਂ ਹੋ ਸਕਣ। ਹੈਲਥ ਕੇਅਰ ਦੀ ਗੱਲ ਕਰਦੇ ਆ, 7500 ਇਸ ਵੇਲੇ ਫੈਮਿਲੀ ਡਾਕਟਰ ਨਹੀਂ ਮਿਲ ਰਹੇ, ਠੀਕ ਹੈ ਨਾ। ਉਹਦੇ ਵਿੱਚ ਜਿਹੜੀ ਹੈਗੀ ਆ 7500 7500 ਫੈਮਿਲੀ ਫਿਜ਼ੀਸ਼ੀਅਨ ਜਿਹੜੇ ਨੇ ਉਹਨਾਂ ਨੂੰ ਲੈ ਕੇ ਆਉਣ ਵਾਸਤੇ ਜਿਹੜੀ ਆ ਉਹ ਮਦਦ ਕਰਨੀ। ਔਰ ਵੇਟ $6 ਬਿਲੀਅਨ ਪਾਵਾਂਗੇ ਤਾਂ ਕਿ ਜਿਹੜੀਆਂ ਹੈਲਥ ਵੇਟ ਲਿਸਟ ਜਿਹੜੀਆਂ ਨੇ ਉਹ ਖਤਮ ਕੀਤੀਆਂ ਜਾਣ। ਇਹ ਹੈਲਥ ਪ੍ਰਤੀ ਆ। ਐਨਵਾਇਰਨਮੈਂਟ ਦਾ ਮੁੱਦਾ ਹੈਗਾ, ਉਹਦੇ ਵਿੱਚ ਹੈਗਾ ਕਿ 2050 ਤੱਕ ਜ਼ੀਰੋ ਨੈਟ ਮਿਸ਼ਨ ਜਿਹੜੇ ਨੇ ਉਹ ਕ੍ਰੀਏਟ ਕਰਾਂਗੇ। ਨਵੀਆਂ ਟੈਕਨੋਲੋਜੀ ਲੈ ਕੇ ਆਵਾਂਗੇ, ਇਨੋਵੇਸ਼ਨ ਲੈ ਕੇ ਆਵਾਂਗੇ ਤਾਂ ਕਿ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਜਿਹੜੀਆਂ ਗ੍ਰੀਨ ਜੌਬਸ ਜਿਹੜੀਆਂ ਉਹ ਮਿਲ ਸਕਣ। ਔਰ ਕੈਨੇਡਾ ਦੁਨੀਆ ਲੈਵਲ ਤੇ ਇੰਡੀਜਨਸ ਪੀਪਲ ਦੀ ਗੱਲ ਕੀਤੀ, ਕਿਉਂਕਿ ਹੁਣ ਆਪਾਂ ਦੇਖਦੇ ਹਾਂ ਉਹ ਵੀ ਇਸ ਵੇਲੇ ਮੁੱਦਾ ਪੱਕ ਕੇ ਆਇਆ। ਉਹ ਰਿਕਨਸੀਲੀਏਸ਼ਨ ਦੀ ਗੱਲ ਆ ਔਰ ਉਹਨਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਦੀ ਗੱਲ ਹੈਗੀ ਆ, ਉਹ ਕਰਾਂਗੇ। ਔਰ ਕਿਉਂਕਿ ਇਹ ਬਹੁਤ ਅਹਿਮ ਮੁੱਦਾ ਹੈ। ਕੈਨੇਡਾ ਦੀ ਹਿਸਟਰੀ ਦੇ ਉੱਤੇ ਇੱਕ ਧੱਬਾ, ਇੱਕ ਦਾਗ ਲੱਗਿਆ ਹੈ ਇਸ ਮਾਮਲੇ ਕਰਕੇ ਜੋ ਔਰ ਉਸ ਦੇ ਵਿੱਚ ਜਿਹੜੀ ਹੈਗੀ ਆ ਰੀਕਨਸੀਲੀਏਸ਼ਨ ਤੇ ਆਲਰੇਡੀ ਅਸੀਂ ਕੰਮ ਜਿਹੜਾ ਉਹ ਕਰ ਰਹੇ ਹੈਗੇ ਆ। ਔਰ ਜਿਹੜੀਆਂ ਅਸੀਂ ਬੋਇਲਿੰਗ ਜਿਹੜੀਆਂ ਅਸੀਂ ਡਰਿੰਕਿੰਗ ਵਾਟਰ ਐਡਵਾਈਜ਼ਰੀ, ਮੈਂ ਪਹਿਲਾਂ ਵੀ ਗੱਲ ਕੀਤੀ ਹੈ ਸ਼ਾਇਦ ਤੁਹਾਡੇ ਸ਼ੋਅ ਤੇ, ਕਿ BC ਦੇ ਵਿੱਚੋਂ ਟੋਟਲ ਜਿਹੜੀਆਂ ਨੇ ਉਹ ਅਪਲਿਫਟ ਕਰਤੀਆਂ ਤੇ ਉਹ ਤੇ ਵੀ ਅਸੀਂ ਕੰਟੀਨਿਊ ਕਰਾਂਗੇ। ਸੋ ਜਿਹੜੇ ਇਹ ਮਸਲੇ ਸਾਰੇ ਆਪਾਂ ਗੱਲ ਕਰ ਰਹੇ ਹਾਂ ਇਹ ਉਹ ਨੇ ਪ੍ਰੋਗਰੈਸਿਵ ਮਸਲੇ ਜਿਹੜੇ ਆਮ ਸਧਾਰਨ ਲੋਕਾਂ ਦੀ ਜ਼ਿੰਦਗੀ ਨੂੰ ਇਫੈਕਟ ਕਰ ਰਹੇ ਨੇ। ਸੋ ਉਸ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਪਲੇਟਫਾਰਮ ਲੈ ਕੇ ਆਏ ਔਰ ਉਹ ਜਿਹੜਾ ਸਾਰਾ ਜਿਹੜਾ ਵਾ ਉਹ ਕਾਸਟਡ ਹੈਗਾ। ਬਿਲਕੁਲ। ਸੁਖ ਧਾਲੀਵਾਲ ਜੀ, ਕੁਝ ਆਪਣੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਸਵਾਲ ਨੇ। ਸਭ ਤੋਂ ਪਹਿਲਾਂ ਇੱਥੇ ਮੁਕੇਸ਼ ਸ਼ਰਮਾ ਪੁੱਛਦੇ ਨੇ, ਜਿਨ੍ਹਾਂ ਨੇ TR to PR ਅਪਲਾਈ ਕੀਤਾ ਔਰ ਓਪਨ ਵਰਕ ਪਰਮਿਟ ਲਈ ਅਪਲਾਈ ਕੀਤਾ ਹੋਇਆ, ਉਹਨਾਂ ਲਈ ਕੁਝ ਤਾਂ ਕਰੋ। ਇੱਕ ਪਰਸਨ ਤੇ 4 ਡਿਪੈਂਡੈਂਟ ਹੋ ਸਕਦੇ ਘਰ ਦੇ ਵਿੱਚ, ਪਰ ਹਾਲੇ ਤੱਕ ਕੁਝ ਨਹੀਂ ਹੋਇਆ। ਸੋ ਪਹਿਲਾਂ ਦੇਖੋ ਜਿਹੜਾ ਇਹ ਕਹਿਣਾ ਕਿ TR to PR ਜਿਹੜਾ ਮੇਰੇ ਹਿਸਾਬ ਨਾਲ ਬਹੁਤ ਛੇਤੀ ਆ ਰਿਹਾ। ਬਹੁਤ ਸਾਰੇ ਲੋਕ ਮਿਸਟਰ ਸ਼ਰਮਾ ਨੂੰ ਜਿਹੜਾ ਵਾ ਸ਼ਾਇਦ ਉਹਨਾਂ ਦਾ, ਕਿਉਂਕਿ ਹਰੇਕ ਫਾਈਲ ਡਿਫਰੈਂਟ, ਜੇ ਉਹਨਾਂ ਨੇ ਆਪਦੀ ਪਰਸਨਲ ਫਾਈਲ ਬਾਰੇ ਕੋਈ ਗੱਲ ਕਰਨੀ ਉਹ ਜਿਹੜਾ MP ਆਪਦੇ ਕੋਲ ਜਾ ਸਕਦੇ ਜਾਂ ਮੇਰੇ ਕੋਲ। ਪਰ ਮੈਂ ਇਹ ਦੱਸ ਰਿਹਾ ਜਿਹੜੇ TR to PR ਐਪਲੀਕੇਸ਼ਨ ਸੀ ਉਹ ਆਲਰੇਡੀ ਉਹਨਾਂ ਨੂੰ, ਜਿਨ੍ਹਾਂ ਦੇ ਪਹਿਲਾਂ 27,000 ਐਪਲੀਕੇਸ਼ਨ ਕੀਤੀ ਸੀਗੀ, 27,232 ਐਪਲੀਕੇਸ਼ਨ ਦੀ, ਉਹਨਾਂ ਨੂੰ ਆਲਰੇਡੀ ਜਿਹੜੇ ਨੇ ਉਹ ਆ ਗਏ, ਉਹਨਾਂ ਨੂੰ ਇਮੀਗ੍ਰੇਸ਼ਨ ਜਿਹੜੀ ਆ ਉਹਨਾਂ ਦੀ ਕਲੀਅਰ ਹੋ ਗਈ। ਔਰ ਬਹੁਤ ਸਾਰੇ ਲੋਕ ਮੈਨੂੰ ਕਹਿ ਰਹੇ ਨੇ ਬੜੇ ਖੁਸ਼ੀ ਦੇ ਨਾਲ ਜੀ, ਕਿਉਂਕਿ ਅਸੀਂ ਉਹਨਾਂ ਦੀ ਫਾਈਲ ਤੇ ਕੰਮ ਵੀ ਕੀਤਾ, ਉਹ ਧੰਨਵਾਦ ਕਰ ਰਹੇ ਵੀ ਸਾਡਾ ਤਾਂ ਜੀ ਜਿਹੜਾ ਕੰਮ ਹੋ ਗਿਆ। ਹੋ ਸਕਦਾ ਕੋਈ ਜਿਹੜੀਆਂ ਫਾਈਲਸ ਹੈਗੀਆਂ ਨੇ ਕੋਈ ਕੰਪਲੈਕਸ ਕੇਸਿਸ ਹੋਣ, ਕੋਈ ਇਸ਼ੂਜ਼ ਹੋਣ ਫਾਈਲ ਤੇ, ਉਸ ਕਰਕੇ ਡਿਲੇ ਹੋਵੇ। ਉਸ ਲਈ ਉਹ ਜਿਹੜਾ ਨੇ ਮਿਸ ਸ਼ਰਮਾ ਉਹ ਆਪਦੇ MP ਨੂੰ ਜਾਂ ਸਰਟਨਲੀ ਸਾਡੇ ਦਫ਼ਤਰ ਨੂੰ ਲਿਖ ਸਕਦੇ ਨੇ। ਠੀਕ ਹੈ। ਸੋ ਪਾਲ ਸੰਧੂ ਇੱਥੇ ਲਿਖਦੇ ਨੇ, ਇਟਸ ਲੌਂਗ ਟਾਈਮ ਡਿਸਟੈਂਸ, ਵੀ ਕਾਂਟ ਡੀਲ ਵਿਦ ਦ ਡਿਪਰੈਸ਼ਨ ਐਂਡ ਮੈਂਟਲ ਸਟ੍ਰੈਸ, ਪਲੀਜ਼ ਗਿਵ ਆਵਰ ਰਿਜ਼ਲਟ ਆਫ ਸਪਾਊਸ ਓਪਨ ਵਰਕ ਪਰਮਿਟ ਇਨ ਇੰਡੀਆ। ਦੇਖੋ ਜਿਹੜਾ ਉਹਦੇ ਵਿੱਚ ਕੇਸ ਬਾਈ ਕੇਸ ਅਸੀਂ ਫੈਸਲਾ ਲੈ ਰਹੇ ਹਾਂ, ਠੀਕ ਹੈ ਨਾ। ਬਈ ਓਪਨ ਸਪਾਊਸ ਜਿਹੜਾ ਫਸਟ ਆਫ ਆਲ ਜਿਹੜਾ ਹੈਗਾ ਉਹਦੇ ਵਿੱਚ ਦੇਖਦੇ, ਕਿਉਂਕਿ ਕਈ ਜਿਹੜੇ ਨੇ ਪਿੱਛੇ ਇਸ਼ੂ ਆਏ, ਮੈਂ ਹੁਣ ਫਾਈਲ ਬਾਈ ਫਾਈਲ ਦੇਖਦਾ। ਉਹ ਕਈ ਵਾਰ ਕੀ ਹੋਇਆ ਕਿ ਉਹ ਹੁਣ ਜਿਹੜੇ ਇਮੀਗ੍ਰੇਸ਼ਨ ਆਫਿਸਰ ਆ ਉਹਦੇ ਕੋਲ ਪਾਵਰ ਹੈਗੀ ਆ। ਦੇਖੋ ਇਹਦੇ ਵਿੱਚ ਤਾਂ ਮੰਨਣਾ ਪਊਗਾ, ਡਜਨ ਮੈਟਰ ਚਾਹੇ ਉਹ ਅੱਜ ਇਹ ਗੌਰਮੈਂਟ ਹੈ ਜਾਂ ਦੂਜੀ, ਜਿਹੜੀ ਉਹ ਪਾਵਰ ਹੈਗੀ ਉਹਦੇ ਵਿੱਚ ਇੱਕ ਜੇਸਨ ਕੈਨੀ ਰੈਗੂਲੇਸ਼ਨ 4 ਬਣਾ ਕੇ ਗਏ ਸੀ। ਉਹ ਰੈਗੂਲੇਸ਼ਨ 4 ਇਹ ਕਹਿੰਦਾ ਵੀ ਜਦੋਂ ਇੱਕ ਤਾਂ ਤੁਸੀਂ ਸਪਾਊਸ ਹੋਵੋ, ਜਿਹਦੇ ਵਿੱਚ ਪ੍ਰੋਬਲਮ ਕਈ ਵਾਰ ਇਸ ਵੇਲੇ ਆ ਰਹੀ ਬਹੁਤੇ ਕੇਸਾਂ ਦੇ ਵਿੱਚ, ਇੱਕ ਤਾਂ ਉਹ ਕਹਿੰਦੇ ਵੀ ਸਪਾਊਸ ਤੁਹਾਡਾ ਹੋਣਾ ਜਿਹੜਾ ਤੁਸੀਂ ਹਸਬੈਂਡ ਵਾਈਫ ਜੈਨੂਅਨ ਤੁਹਾਡਾ ਰਿਲੇਸ਼ਨਸ਼ਿਪ ਹੋਣਾ ਚਾਹੀਦਾ। ਔਰ ਦੂਸਰਾ ਇਹ ਹੈ ਕਿ ਜਦੋਂ ਤੁਸੀਂ ਐਂਟਰ ਕੀਤੇ ਤਾਂ ਉਦੋਂ ਤੁਹਾਡਾ ਇਹ ਹੋਵੇ ਵੀ ਤੁਸੀਂ ਇਕੱਲੀ ਕੈਨੇਡਾ ਦੇ ਜਾਣ ਲਈ ਨਹੀਂ ਲਿਆ। ਉਹਦੇ ਵਿੱਚ ਵੀ ਕੀ ਆ, ਕਈ ਕੇਸ ਮੈਂ ਦੇਖ ਰਿਹਾ ਜਿਹੜੇ ਹੁਣ ਰਹਿ ਰਹੇ ਨੇ, ਉੱਧਰੋਂ ਸਟੂਡੈਂਟ ਵੀਜ਼ਾ ਆਇਆ ਹੋਊਗਾ, ਠੀਕ ਹੈ ਨਾ, ਤੇ ਨਾਲ ਹੀ ਤੀਜੇ ਦਿਨ ਵਿਆਹ, ਉਹ ਫਿਰ
ਇਹ ਚੀਜ਼ ਜਿਹੜੀ ਹੈਗੀ ਆ ਉਹਦੇ ਦੇ ਬਾਰੇ ਕੁਐਸਚਨ ਜਿਹੜੇ ਨੇ ਉਹ ਕਰ ਰਹੇ ਨੇ, ਉਹਦੇ ਉਹ ਫਾਈਲ ਦੀ ਜਿਹੜੀ ਆ ਹੋਰ ਜਿਹੜੀ ਰਿਵਿਊ ਜਿਹੜਾ ਵਾ ਉਹ ਕਰ ਰਹੇ ਨੇ। ਔਰ ਦੂਸਰਾ ਜਦੋਂ ਗੱਲ ਕਰ ਰਹੇ ਹੈਗੇ ਆ ਵੀ ਹੌਲੀ ਹੌਲੀ ਓਪਨ ਪਰਮਿਟ ਮਿਲ ਰਹੇ ਨੇ, ਪਰ ਇਸ ਵੇਲੇ ਜਿਹੜੀ ਪ੍ਰਾਇੋਰਟੀ ਹੈਗੀ ਆ ਉਹਦੇ ਵਿੱਚ ਦੇਖਦੇ ਸੀ ਜਿਵੇਂ ਸਪਟੈਂਬਰ 'ਚ ਕਲਾਸਾਂ ਚੱਲਣੀਆਂ ਸੀ, ਠੀਕ ਆ, ਸਟੂਡੈਂਟਸ ਨੂੰ ਪ੍ਰਾਇੋਰਟੀ ਦਿੱਤੀ ਗਈ। ਉਸ ਤੋਂ ਬਾਅਦ ਸਪਾਊਸਲ ਕੇਸ ਸੀ, ਉਹ ਸਾਡੀ ਜਿਹੜੇ ਇੱਥੇ ਆਲਰੇਡੀ ਇਮੀਗ੍ਰੈਂਟ ਹੈਗੇ ਨੇ ਜਾਂ ਸਿਟੀਜ਼ਨ ਹੈਗੇ ਆ, ਉਹਨਾਂ ਦੇ ਸਪਾਊਸਲ ਜਿਹੜੇ ਵਿਆਹ ਕਰਾ ਕੇ ਆਏ ਸੀ, ਉਹ ਅਸੀਂ ਐਪਲੀਕੇਸ਼ਨ ਜਿਹੜੀਆਂ ਸੀ ਉਹ ਕੱਢਣੀਆਂ। ਜਿਸ ਤਰ੍ਹਾਂ ਬਹੁਤ ਸਾਰੀਆਂ ਤੁਸੀਂ ਉਹਨਾਂ ਨੇ ਆਲਰੇਡੀ ਕਿਹਾ ਵੀ COPR ਮਿਲ ਚੁੱਕੀ ਆ, ਕਨਫਰਮੇਸ਼ਨ ਆਫ PR, ਉਹਨਾਂ ਨੂੰ ਅਸੀਂ ਲੈਂਡਿੰਗ ਜਿਹੜੀ ਆ ਉਹ ਡਾਕੂਮੈਂਟਸ ਦੇਣੇ ਆ। ਸੋ ਸਟਾਫ ਲਿਮਟਡ ਹੈਗਾ, ਉਸ ਕਰਕੇ ਥੋੜੀ ਦੇਰੀ ਹੈਗੀ, ਬਟ ਇਹ ਰੱਖਣ ਹੌਸਲਾ ਵੀ ਹੌਲੀ ਹੌਲੀ ਸਮੇਂ ਮੁਤਾਬਕ ਜਿਹੜੀ ਪਾਲਿਸੀ ਹੈਗੀ ਆ ਉਹਨੂੰ ਅਸੀਂ ਇੰਪਲੀਮੈਂਟ ਕਰਦੇ ਰਹਿਣਾ ਹੈ। ਠੀਕ ਹੈ ਜੀ। ਬਲਦੇਵ ਸਿੰਘ ਪੁੱਛਦੇ ਨੇ, ਕਹਿੰਦੇ ਮੇਰਾ ਸਵਾਲ ਹੈ ਇਮੀਗ੍ਰੇਸ਼ਨ ਸੰਬੰਧੀ, ਅਸੀਂ 2 ਸਾਲ ਹੋ ਗਏ ਨੇ PR ਅਪਲਾਈ ਕੀਤੇ ਨੂੰ, ਬੈਕਲੌਗ ਕਦੋਂ ਤੱਕ ਕਲੀਅਰ ਹੋਵੇਗਾ? ਨਵੀਆਂ ਫਾਈਲਾਂ ਦੇ ਰਿਜ਼ਲਟ ਆ ਰਹੇ ਨੇ, ਬਹੁਤ ਵਧੀਆ ਹੈ, ਪਰ ਬੈਕਲੌਗ ਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਬਹੁਤ ਸਾਰੀਆਂ ਫੈਮਲੀਜ਼ ਦੇ ਰਿਲੇਸ਼ਨਸ ਖਰਾਬ ਹੋ ਰਹੇ ਨੇ। ਇਹ ਬਿਲਕੁਲ ਗਲਤ ਹੈ ਜੀ। ਇਹ ਜੇ ਕਹਿਣਾ ਕਿ ਜਦੋਂ ਮੈਂ 50,000 ਜਿਹੜੀ ਸਪਾਊਸਲ ਕੇਸ ਦੀ ਗੱਲ ਕਰਦੇ ਹਾਂ, ਦਸੰਬਰ ਦੇ ਵਿੱਚ ਹੀ ਕੀਤੀਆਂ। 50,000 ਐਪਲੀਕੇਸ਼ਨ ਜਿਹੜੀਆਂ ਪਿਛਲੇ ਦਸੰਬਰ ਦੇ ਵਿੱਚ ਸਪਾਊਸਲ ਕੇਸ ਦੀਆਂ ਪ੍ਰੋਸੈਸ ਕੀਤੀਆਂ। ਹਾਂ, ਕੋਵਿਡ ਕਰਕੇ ਮਾੜਾ ਮੋਟਾ ਇਸ਼ੂ ਜਿਹੜਾ ਵਾ ਉਹ ਆਇਆ ਹੋਊਗਾ, ਮਾੜੀ ਮੋਟੀ ਡਿਲੇ, ਪਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਵੀ ਅੱਗੇ ਮੈਂ ਦੱਸਦਾ, ਇਹਨਾਂ ਨੂੰ ਫੇਰ ਦੱਸ ਦੇਵਾਂ ਵੀ ਜਦੋਂ ਕੰਜ਼ਰਵੇਟਿਵ ਗਵਰਨਮੈਂਟ ਸੀ 4-4 ਸਾਲ ਲੱਗ ਜਾਂਦੇ ਸੀਗੇ ਸਪਾਊਸਲ ਕੇਸ ਨੂੰ। ਸਾਰੇ ਦੇ ਸਾਰੇ ਕੇਸ, ਅਨਲੈਸ ਕੋਈ ਕੰਪਲੈਕਸ ਕੇਸ ਹੈਗਾ, ਉਸ ਨੂੰ ਛੱਡ ਕੇ ਸਾਰੇ ਦੇ ਸਾਰੇ ਕੇਸ ਜਿਹੜੇ ਆ ਉਹ 12 ਤੋਂ 13 ਮਹੀਨੇ ਦੇ ਤੋਂ ਥੱਲੇ ਜਿਹੜੇ ਨੇ ਉਹ ਫਾਈਨਲ ਹੋਏ ਹੈਗੇ ਆ। ਹੋ ਸਕਦਾ ਇਹਨਾਂ ਦਾ ਕੇਸ ਜਿਹੜਾ ਵਾ ਉਹ ਫੇਰ ਉਹੀ ਗੱਲ ਪਰਸਨਲ ਕੇਸ ਹੈਗਾ, ਉਹ ਉਹਦੇ 'ਚ ਕੋਈ ਹਰਜ ਨਹੀਂਗਾ, ਉਹ ਆਪਦੇ ਮੈਂਬਰ ਪਾਰਲੀਮੈਂਟ ਨੂੰ ਮਿਲਣ, ਉਹ ਦੱਸ ਸਕਦੇ ਨੇ ਵੀ ਕੀ ਡਿਲੇ ਹੈਗੀ ਹੈ, ਕੀ ਕੋਈ ਡਾਕੂਮੈਂਟ ਤਾਂ ਨਹੀਂ ਐਸਾ ਜਿਹੜਾ ਮਿਸ ਸੀਗਾ, ਜਿਹੜਾ ਉਹਨਾਂ ਨੂੰ ਉਸ ਫਾਈਲ ਦੇ ਵਿੱਚ। ਬਹੁਤ ਸਾਰੀ ਜਦੋਂ ਲੋਕ ਆਉਂਦੇ ਉਹ ਆਪਦੇ ਜਾਣੇ ਸੋਚਦੇ ਵੀ ਸਾਡੇ ਡਾਕੂਮੈਂਟ ਅਸੀਂ ਭੇਜਤੇ, ਚੀਜ਼ ਨਹੀਂ ਮਿਲੀ ਹੁੰਦੀ, ਮੈਡੀਕਲ ਆ, ਉਹਦਾ ਕੋਈ ਇਸ਼ੂ ਆ ਗਿਆ ਜਾਂ ਚਿੱਠੀ ਇੱਕ ਦੂਜੇ ਦੀ ਮਿਸਪਲੇਸ ਹੋ ਗਈ। ਸੋ ਓਵਰਆਲ ਮੈਂ ਇਸ ਗੱਲ ਤੇ ਕਹਿਣਾ ਵੀ ਜੇ ਆંકੜੇ ਦੇਖਣ ਪਿਛਲੇ ਸਟੈਟਿਸਟਿਕਸ ਜਿਹੜੇ ਨੇ ਇਮੀਗ੍ਰੇਸ਼ਨ ਕੈਨੇਡਾ ਦੇ, 13 ਮਹੀਨੇ ਤੋਂ ਥੱਲੇ ਜਿਹੜਾ ਸਪਾਊਸਲ ਕੇਸ ਹੈਗਾ ਉਹਦਾ ਫਾਈਨਲ ਅਸੀਂ ਕਰ ਰਹੇ ਹਾਂ। ਬਿਲਕੁਲ ਸੁਖ ਧਾਲੀਵਾਲ ਜੀ। ਸੋ ਲੋਕਾਂ ਦੀ ਇਸ ਵੇਲੇ ਬਹੁਤ ਜ਼ਿਆਦਾ ਮੰਗ ਹੈ, ਜਿੰਨੀ ਵਾਰੀ ਵੀ ਅਸੀਂ ਇੰਟਰਵਿਊ ਕਰ ਚੁੱਕੇ ਹਾਂ, ਇਹਦੇ ਵਿੱਚ ਇੱਕ ਚੀਜ਼ ਮੇ ਬੀ ਤੁਹਾਨੂੰ ਇਸ ਚੀਜ਼ ਦਾ ਜ਼ਿਆਦਾ ਬੈਟਰ ਪਤਾ ਹੋਏਗਾ, ਪਰ ਮੈਂ ਆਮ ਲੋਕਾਂ ਦੇ ਵੱਲੋਂ ਜਿਹੜੇ ਸਵਾਲ ਪੁੱਛੇ ਜਾਂਦੇ, ਮੇਰਾ ਮਕਸਦ ਹੁੰਦਾ ਵੀ ਮੈਂ ਇੰਟਰਵਿਊ ਦੇ ਵਿੱਚ ਉਹ ਪੁੱਛਾਂ ਜਿਹੜੇ ਆਮ ਲੋਕਾਂ ਦੇ ਜ਼ਿਹਨ ਦੇ ਵਿੱਚ ਹੁੰਦੇ ਨੇ ਸਵਾਲ, ਜਾਂ ਉਹ ਸਾਨੂੰ ਪੁੱਛਦੇ ਨੇ ਜਾਂ ਸਾਡੇ ਕਿਸੇ ਵੀ ਪਲੇਟਫਾਰਮ ਤੇ ਉਹ ਟਾਈਪ ਕਰਕੇ ਭੇਜ ਦਿੰਦੇ ਨੇ ਉਹ ਸਵਾਲ। ਉਹਨਾਂ ਦੇ ਵਿੱਚ ਇੱਕ ਸਵਾਲ ਇਹ ਵੀ ਹੈ ਵੀ ਜਦੋਂ ਕਿਸੇ ਵੀ ਕੇਸ ਦਾ, ਜਿਵੇਂ ਕਿ ਤੁਸੀਂ ਦੱਸਿਆ ਵੀ ਕਿਸੇ ਫਾਈਲ ਦੇ ਵਿੱਚ ਕੁਝ ਕੰਪਲਿਕੇਸ਼ਨਸ ਹੋ ਸਕਦੇ ਨੇ, ਕਿਸੇ ਫਾਈਲ ਦੇ ਵਿੱਚ ਕੁਝ ਚੀਜ਼ਾਂ ਪੂਰੀਆਂ ਨਾ ਹੋਣ ਕਰਕੇ ਉਹ ਡਿਲੇ ਹੋਏਗੀ ਫਾਈਲ। ਸੋ ਡਿਲੇ ਜਦੋਂ ਹੁੰਦੀ ਪਈ ਜਾਂ ਕੁਝ ਕੰਪਲਿਕੇਸ਼ਨਸ ਫਾਈਲ ਦੇ ਵਿੱਚ ਹੈ ਜਾਂ ਕੁਝ ਵੀ ਅਗਰ ਚੀਜ਼ਾਂ ਰਹਿ ਗਈਆਂ ਜਾਂ ਰਿਵਿਊ ਹੋਣੀ ਹੈ, ਸੋ ਇਹ ਪ੍ਰੋਪਰ ਤੌਰ ਦੇ ਉੱਤੇ ਜਿਹਨੇ ਫਾਈਲ ਲਗਾਈ ਹੈ, ਜਿਹਦਾ ਕੇਸ ਹੈ, ਉਹਨੂੰ ਦੱਸਿਆ ਕਿਉਂ ਨਹੀਂ ਜਾਂਦਾ ਵੀ ਭਾਈ ਆਹ ਪ੍ਰੋਬਲਮ ਤੁਹਾਡੀ ਹੈਗੀ ਹੈ, ਸਾਨੂੰ ਇੰਨੇ ਤੋਂ ਇੰਨੇ ਟਾਈਮ ਦੇ ਵਿੱਚ ਆਪਣਾ ਆਹ ਡਾਟਾ ਭਿਜਵਾਓ ਤਾਂ ਕਿ ਅਸੀਂ ਫਾਈਲ ਅੱਗੇ ਭੇਜ ਸਕੀਏ। ਮੈਂ ਹੁਣ ਤੁਹਾਨੂੰ ਐਗਜ਼ਾਮਪਲ ਦਿੰਦਾ। ਹਾਂਜੀ, ਮੈਂ ਆਈ ਕੈਨ ਬੀ ਵੈਰੀ ਫਰੈਂਕ ਐਂਡ ਵੈਰੀ ਬੋਲਡ ਜੀ। ਕਈ ਫਾਈਲਸ ਮੇਰੇ ਕੋਲ ਐਸੀਆਂ ਆਉਂਦੀਆਂ ਨੇ ਜਿਹਦੇ ਵਿੱਚ ਜਿਹੜਾ ਪਹਿਲਾ ਵਿਆਹ ਹੁੰਦਾ ਉਹ ਨਕਲੀ ਹੁੰਦਾ। ਹਾਂਜੀ, ਉਹ ਸਿਰਫ ਕਿਉਂ ਕਰਾਇਆ ਜਾਂਦਾ? ਕੈਨੇਡਾ 'ਚ ਫ੍ਰੀ ਹੋਣ ਲਈ ਕਰਾ ਲਿਆ। ਜਦੋਂ ਉਹ ਦੂਜੀ ਮੈਰਿਜ ਹੋਈ, ਠੀਕ ਹੈ ਨਾ, ਹੁਣ ਉਹ ਕੰਪਲੈਕਸ ਫਾਈਲ ਬਣ ਗਈ। ਪਤਾ ਉਹਨਾਂ ਨੂੰ ਵੀ ਆ ਬਈ ਇਹ ਜਿਹੜਾ ਸਾਰਾ ਸਿਸਟਮ ਚੱਲਿਆ, ਇਮੀਗ੍ਰੇਸ਼ਨ ਅਫਸਰ ਨੂੰ ਵੀ ਪਤਾ, ਔਰ ਉਹ ਆਪ ਵੀ ਮੰਨਦੇ ਆ ਵੀ ਹਾਂ ਅਸੀਂ ਆ ਕੇ ਮੇਰੇ ਆਫਿਸ 'ਚ ਬਹੁਤ ਉਹ ਕਨਫੈਸ ਵੀ ਕੀਤਾ ਵੀ ਹਾਂ ਸਾਡਾ ਪਹਿਲਾ ਵਿਆਹ ਜਿਹੜਾ ਸੀਗਾ ਉਹ। ਹੁਣ ਜਦੋਂ ਉਹੀ ਜਿਹੀ ਐਪਲੀਕੇਸ਼ਨ ਹੈਗੀ ਆ, ਉਹਦੀ ਤਾਂ ਜਿਹੜੀ ਰਿਵਿਊ 'ਚ ਪੈ ਗਈ, ਉਹਦੇ ਰਿਵਿਊ ਦੇ ਵਿੱਚ ਹੁਣ ਉਹ ਦੇਖਣਗੇ ਉਹਦੇ ਵਿੱਚ ਪਹਿਲਾ ਜਿਹੜਾ ਵਾ ਉਹ ਸੀ ਅਸਲੀ ਕਿ ਨਕਲੀ ਸੀ। ਮਤਲਬ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਇਹੋ ਜਿਹੇ ਕੇਸ ਜਿਹੜੇ ਤੁਸੀਂ ਕਹਿੰਦੇ ਹੋ, ਹੁਣ ਉਹਦੇ ਵਿੱਚ ਅਸੀਂ ਕਿਸ ਤਰ੍ਹਾਂ ਦੱਸੀਏ ਵੀ ਭਾਈ ਜੇ ਪਹਿਲਾ ਵਿਆਹ ਤੁਹਾਡਾ ਨਕਲੀ ਸੀਗਾ, ਤੁਸੀਂ ਅਪਲਾਈ ਨਾ ਕਰੋ। ਤੁਸੀਂ ਅੰਡਰਸਟੈਂਡ ਕਰਦੇ ਕਿ ਨਹੀਂ? ਪਰ ਉਹ ਜਿਹੜਾ ਇਸ਼ੂ ਹੈਗਾ, ਹੁਣ ਦੂਸਰਾ ਇਸ਼ੂ ਤੁਹਾਨੂੰ ਮੈਂ ਦੱਸਿਆ ਕਿ ਕਈ ਵਾਰ ਕੀ ਆ ਕਿ ਇਸ ਦੇ ਉੱਤੇ ਮੈਂ ਲੜਾਈ ਵੀ ਕਰਦਾ। ਜਿਹੜਾ ਰੈਗੂਲੇਸ਼ਨ 4 ਹੈਗਾ, ਇਹ ਜੇਸਨ ਕੈਨੀ ਲੈ, ਉਹਦੇ ਕਰਕੇ ਵੀ ਬਹੁਤ ਫਾਈਲਾਂ ਜਿਹੜੀਆਂ ਨੇ ਉਹਨਾਂ ਤੇ ਅਸਰ ਪੈਂਦਾ ਹੈਗਾ। ਉਹਦੇ ਵਿੱਚ ਪਹਿਲਾਂ ਦੱਸਿਆ ਜਾਂਦਾ, ਕਿਉਂਕਿ ਮੈਂ ਅੱਜ ਵੀ ਕਹਿੰਦਾ ਵੀ ਜਦੋਂ ਅਪਲਾਈ ਕਰਨਾ, ਇਹ ਮੇਕ ਸ਼ੋਰ ਕਰਨਾ ਪੈਣਾ ਕਿ ਤੁਸੀਂ ਉਹਨਾਂ ਨੂੰ ਇਹ
ਦੱਸਣਾ ਪੈਣਾ, ਪ੍ਰੂਵ ਕਰਨਾ ਪੈਣਾ ਵੀ ਇਹ ਇਕੱਲਿਆ ਜਿਹੜੀ ਹੈ ਸਾਡੀ ਮੈਰਿਜ ਹੀ ਜੈਨੂਇਨ ਨਹੀਂ, ਇਨਫੈਕਟ ਜਦੋਂ ਅਸੀਂ ਰਿਲੇਸ਼ਨਸ਼ਿਪ 'ਚ ਪਏ ਤਾਂ ਉਹ ਜਿਹੜਾ ਸਾਡਾ ਰਿਲੇਸ਼ਨਸ਼ਿਪ ਵੀ ਫੈਲ ਇਨ ਲਵ ਵਿਦ ਈਚ ਅਦਰ ਜਿਹੜਾ ਸੀ, ਉਹ ਸਾਡਾ ਮਨੋਰਥ ਇੱਕ ਦੂਜੇ ਦੇ ਨਾਲ ਜ਼ਿੰਦਗੀ ਬਤੀਤ ਕਰਨਾ ਐਜ਼ ਹਸਬੈਂਡ ਵਾਈਫ, ਨਾ ਕਿ ਸਿਰਫ ਇਹ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਸੀ। ਬਿਲਕੁਲ ਠੀਕ ਹੈ ਨਾ ਜੀ, ਬਿਲਕੁਲ। ਸੁਖ ਧਾਲੀਵਾਲ ਜੀ, ਅਖੀਰ ਦੇ ਵਿੱਚ ਮੈਂ ਤੁਹਾਡੇ ਤੋਂ ਘੱਟ ਸ਼ਬਦਾਂ 'ਚ ਇਹ ਜਾਣਨਾ ਚਾਹਾਂਗੀ, ਇੱਕ ਤਾਂ ਜਿਹੜੇ ਕਿ ਬਹੁਤ ਜ਼ਿਆਦਾ ਥਾਵਾਂ ਦੇ ਉੱਤੇ ਪ੍ਰੋਟੈਸਟ ਹੋ ਰਹੇ ਨੇ, ਮਿਸ਼ਨ ਦੇ ਵਿੱਚ ਅਸੀਂ ਦੇਖਿਆ ਤੁਹਾਡੀ ਲਿਬਰਲ ਪਾਰਟੀ ਦੀ ਉਮੀਦਵਾਰ ਜਿਹੜੀ ਗੀਤ ਗਰੇਵਾਲ ਹੈ, ਉਹਦੇ ਸਾਈਨ ਬੋਰਡ ਦੇ ਉੱਤੇ ਵੀ ਕੁਛ ਇੱਦਾਂ ਦੇ ਟਿੱਪਣੀ ਵੀ ਕੀਤੀ ਗਈ, ਕੁਝ ਗਲਤ ਮਾਦਾ ਚੀਜ਼ਾਂ ਲਿਖੀਆਂ ਗਈਆਂ, ਹਾਲਾਂਕਿ ਹਟਾ ਦਿੱਤੇ ਗਏ ਨੇ, ਬਟ ਫਿਰ ਵੀ ਉਹਨਾਂ ਨੇ ਇਸ 'ਤੇ ਬਿਆਨ ਦਿੱਤਾ ਸੀ ਵੀ ਇਸ ਚੀਜ਼ ਨੂੰ ਮੈਂ ਫਿਰ ਵੀ ਪਿੱਛੇ ਨਹੀਂ ਹਟਾਂਗੀ। ਸੋ ਆਈ ਡੋਨਟ ਨੋ ਉਹਨਾਂ ਦੇ ਜ਼ਿਹਨ ਦੇ ਵਿੱਚ ਕੀ ਚੱਲ ਰਿਹਾ, ਔਰ ਇਹ ਜਿਹੜੀ ਕੀਤੀ ਗਈ ਹੈ ਚੀਜ਼ ਬਾਰ-ਬਾਰ ਸਾਈਨ ਬੋਰਡ ਦੇ ਉੱਤੇ, ਜ਼ਿਆਦਾਤਰ ਲਿਬਰਲ ਲੀਡਰਸ ਦੀਆਂ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ ਕੰਪਲੇਂਟਸ ਕਿ ਇਹ ਹੋ ਰਿਹਾ ਉਹਨਾਂ ਦੇ ਸਾਈਨ ਬੋਰਡ ਦੇ ਨਾਲ। ਸੈਕਿੰਡ ਥਿੰਗ ਕਿ ਜਸਟਿਨ ਟਰੂਡੋ ਨੇ ਜਿਸ ਤਰੀਕੇ ਨਾਲ ਬਿਆਨ ਦਿੱਤਾ ਮੌਂਟਰੀਅਲ ਦੇ ਵਿੱਚ ਜਿਸ ਵੇਲੇ ਉਹ ਸੀਗੇ, ਤੇ ਉਹਨਾਂ ਦੇ ਉੱਤੇ ਕੁਝ ਲੋਕਾਂ ਨੇ ਪੱਥਰ ਸੁੱਟੇ ਛੋਟੇ-ਛੋਟੇ, ਵੀ ਜਿਹੜਾ ਇਸ ਤਰੀਕੇ ਨਾਲ ਲੋਕ ਉਹਨਾਂ ਦੇ ਉੱਤੇ ਕਰ ਰਹੇ, ਹਾਲਾਂਕਿ ਲੰਬੇ ਸਮੇਂ ਤੋਂ ਇੱਦਾਂ ਦੀ ਕੋਈ ਅਸੀਂ ਘਟਨਾ ਨਹੀਂ ਦੇਖੀ ਸੀਗੀ ਵੀ ਪ੍ਰਧਾਨ ਮੰਤਰੀ ਟਰੂਡੋ ਨਾਲ ਕੁਝ ਅਜਿਹਾ ਹੋਇਆ ਹੋਵੇ। ਇਹ ਗੁੱਸੇ ਦਾ ਕਾਰਨ ਕੀ ਮੰਨਦੇ ਹੋ? ਇਹ ਗੁੱਸਾ ਜਿਹੜੇ ਲੋਕ ਉਤਾਰ ਰਹੇ ਨੇ ਉਹ ਕੌਣ ਹੋ ਸਕਦੇ ਨੇ, ਕਿਉਂ ਕਰ ਰਹੇ ਨੇ? ਇੱਕ ਤਾਂ ਇਹ ਦੱਸ ਦਿਓ, ਤੇ ਲਾਸਟ ਵਿੱਚ ਇਹ ਵੀ ਦੱਸ ਦਿਓ ਵੀ ਲੋਕ ਜਿਹੜੇ ਨੇ, ਹੁਣ ਬਹੁਤ ਥੋੜਾ ਸਮਾਂ ਬਚਿਆ, ਤੁਹਾਡੇ ਜਿਹੜੀ ਰਾਈਡਿੰਗ ਦੇ ਲੋਕ ਨੇ ਜਾਂ ਹੋਰ ਲੋਕ ਨੇ, ਉਹ ਸੁਖ ਧਾਲੀਵਾਲ ਨੂੰ ਮਿਲਣਾ ਚਾਹਣ, ਗੱਲ ਕਰਨਾ ਚਾਹਣ, ਵੋਟ ਪਾਉਣਾ ਚਾਹਣ, ਤੇ ਕਿੱਥੇ ਪਾ ਸਕਦੇ ਨੇ? ਬਿਲਕੁਲ, ਸਾਨੂੰ ਪਹਿਲਾਂ ਤਾਂ ਇਹ ਆ ਵੀ ਮੈਂ ਨਿਖੇਧੀ ਕਰਨਾ, ਡਜਨਟ ਮੈਟਰ ਉਹ ਚਾਹੇ ਮਿਸ਼ਨ ਮਾਸਕੀ ਫਰੇਜ਼ਰ ਕੈਨੀਅਨ ਦੇ ਕੈਂਡੀਡੇਟ ਹੋਵੇ, ਚਾਹੇ ਉਹ ਸਰੀ ਸੈਂਟਰ ਦਾ ਕੈਂਡੀਡੇਟ ਹੋਵੇ, ਚਾਹੇ ਕਿਸੇ ਵੀ ਪਾਰਟੀ ਦਾ ਹੋਵੇ, ਕਿਉਂਕਿ ਜਿਹੜਾ ਇਹ ਬਿੱਲ ਬੋਰਡ ਦੇ ਨਾਲ ਇਸ ਤਰ੍ਹਾਂ ਕਰਨਾ, ਇਹ ਜਿਹੜਾ ਇਹ ਚੰਗੀ ਗੱਲ ਨਹੀਂ। ਦੂਸਰਾ ਇਹ ਪੱਥਰ ਮਾਰਨਾ, ਇਹ ਕੋਈ ਅੱਜ ਅਸੀਂ ਇਹ ਐਗਜ਼ਾਮਪਲ ਆਪਦੇ ਬੱਚਿਆਂ ਨੂੰ ਸੈੱਟ ਕਰ ਰਹੇ ਹਾਂ ਵੀ ਅਸੀਂ ਪੱਥਰ ਮਾਰੋ ਜਾਂ ਕੱਲ੍ਹ ਨੂੰ ਅਸੀਂ ਸੋਟੀਆਂ ਨਾਲ ਕੁੱਟਾਂਗੇ, ਇਹੋ ਜਿਹੇ ਵੀ ਲੋਕ ਨੇ ਔਰ ਸਾਡੀ ਕਮਿਊਨਿਟੀ 'ਚ ਨੇ। ਮੈਂ ਨਾਂ ਲੈਣ ਤੋਂ ਵੀ ਗਰੇਜ ਨਹੀਂ ਕਰੂੰ, ਕਿਸੇ ਦਾ ਜੇ ਮੈਨੂੰ ਲੈਣਾ ਵੀ ਪਿਆ ਉਹਨਾਂ ਦਾ ਲੈ ਦੂੰ। ਉਹ ਇਹ ਕਹਿੰਦੇ ਅਸੀਂ MP ਨੂੰ ਸੋਟੀਆਂ ਨਾਲ ਕੁੱਟਾਂਗੇ, ਇਹ ਆ ਕੈਨੇਡਾ 'ਚ ਆ ਕੇ, ਠੀਕ ਹੈ ਨਾ। ਹੁਣ ਪੱਥਰ ਮਾਰ ਕੋਈ ਵੀ ਜਿਹੜਾ ਇਨਸਾਨੀਅਤ ਰੱਖਦਾ ਹੈਗਾ, ਉਹ ਇਸ ਚੀਜ਼ ਨੂੰ, ਹਾਂ ਡੈਮੋਕ੍ਰੈਟਿਕ ਰਾਈਟ ਹੈਗਾ ਤੁਹਾਡਾ ਵੋਟ ਪਾਉਣ ਦਾ, ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ, ਜਾਓ ਆਪਦਾ ਵੋਟ ਦਾ ਅਧਿਕਾਰ ਜਿਹੜਾ ਮਿਲਿਆ ਉਸ ਨੂੰ ਜ਼ਰੂਰ, ਇਹ ਨਾ ਹੋਵੇ ਵੀ ਘਰੇ ਬੈਠੇ ਰਹੋ। ਹਾਂਜੀ ਬਿਲਕੁਲ, ਉੱਥੇ ਜਾਓ, ਵੋਟ ਦਾ ਅਧਿਕਾਰ ਮਿਲਿਆ ਉਹਨੂੰ ਜਿਹੜਾ ਵਾ ਉਹ ਕਰੋ। ਬਾਕੀ ਤੁਸੀਂ ਕਿਹਾ ਵੀ ਕਿਸ ਤਰੀਕੇ ਦੇ ਨਾਲ ਵੋਟ ਪਾ ਸਕਦੇ ਆ ਸਰੀ ਨਿਊਟਨ 'ਚ, ਬੜਾ ਸਿੰਪਲ ਤਰੀਕਾ ਜੀ। ਵੋਟਾਂ ਐਵਰੀਡੇ ਪੈ ਰਹੀਆਂ ਹੁਣ ਵੀ, ਮੰਡੇ ਟੂ ਫਰਾਈਡੇ, ਜਿਹੜਾ 132 ਦੇ ਤੇ 76 ਦੇ ਉੱਤੇ ਇਲੈਕਸ਼ਨਸ ਕੈਨੇਡਾ ਦਾ ਆਫਿਸ ਹੈਗਾ ਸਰੀ ਨਿਊਟਨ ਦਾ, 132 ਸਟਰੀਟ ਤੇ 76 ਐਵਨਿਊ ਤੇ ਉਹ ਹੈਗਾ। ਤੁਸੀਂ ਉੱਥੇ ਜਾ ਕੇ ਉਹ ਵੋਟ ਪਾ ਸਕਦੇ, ਮੰਡੇ ਟੂ ਫਰਾਈਡੇ 9 ਤੋਂ 9, ਸੈਟਰਡੇ 9 ਤੋਂ 6, ਸੰਡੇ 12 ਤੋਂ 4। ਪਰ ਪ੍ਰੀ ਪੋਲ ਜਿਹੜੇ ਨੇ ਉਹ ਬਹੁਤ ਜ਼ਰੂਰੀ ਨੇ, 10, 11, 12, 13 ਨੂੰ 9 ਵਜੇ ਤੋਂ 9 ਵਜੇ ਤਾਈਂ ਖੁੱਲ੍ਹਣੇ। ਆਪਣਾ ਕੀਮਤੀ ਵੋਟ ਉੱਥੇ ਪਾਓ। 20 ਸਤੰਬਰ ਨੂੰ ਫਿਰ ਜਿਹੜਾ ਫਾਈਨਲ ਵੋਟ ਆ, ਜੇ ਕੋਈ ਰਹਿ ਗਿਆ ਕਿਸੇ ਕਾਰਨ ਕਰਕੇ ਤਾਂ ਉੱਥੇ ਪਾ ਸਕਦਾ। ਜੇ ਫਿਰ ਵੀ ਇਨਫੋਰਮੇਸ਼ਨ ਲੈਣੀ ਆ, ਉਹ ਜਿਹੜਾ ਸਾਡੇ ਆਫਿਸ ਦਾ ਨੰਬਰ ਹੈਗਾ, ਕੰਪੇਨ ਆਫਿਸ ਦਾ, ਉਹ ਹੈਗਾ 604 441 5000 604 441 5000। ਤੇ ਮੇਰਾ ਪਰਸਨਲ ਸੈੱਲ ਤਾਂ ਲੋਕਾਂ ਕੋਲ ਹੈਗਾ, ਉਹੀ ਨੰਬਰ ਹਮੇਸ਼ਾ ਹੀ ਰਿਹਾ ਔਰ ਪਬਲਿਕਲੀ ਮੈਂ ਦੇਣ ਤੋਂ ਗਰੇਜ ਨਹੀਂ ਕਰਦਾ। ਮੈਨੂੰ ਉੱਥੇ ਹੀ ਮੈਸੇਜ ਛੱਡ ਸਕਦੇ, 604 626 5000 604 626 5000। ਤੋਂ ਕਿਰਪਾ ਕਰਕੇ ਇੱਕ ਜ਼ਰੂਰ ਮੈਂ ਬੇਨਤੀ ਹੱਥ ਜੋੜ ਕੇ ਵੀ ਇਹ ਬਹੁਤ ਕ੍ਰਿਟੀਕਲ ਇਲੈਕਸ਼ਨ ਹੈਗਾ ਔਰ ਬਹੁਤ ਇੰਪੋਰਟੈਂਟ ਇਲੈਕਸ਼ਨ ਹੈਗਾ। ਇਹਦੇ ਵਿੱਚ ਇੱਕ ਇੱਕ ਵੋਟ ਜਿਹੜੀ ਆ ਉਹ ਪਾਉਣੀ ਚਾਹੀਦੀ ਸਾਨੂੰ ਜਾ ਕੇ, ਬਹੀਰਾਂ ਘੱਤ ਦੇਣੀਆਂ ਚਾਹੀਦੀਆਂ। ਇੰਨਾ ਲੰਮਾ ਸਮਾਂ ਦੇਖੋ ਨਾ, ਹੁਣ 4 ਦਿਨ ਸਵੇਰੇ 9 ਵਜੇ ਤੋਂ ਸ਼ਾਮ ਦੇ 9 ਵਜੇ ਤੱਕ, ਫਿਰ 5ਵਾਂ ਦਿਨ ਜਿਹੜਾ ਵਾ ਇਲੈਕਸ਼ਨ ਡੇ ਤੇ, ਨਾਲੇ ਹੁਣ ਐਵਰੀਡੇ ਪੈ ਰਹੀਆਂ। ਕੋਈ ਵੀ ਵੋਟਰ ਨੂੰ ਇਸ ਵੇਲੇ, ਚਾਹੇ ਉਹ ਸਰੀ ਨਿਊਟਨ 'ਚ ਆ, ਉਹ ਸਾਨੂੰ ਕਾਲ ਕਰਨ, ਜੇ ਹੋਰ ਕਿਸੇ ਰਾਈਡਿੰਗ 'ਚ ਉਹ ਆਪਦੇ ਕੈਂਡੀਡੇਟ ਮਨਪਸੰਦ ਦੇ ਨੂੰ ਕਾਲ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਸਕਦੇ ਨੇ ਵੀ ਭਾਈ ਕਿੱਥੇ ਵੋਟ ਪੈਂਦੀ ਹੈ, ਠੀਕ ਹੈ ਨਾ। ਸੋ ਪਲੀਜ਼ ਇੱਕੋ ਹੀ ਬੇਨਤੀ ਹੈ, ਥੈਂਕ ਯੂ ਤੁਹਾਡਾ ਸ਼ਹਿਰੀ ਵੀ ਕਿਹਾ ਵੀ ਕਿਸ ਤਰੀਕੇ ਨਾਲ ਲੋਕ ਜਿਹੜਾ ਮੈਨੂੰ ਕੰਟੈਕਟ ਕਰ ਸਕਦੇ, ਪਰ ਲੋਕਾਂ ਨੂੰ ਇੱਕ ਜ਼ਰੂਰ ਐਵਰੀਡੇ ਜਦੋਂ ਤੁਸੀਂ ਸ਼ੋਅ ਕਰਦੇ ਹੋ, ਬਸ ਇੱਕੋ ਹੀ ਬੇਨਤੀ ਕਰੋ ਵੀ ਭਾਈ ਤੁਹਾਡੀ ਵੋਟ ਦਾ ਹੱਕ ਬਹੁਤ ਮੁਸ਼ਕਿਲ ਨਾਲ ਮਿਲਿਆ। ਇਸ ਨੂੰ ਵੋਟ ਸਾਰੀ, ਚਾਹੇ ਉਹ ਬਜ਼ੁਰਗ ਦੀ ਆ, ਚਾਹੇ ਉਹ 18 ਸਾਲ ਦੇ ਬੱਚੇ ਦੀ ਆ, ਚਾਹੇ ਉਹ ਵਿਮਨ ਦੀ ਆ, ਚਾਹੇ ਉਹ ਮੈਨ ਦੀ ਆ। ਸੋ ਇਹ ਵੋਟ ਜਿਹੜੀ ਹੈਗੀ ਆ, ਚਾਹੇ ਬਾਈਨਰੀ ਮਤਲਬ ਸਾਡੇ ਹੈਗਾ ਜੈਂਡਰ, ਉਹਦੇ ਬੇਸ ਦੇ ਉੱਤੇ ਜ਼ਰੂਰ ਪਲੀਜ਼ ਜਿਹੜਾ ਵਾ ਜਾਣ, ਕਿਰਪਾ ਕਰਕੇ ਵੋਟ ਪਾਓ। ਔਰ ਮੈਂ ਤਾਂ ਇਹੀ ਕਹੂੰਗਾ, ਕਿਉਂਕਿ ਤੁਹਾਡਾ ਪਰਖਿਆ ਹੋਇਆ ਉਮੀਦਵਾਰ ਸਰੀ ਨਿਊਟਨ ਦੇ ਵਿੱਚ, ਔਰ ਉਹ ਉਮੀਦਵਾਰ ਆ ਜਿਹੜਾ ਪਹਿਲੇ ਦਿਨ ਵੀ ਉਸੇ એનર્ਜੀ ਨਾਲ ਕੰਮ ਕਰਦਾ ਸੀ, ਅੱਜ ਇਨਫੈਕਟ ਉਹ ਤੋਂ ਜ਼ਿਆਦਾ। ਇਹ ਨਹੀਂ ਹੋਊਗਾ ਬਈ ਜੀ ਬਈ ਅਵੇਸਲਾ ਹੋ ਜੂ, ਔਰ ਲੋਕਾਂ ਦੇ ਵਿੱਚ ਹੀ ਰਹਿਣਾ, ਦੁੱਖ ਸੁੱਖ ਦੇ ਵਿੱਚ ਆਪਦਾ ਜਿਹੜਾ ਕੰਮ ਆ ਉਹ ਵੀ ਆਵਾਜ਼ ਵੀ ਧੜੱਲੇ ਨਾਲ ਉਠਾਈ ਦੀ ਆ। ਤੇ ਕਿਰਪਾ ਕਰਕੇ
ਫਿਰ ਮੈਨੂੰ ਜਿਹੜਾ ਮੌਕਾ ਦਿਓ ਸਰੀ ਨਿਊਟਨ 'ਚ, ਤਾਂ ਕਿ ਇਸੇ ਤਰ੍ਹਾਂ ਹੀ ਮੈਂ ਜਿਹੜਾ ਹੈਗਾ ਆਵਾਜ਼ ਜਿਹੜੀ ਸਰੀ ਨਿਊਟਨ ਦੇ ਵਸਨੀਕਾਂ ਦੀ ਜਿਹੜੀ ਆ ਉਹ ਬੁਲੰਦ ਕਰ ਦੇਣਾ। ਥੈਂਕ ਯੂ ਸੋ ਮਚ ਸੁਖ ਧਾਲੀਵਾਲ ਜੀ, ਸਟੂਡੀਓ ਦੇ ਵਿੱਚ ਆਉਣ ਲਈ। ਅਗਲੇ ਹਫਤੇ ਦੇ ਵਿੱਚ ਫਿਰ ਆਓ, ਬਹੁਤ ਸਾਰੀਆਂ ਗੱਲਾਂ ਫਿਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤੁਹਾਡੇ ਕੋਲੋਂ ਵੀ ਸੁਣਾਂਗੇ ਬਹੁਤ ਸਾਰੇ ਜਿਹੜੇ ਐਲਾਨ ਹੋਰ ਹੋਣ ਵਾਲੇ ਨੇ। ਸੋ ਥੈਂਕ ਯੂ ਸੋ ਮਚ, ਐਪਰੀਸ਼ੀਏਟ ਦੈਟ। ਤੁਹਾਡਾ ਫਿਰ ਧੰਨਵਾਦ, ਚੈਨਲ ਪੰਜਾਬੀ ਦਾ ਧੰਨਵਾਦ। ਅਕਾਊਂਟੇਬਿਲਿਟੀ ਬੜੀ ਜ਼ਰੂਰੀ ਹੈਗੀ ਐਜ਼ ਜਿਹੜਾ ਕੈਂਡੀਡੇਟ ਮੈਂ ਅਕਾਊਂਟੇਬਲ ਹਾਂ। ਫਿਰ ਜਦੋਂ ਤੁਸੀਂ ਮੌਕਾ ਦਿਓਗੇ ਦਰਸ਼ਨ ਕਰਾਂਗੇ। ਧੰਨਵਾਦ ਜੀ, ਫਿਰ ਚੜ੍ਹਦੀ ਕਲਾ ਜੀ। ਥੈਂਕ ਯੂ ਸੋ ਮਚ। ਸੋ ਸਾਡੇ ਨਾਲ ਲਿਬਰਲ ਤੋਂ ਸੁਖ ਧਾਲੀਵਾਲ ਜੀ ਜੁੜੇ ਹੋਏ ਸਨ, ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ, ਔਰ ਸਪੈਸ਼ਲੀ ਮੈਂ ਦੱਸਦਾ ਕਿ ਕੁਝ ਕਾਲਰਸ ਦੀ ਬਹੁਤ ਸਾਰੇ ਕਾਲਰਸ ਦੀ ਮੈਂ ਕਾਲ ਜਿਹੜੀ ਅਟੈਂਡ ਨਹੀਂ ਕਰ ਪਾਈ। ਆਈ ਥਿੰਕ ਕੋਈ ਟੈਕਨੀਕਲ ਇਸ਼ੂ ਕਰਕੇ ਤੁਹਾਡੀ ਆਵਾਜ਼ ਮੇਰੇ ਤੱਕ ਪਹੁੰਚ ਨਹੀਂ ਪਾ ਰਹੀ ਸੀਗੀ, ਪਰ ਕੱਲ ਜਿਹੜੀ ਹੈ ਇਹ ਟੈਕਨੀਕਲ ਇਸ਼ੂ ਨੂੰ ਅਸੀਂ ਠੀਕ ਕਰਦੇ ਹਾਂ। ਕੱਲ ਇੱਕ ਹੋਰ ਪੋਲੀਟੀਸ਼ੀਅਨਸ ਜਿਹੜੇ ਨੇ ਉਹ ਸਾਡੇ ਕੋਲ ਪਹੁੰਚ ਰਹੇ ਨੇ, ਉਹਨਾਂ ਦੇ ਨਾਲ ਵੀ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਾਂਗੇ। ਤੇ ਪਰਸੋਂ ਨੂੰ ਮੈਂ ਦੱਸਦਾ, ਪਰਸੋਂ ਨੂੰ ਸਾਡੇ ਕੋਲ ਰਣਦੀਪ ਸਰਾਏ ਜੀ ਸਟੂਡੀਓ 'ਚ ਆ ਰਹੇ ਨੇ। ਰਣਦੀਪ ਸਰਾਏ ਜੀ ਨੂੰ ਵੀ ਅਸੀਂ ਇਮੀਗ੍ਰੇਸ਼ਨ ਰਿਗਾਰਡਿੰਗ ਜਾਂ ਹੋਰ ਜਿਹੜੇ ਮੁੱਦੇ ਚੱਲ ਰਹੇ ਨੇ ਉਹਨਾਂ 'ਤੇ ਬਹੁਤ ਸਾਰੇ ਸਵਾਲ ਕਰਾਂਗੇ, ਔਰ ਜਿਹੜੇ ਮੇਰੇ ਕਾਲਰਸ ਨੇ ਉਹ ਕੱਲ੍ਹ ਵੀ ਕਾਲ ਕਰ ਸਕਦੇ ਆ, ਕਿਉਂਕਿ ਇਸ ਟੈਕਨੀਕਲ ਇਸ਼ੂ ਨੂੰ ਅਸੀਂ ਠੀਕ ਕਰ ਲਾਂਗੇ ਕੱਲ੍ਹ ਤੱਕ, ਔਰ ਇਹ ਸਾਰਾ ਸੋਲਵ ਹੋ ਜਾਏਗਾ। ਐਂਡ ਸੈਕਿੰਡ ਥਿੰਗ ਜਿਹੜੀ ਸਭ ਤੋਂ ਇੰਪੋਰਟੈਂਟ ਹੈ, ਜਿਹੜੀ ਸੁਖ ਧਾਲੀਵਾਲ ਜੀ ਵੀ ਹੁਣੇ ਅਪੀਲ ਕਰ ਰਹੇ ਸੀ ਕਿ ਤੁਹਾਡੀ ਵੋਟ ਜਿਹੜੀ ਹੈ ਬਹੁਤ ਜ਼ਿਆਦਾ ਅਹਿਮ ਰੱਖਦੀ ਹੈ, ਮਾਇਨੇ ਰੱਖਦੀ ਹੈ। ਆਪਣੇ ਵੋਟ ਹੱਕ ਦਾ ਜਿਹੜਾ ਇਸਤੇਮਾਲ ਹੈ ਉਹ ਜ਼ਰੂਰ ਕਰਨ ਜਾਇਓ, ਕਿਉਂਕਿ ਇਹ ਜ਼ਰੂਰ ਮੈਂ ਕਹਾਂਗੀ ਕਿ ਦਿਖਾਵੋ पे ना जाओ, अपनी अकल लड़ाओ। सो अपनी अकल लड़ा के, अपनी अकल दौड़ा के ये डिसाइड करो कि तुहाडा किहड़ा वो नुमाइंदा है जिन्हों तुसीं फतवा देना चाहुंदे हो, किहड़ी वो पार्टी है जिहदे वादियां दे उत्ते तुहानूं भरोसा हो रहा है। सो हुणे तो सोचना शुरू करो जल्दी तो जल्दी, और अपनी वोट पाउण दे लई अपनी तैयारी खिच्चो। मैनूं दिओ इजाजत, सत श्री अकाल। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बैल आइकन वाले बटन ते क्लिक करो।